Hello friends, it's Vanna here. Welcome back to my YouTube channel. I hope you guys are doing great. So in today's video, I'm going to discuss all previous year questions from 2011 to 2020. Child development and pedagogy. ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ 24 ਦਸੰਬਰ ਨੂੰ ਪੀਟੈਟ ਦਾ ਐਗਜ਼ਾਮ ਹੈ ਤਾਂ ਮੇਰੇ ਵੱਲੋਂ ਇੱਕ ਛੋਟੀ ਜਿਹੀ ਕੋਸ਼ਿਸ਼ ਰਹੇਗੀ ਕਿ ਮੈਂ ਸਾਰੀ ਚਾਈਲਡ ਡਿਵੈਲਪਮੈਂਟ ਪੈਡਾਗੋਜੀ ਦੀ ਤੁਹਾਨੂੰ ਇੱਕ ਵਾਰੀ ਰਿਵੀਜ਼ਨ ਕਰਵਾ ਦਾਂ ਵਾਇਆ ਕੁਐਸਚਨ ਆਨਸਰਸ ਜਿਵੇਂ ਜਿਵੇਂ ਆਪਾਂ ਕੁਐਸਚਨ ਆਨਸਰ ਕਰਾਂਗੇ ਨਾਲ ਦੀ ਨਾਲ ਮੈਂ ਕਨਸੈਪਟ ਵੀ ਡਿਸਕਸ ਕਰਦੀ ਜਾਵਾਂਗੀ ਠੀਕ ਹੈ ਜੀ ਸੋ ਇਸ ਸੀਰੀਜ਼ ਨੂੰ ਤੁਸੀਂ ਬਹੁਤ ਹੀ ਧਿਆਨ ਨਾਲ ਦੇਖਣਾ ਹੈ ਅੱਜ ਕੁਝ ਉਮੀਦ ਹੈ ਕਿ 100 ਕੁਐਸਚਨਸ ਤੱਕ ਆਪਾਂ ਕਰ ਲਾਂਗੇ ਤੇ ਆਉਣ ਵਾਲੀ ਵੀਡੀਓ ਵਿੱਚ ਬਾਕੀ ਦੇ ਰਹਿੰਦੇ ਹੋਏ ਸਾਰੇ ਕੁਐਸਚਨ ਵੀ ਆਪਾਂ ਕਵਰ ਕਰ ਲਾਂਗੇ ਵਿਦ ਕਨਸੈਪਟ ਕਲੈਰਿਟੀ ਠੀਕ ਹੈ ਜੀ ਤਾਂ ਵੱਧ ਤੋਂ ਵੱਧ ਤੁਸੀਂ ਇਸ ਵੀਡੀਓ ਨੂੰ ਸਪੋਰਟ ਦੇਣੀ ਹੈ ਸੋ ਦੈਟ ਮੈਨੂੰ ਵੀ ਮੋਟੀਵੇਸ਼ਨ ਮਿਲੇ ਤਾਂ ਕਿ ਮੈਂ ਵੀ ਤੁਹਾਡੇ ਲਈ ਐਵੇਂ ਵਧੀਆ ਤੋਂ ਵਧੀਆ ਕੰਮ ਕਰ ਸਕਾਂ ਤੇ ਆਪਣੀ ਸਾਰੀ ਚਾਈਲਡ ਡਿਵੈਲਪਮੈਂਟ ਪੈਡਾਗੋਜੀ ਦੀ ਰਿਵੀਜ਼ਨ ਹੋ ਸਕੇ ਸਿਰਫ 2 ਵੀਡੀਓਜ਼ ਦੇ ਵਿੱਚ ਠੀਕ ਹੈ ਜੀ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ ਜਿਹਦੇ ਵਿੱਚ ਪਹਿਲਾ ਕੁਐਸਚਨ ਹੈ ਅਕੋਰਡਿੰਗ ਟੂ ਦੀ ਸੌਰੀ ਇੱਕ ਮਿੰਟ ਰੁਕੋ ਪੈਨ ਦੀ ਸੈਟਿੰਗ ਕਰ ਲਈ ਥੋੜੀ ਜੀ ਠੀਕ ਹੈ ਜੀ ਤੇ ਹਾਂਜੀ ਤਾਂ ਆਪਾਂ ਨੇ ਦੇਖਣਾ ਹੈ ਕਿ ਅਕੋਰਡਿੰਗ ਟੂ ਦੀ ਡੈਸ਼ ਦ ਮੋਰ ਯੂ ਡੂ ਸਮਥਿੰਗ ਦ ਬੈਟਰ ਯੂ ਆਰ ਇਟ ਇਹਦਾ ਮਤਲਬ ਕੁਐਸਚਨ ਦਾ ਸਮਝੋ ਕਿ ਕਿਹੜੀ ਚੀਜ਼ ਤੁਸੀਂ ਜ਼ਿਆਦਾ ਕਰਦੇ ਹੋ ਤਾਂ ਉਹਦੇ ਵਿੱਚ ਤੁਸੀਂ ਵਧੀਆ ਹੋ ਜਾਂਦੇ ਹੋ ਲਾਅ ਆਫ ਇਫੈਕਟ ਜਾਂ ਲਾਅ ਆਫ ਐਕਸਰਸਾਈਜ਼ ਲਾਅ ਆਫ ਰੈਡੀਨੈਸ ਜਾਂ ਲਾਅ ਆਫ ਕਨੈਕਸ਼ਨ ਪਹਿਲਾਂ ਤਾਂ ਤੁਹਾਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਇਹ ਲਾਜ਼ ਜੋ ਪੱਕਾ ਕੁਐਸਚਨ ਆਂਦਾ ਥੌਂਡਾਈਕ ਨੇ ਦਿੱਤੇ ਹੋਏ ਨੇ ਲਾਅ ਆਫ ਇਫੈਕਟ ਲਾਅ ਆਫ ਐਕਸਰਸਾਈਜ਼ ਠੀਕ ਹੈ ਜੀ ਤੇ ਲਾਅ ਆਫ ਰੈਡੀਨੈਸ ਇਹ ਤਿੰਨ ਲਾਅ ਦਿੱਤੇ ਨੇ ਥੌਂਡਾਈਕ ਨੇ ਤਾਂ ਇਹਨਾਂ ਨੂੰ ਤੁਸੀਂ ਸਮਝ ਲਓ ਲਾਅ ਆਫ ਇਫੈਕਟ ਹੁੰਦਾ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਆ ਆਪਾਂ ਨੂੰ ਪੋਜ਼ਿਟਿਵ ਰਿਜ਼ਲਟ ਆਂਦਾ ਠੀਕ ਹੈ ਫਿਰ ਆਪਾਂ ਨੂੰ ਉਸ ਕੰਮ ਨੂੰ ਕਰਨ ਲਈ ਰੀਇਨਫੋਰਸਮੈਂਟ ਮਿਲਦੀ ਹੈ ਲਾਅ ਆਫ ਐਕਸਰਸਾਈਜ਼ ਹੈ ਵੀ ਜਿੰਨੀ ਜ਼ਿਆਦਾ ਪ੍ਰੈਕਟਿਸ ਕਰੋਗੇ ਉਨਾ ਜ਼ਿਆਦਾ ਕਿਸੇ ਕੰਮ 'ਚ ਨਿਪੁੰਨ ਬਣੋਗੇ ਲਾਅ ਆਫ ਰੈਡੀਨੈਸ ਹੈ ਵੀ ਕੁਝ ਵੀ ਸਿੱਖਣ ਦੇ ਲਈ ਆਪਾਂ ਨੂੰ ਤਿਆਰ ਰਹਿਣਾ ਹੈ ਤਾਂ ਇਹਦਾ ਮਤਲਬ ਹੈ ਸਾਫ਼-ਸਾਫ਼ ਹੁਣ ਤੁਹਾਨੂੰ ਪਤਾ ਲੱਗ ਗਿਆ ਹੈਗਾ ਲਾਅ ਆਫ ਐਕਸਰਸਾਈਜ਼ ਮਤਲਬ ਪ੍ਰੈਕਟਿਸ ਕਰਨਾ ਸੋ ਦਿਸ ਇਜ਼ ਦਾ ਕੁਐਸਚਨ ਜਿੰਨੀ ਤੁਸੀਂ ਜ਼ਿਆਦਾ ਪ੍ਰੈਕਟਿਸ ਕਰਦੇ ਹੋ ਉਨਾ ਹੀ ਤੁਸੀਂ ਜ਼ਿਆਦਾ ਉਸ ਚੀਜ਼ ਵਿੱਚ ਨਿਪੁੰਨ ਬਣਦੇ ਹੋ ਠੀਕ ਹੈ ਜੀ ਤਾਂ ਇਹਦਾ ਬਿਲਕੁਲ ਸਿੰਪਲ ਆਨਸਰ ਆ ਗਿਆ ਕਿ ਲਾਅ ਆਫ ਐਕਸਰਸਾਈਜ਼ ਅਗਲਾ ਵੀ ਕੁਐਸਚਨ ਇਨ ਲਾਅ ਦੇ ਵਿੱਚੋਂ ਹੀ ਹੈ ਥੌਂਡਾਈਕ ਦੇ ਜਿਹੜੇ ਲਾਜ਼ ਨੇ ਦ ਡੈਸ਼ ਸੇਜ਼ ਵੀ ਆਰ ਮੋਟੀਵੇਟਡ ਟੂ ਗੇਨ ਰਿਵਾਰਡਸ ਐਂਡ ਅਵੋਇਡ ਪਨਿਸ਼ਮੈਂਟ ਹੁਣੀ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਲਾਅ ਆਫ ਇਫੈਕਟ ਹੈ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਾਡਾ ਰਿਜ਼ਲਟ ਕਿੰਨਾ ਕੁ ਪੋਜ਼ਿਟਿਵ ਆ ਰਿਹਾ ਹੈ ਉਹਦੇ ਅਕੋਰਡਿੰਗਲੀ ਅਸੀਂ ਫਿਰ ਅਗਲੇ ਆਪਣੇ ਕੰਮ ਕਰਦੇ ਹਾਂ ਠੀਕ ਹੈ ਜੀ ਤਾਂ ਹੁਣੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਲਾਅ ਆਫ ਇਫੈਕਟ ਹੈ ਜੋ ਉਹ ਬੋਦਰ ਕਰੇਗਾ ਅਬਾਊਟ ਰਿਵਾਰਡਸ ਤੇ ਅਵੋਇਡ ਕਰੇਗਾ ਪਨਿਸ਼ਮੈਂਟਸ ਤੁਸੀਂ ਯਾਦ ਰੱਖੋਗੇ ਠੀਕ ਹੈ ਜੀ ਅਗਲਾ ਦੇਖ ਲੈਂਦੇ ਹਾਂ ਕੁਐਸਚਨ ਸਟੱਡੀ ਆਫ ਦੀ ਫਿਜ਼ੀਕਲ ਸੋਸ਼ਲ ਐਂਡ ਮੈਂਟਲ ਐਸਪੈਕਟਸ ਆਫ ਏਜਿੰਗ ਧਿਆਨ ਨਾਲ ਸਮਝਣਾ ਕੀ ਕਹਿ ਰਹੇ ਨੇ ਕਿ ਫਿਜ਼ੀਕਲ ਸੋਸ਼ਲ ਤੇ ਮੈਂਟਲ ਐਸਪੈਕਟ ਆਫ ਏਜਿੰਗ ਇਜ਼ ਜੈਨੇਟਿਕਸ ਐਸਥੈਟਿਕਸ ਜਰਓਂਟੋਲੋਜੀ ਕਲੀਨਿਕਲ ਸਾਈਕੋਲੋਜੀ ਤਾਂ ਇਸ ਵਿੱਚ ਤੁਸੀਂ ਯਾਦ ਰੱਖਣਾ ਹੈ ਕਿ ਇਸ ਨੂੰ ਤੁਸੀਂ ਜਰਓਂਟੋਲੋਜੀ ਕਹਿੰਦੇ ਨੇ ਜਿਸ ਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਵੀ ਗੱਲ ਦੱਸਦਾ ਇਹਦੇ ਵਿੱਚ ਓਲਡ ਪੀਪਲ ਦੀ ਡਿਸੀਜ਼ ਨੂੰ ਕੀ ਕੀਤਾ ਜਾਂਦਾ ਹੈ ਅੱਜ ਮੈਂ ਥੋੜਾ ਪੈਨ ਕੁਝ ਨਵਾਂ ਯੂਜ਼ ਕਰ ਰਹੀ ਹਾਂ ਤਾਂ ਇਸ ਕਰਕੇ ਥੋੜੀ ਜਿਹੀ ਪ੍ਰੋਬਲਮ ਆ ਸਕਦੀ ਹੈ ਬਟ ਇੱਕ ਮਿੰਟ ਥੋੜਾ ਓਲਡ ਪੀਪਲ ਜਿਹੜੇ ਹੁੰਦੇ ਨੇ ਨਾ ਉਹਨਾਂ ਦੀਆਂ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਠੀਕ ਹੈ ਜੀ ਓਲਡ ਪੀਪਲ ਦੀ ਡਿਸੀਜ਼ ਨੂੰ ਡਿਸਕਸ ਕਰਨ ਲਈ ਜੋ ਸਟੱਡੀ ਹੈ ਉਸ ਨੂੰ ਕਹਿੰਦੇ ਆ ਜਰਓਂਟੋਲੋਜੀ ਠੀਕ ਹੈ ਜੀ ਜਰਓਂਟੋਲੋਜੀ ਅੱਗੇ ਚੱਲਾਂਗੇ ਇਹ ਤੁਸੀਂ ਯਾਦ ਰੱਖਿਓ ਫਿਜ਼ੀਕਲ ਸੋਸ਼ਲ ਮੈਂਟਲ ਐਸਪੈਕਟ ਆਫ ਏਜਿੰਗ ਦੇ ਨੂੰ ਕੀ ਕਹਿੰਦੇ ਨੇ ਜਰਓਂਟੋਲੋਜੀ ਅਗਲਾ ਕੁਐਸਚਨ ਦੇਖ ਲੈਣਾ ਟੂ ਬ੍ਰੇਕ ਇਨਫੋਰਮੇਸ਼ਨ ਇਨਟੂ ਪਾਰਟਸ ਟੂ ਐਗਜ਼ਾਮਿਨ ਦੀ ਇਨਫੋਰਮੇਸ਼ਨ ਇਜ਼ ਕਾਲਡ ਬਹੁਤ ਹੀ ਇੰਪੋਰਟੈਂਟ ਅੱਛਾ ਕੁਐਸਚਨ ਹੈ ਕਿ ਜਦੋਂ ਆਪਾਂ ਕਿਸੇ ਵੀ ਇਨਫੋਰਮੇਸ਼ਨ ਨੂੰ ਪਾਰਟਸ ਦੇ ਵਿੱਚ ਡਿਵਾਈਡ ਕਰ ਲੈਂਦੇ ਆ ਤੇ ਫਿਰ ਆਪਾਂ ਉਸ ਇਨਫੋਰਮੇਸ਼ਨ ਨੂੰ ਐਗਜ਼ਾਮਿਨ ਕਰਦੇ ਆ ਉਸ ਨੂੰ ਕੀ ਕਹਿੰਦੇ ਐਨਾਲਾਈਜ਼ਿੰਗ ਇਵੈਲੂਏਟਿੰਗ ਓਰੀਜਿਨੇਟਿੰਗ ਜਾਂ ਸਿੰਥੇਸਾਈਜ਼ ਸਿੰਪਲ ਹੈ ਬੱਚੇ ਜਦੋਂ ਵੀ ਤੁਸੀਂ ਕਿਸੇ ਵੀ ਇਨਫੋਰਮੇਸ਼ਨ ਨੂੰ ਬ੍ਰੇਕ ਕਰਦੇ ਹੋ ਜਾਂ ਉਹਨੂੰ ਫਿਰ ਉਸ ਤੋਂ ਬਾਅਦ ਸਮਝਦੇ ਹੋ ਬ੍ਰੇਕ ਕਰਕੇ ਪੜ੍ਹਦੇ ਤਾਂ ਉਹਨੂੰ ਐਨਾਲਾਈਜ਼ਿੰਗ ਕਹਿੰਦੇ ਨੇ ਠੀਕ ਹੈ ਜੀ ਐਨਾਲਾਈਜ਼ ਕਰਨਾ ਕਿਸੇ ਨੂੰ ਵਿਸ਼ਲੇਸ਼ਣ ਕਰਨਾ ਸਿੰਥੇਸਾਈਜ਼ ਹੁੰਦਾ ਸੰਸ਼ਲੇਸ਼ਣ ਕਰਨਾ ਸੰਸ਼ਲੇਸ਼ਣ ਕਰਨ ਦੇ ਵਿੱਚ ਤੁਸੀਂ ਵੱਖ-ਵੱਖ ਜਗ੍ਹਾ ਤੋਂ ਇਨਫੋਰਮੇਸ਼ਨ ਕਲੈਕਟ ਕਰਕੇ ਉਹਨੂੰ ਜੋੜਦੇ ਹੋ ਠੀਕ ਹੈ ਬਿਲਕੁਲ ਆਪੋਜ਼ਿਟ ਐਨਾਲਾਈਜ਼ ਦਾ ਐਨਾਲਾਈਜ਼ਿੰਗ ਤੇ ਸਿੰਥੇਸਾਈਜ਼ਿੰਗ ਡਿਫਰੈਂਟ ਚੀਜ਼ਾਂ ਨੇ ਐਨਾਲਾਈਜ਼ ਤੁਸੀਂ
ਇਨਫੋਰਮੇਸ਼ਨ ਨੂੰ ਪਾਰਟਸ ਦੇ ਵਿੱਚ ਵੰਡੋਗੇ, ਠੀਕ ਹੈ। ਇਹ ਸਾਰੇ ਪ੍ਰੀਵੀਅਸ ਈਅਰ ਕੁਐਸਚਨਸ ਨੇ, ਤੁਸੀਂ ਜੇ ਇਹਨਾਂ ਨੂੰ ਇੱਕ ਵਾਰੀ ਸਮਝ ਲੈਂਦੇ ਹੋ, ਇਹਦੇ ਵਿੱਚ ਤੁਹਾਡੀ ਸਾਰੀ ਸੀਡੀਪੀ ਕਵਰ ਹੋ ਜਾਏਗੀ, ਠੀਕ ਹੈ ਜੀ। ਅਗਲਾ ਕੁਐਸਚਨ ਦੇਖੋ, which of the following is not related to principle of growth and development। ਹੁਣ ਤੁਸੀਂ ਨੇ growth and development ਦਾ ਚੈਪਟਰ ਪੜਿਆ ਹੋਏਗਾ, ਜੋ ਕਿ ਆਪਣਾ ਪਹਿਲਾ ਹੀ ਹੈ ਚੈਪਟਰ, ਠੀਕ ਹੈ ਜੀ। ਉਹਦੇ ਵਿੱਚ ਪ੍ਰਿੰਸੀਪਲਸ ਆਪਾਂ ਨੂੰ ਪੜ੍ਹਦੇ ਆ ਵੀ ਕੀ ਹੈ ਡਿਵੈਲਪਮੈਂਟ ਤੇ ਗਰੋਥ। ਕੰਟੀਨਿਊਟੀ ਦਾ ਸਿਧਾਂਤ ਆਪਾਂ ਨੇ ਪੜਿਆ, ਜਦੋਂ ਵੀ ਨੋਟ ਆ ਜਾਏ ਉੱਥੇ ਜ਼ਿਆਦਾ ਧਿਆਨ ਦੇਣਾ ਤੁਸੀਂ ਨੇ ਕਿ ਉਹ ਕੀ ਕਹਿ ਰਹੇ ਨੇ ਕਿ not related to growth and development। ਕੰਟੀਨਿਊਟੀ ਦਾ ਸਿਧਾਂਤ ਹੈ, ਇੰਟੀਗ੍ਰੇਸ਼ਨ ਦਾ ਸਿਧਾਂਤ ਵੀ ਆਪਾਂ ਪੜਿਆ ਹੋਇਆ, ਇੰਡੀਵਿਜੂਅਲਿਟੀ ਦਾ। ਇੱਕ ਇੱਕ ਕਰਕੇ ਸਮਝਦੇ ਆ। ਪ੍ਰਿੰਸੀਪਲ ਆਫ ਕੰਟੀਨਿਊਟੀ ਦਾ ਮਤਲਬ ਇਹ ਹੈ ਕਿ ਡਿਵੈਲਪਮੈਂਟ ਨਿਰੰਤਰ ਚੱਲਦੀ ਰਹਿੰਦੀ ਹੈ। ਇੰਟੀਗ੍ਰੇਸ਼ਨ ਮਤਲਬ ਕੀ ਹੈ ਕਿ ਅਸੀਂ ਕੋਈ ਵੀ ਕੰਮ ਕਰਦੇ ਹਾਂ, ਆਪਣੀ ਜਾਂ ਬੋਡੀ ਦੀ ਕੋਈ ਮੂਵਮੈਂਟ ਹੈ ਜਾਂ ਆਪਾਂ ਮਾਨਸਿਕ ਕੋਈ ਕੰਮ ਕਰਦੇ ਹਾਂ, ਆਪਣੇ ਸਰੀਰ ਦੇ ਸਾਰੇ ਅੰਗ ਇੱਕ ਏਕੀਕ੍ਰਿਤ ਹੋ ਕੇ ਕੰਮ ਕਰਦੇ ਨੇ। ਇੰਡੀਵਿਜੂਅਲਿਟੀ ਇਹ ਹੈ ਕਿ ਰੇਟ ਆਫ ਡਿਵੈਲਪਮੈਂਟ ਇਨ ਇੰਡੀਵਿਜੂਅਲ ਇਜ਼ ਡਿਫਰੈਂਟ। ਕਲਾਸੀਫਿਕੇਸ਼ਨ ਦਾ ਜਿਹੜਾ ਸਿਧਾਂਤ ਹੈ ਉਹ ਆਪਾਂ ਨਹੀਂ ਪੜਿਆ, ਇਸ ਕਰਕੇ ਆਪਣਾ ਆਨਸਰ ਇਹੀ ਹੈ। ਉਹਨਾਂ ਨੇ ਇਹੀ ਪੁੱਛਿਆ ਕਿ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਰਿਲੇਟਡ ਟੂ ਪ੍ਰਿੰਸੀਪਲ ਆਫ ਗਰੋਥ ਐਂਡ ਡਿਵੈਲਪਮੈਂਟ, ਠੀਕ ਹੈ। ਸੋ ਇੱਥੋਂ ਆਪਣਾ ਇਹ ਕਲੀਅਰ ਹੁੰਦਾ। ਮੈਂ ਦੇਖਾਂ ਸਭ ਕੁਝ ਸਹੀ ਚੱਲ ਰਿਹਾ। ਠੀਕ ਹੈ ਜੀ, ਅਗਲੇ ਕੁਐਸਚਨ ਤੇ ਜਾਂਦੇ ਹਾਂ। ਮੈਨੂੰ ਉਮੀਦ ਹੈ ਤੁਹਾਨੂੰ ਇਹ ਕੁਐਸਚਨ ਸਮਝ ਆ ਗਿਆ। ਤੁਸੀਂ ਯਾਦ ਰੱਖੋਗੇ ਪ੍ਰਿੰਸੀਪਲ ਆਫ ਕੰਟੀਨਿਊਟੀ, ਪ੍ਰਿੰਸੀਪਲ ਆਫ ਇੰਟੀਗ੍ਰੇਸ਼ਨ ਤੇ ਪ੍ਰਿੰਸੀਪਲ ਆਫ ਇੰਡੀਵਿਜੂਅਲਿਟੀ, ਇਹ ਸਿਧਾਂਤ ਨੇ growth and development, ठीक है। verbal intelligent is verbal intelligent test ਜਿਹੜੇ ਹੁੰਦੇ ਨੇ ਉਹ better option ਨੇ ਕਿਹਦੇ ਵਾਸਤੇ। ਦੇਖੋ ਇਹ verbal, ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ verbal intelligent test ਹੁੰਦੇ ਕੀ ਨੇ। ਦੇਖੋ verbal intelligent test ਉਹ ਹੁੰਦੇ ਨੇ ਜਿਨ੍ਹਾਂ ਵਿੱਚ logical understanding ਤੁਹਾਨੂੰ ਚਾਹੀਦੀ ਹੈ, ਤੁਹਾਡਾ ਰੀਜ਼ਨਿੰਗ ਐਬਿਲਿਟੀ ਹੋਵੇ ਤੁਹਾਡੇ ਦੇ ਵਿੱਚ। ਫਿਰ ਤੁਸੀਂ ਦੇਖ ਲਓ, ਹੁਣ ਤੁਹਾਨੂੰ ਸਮਝ ਆ ਗਿਆ ਹੋਵੇਗਾ ਲਿਟਰੇਟ ਪਰਸਨ ਦੇ ਲਈ ਵਧੀਆ ਹੋਣਗੇ, ਇਲਿਟਰੇਟਲੀ, ਸਮਾਲ ਚਿਲਡਰਨ ਲਈ ਜਾਂ ਸਪੈਸ਼ਲ ਚਿਲਡਰਨ। ਬਿਲਕੁਲ ਸਾਫ਼ ਹੈ, ਜਿਹਦੇ ਵਿੱਚ ਬਹੁਤ ਸਾਰਾ ਐਨਾਲਿਟੀਕਲ ਸਕਿੱਲ ਚਾਹੀਦੀ ਹੈ, ਤਾਂ ਤੁਹਾਨੂੰ ਉਹ ਬੈਟਰ ਆਪਸ਼ਨ ਹੋਣਗੇ ਲਿਟਰੇਟ ਪਰਸਨ ਲਈ, ਜੋ ਪੜ੍ਹੇ ਲਿਖੇ ਵਿਅਕਤੀ ਹੈ, ਜਿਨ੍ਹਾਂ ਦੀ ਬੁੱਧੀ ਉਸ ਲੈਵਲ ਤੇ ਕੰਮ ਕਰ ਰਹੀ ਹੈ, ਤਾਂ ਉਹਨਾਂ ਲਈ ਇਹ ਟੈਸਟ ਬਹੁਤ ਵਧੀਆ ਹੋਣਗੇ। ਅੱਗੇ ਚੱਲਦੇ ਹਾਂ। ਲਰਨਿੰਗ ਡਿਸਏਬਿਲਿਟੀਜ਼ may occur due to all of the following except। ਦੇਖੋ ਕੁਐਸਚਨ ਹੈ ਕਿ ਜਿਹੜੀ ਬੱਚੇ ਦੇ ਵਿੱਚ ਸਿਖਲਾਈ ਨੂੰ ਲੈ ਕੇ ਡਿਸੇਬਿਲਿਟੀ ਆਉਂਦੀ ਹੈ, ਉਹ ਕਿਉਂ ਆ ਸਕਦੀ ਹੈ। ਮਤਲਬ ਇਸ ਦੇ ਵਿੱਚ ਇੱਕ ਆਪਸ਼ਨ ਹੈ ਜੋ ਆਪਾਂ ਸਿਲੈਕਟ ਕਰਨਾ ਹੈ ਜਿਹਦੇ ਕਰਕੇ ਨਹੀਂ ਆਉਂਦੀ ਲਰਨਿੰਗ ਡਿਸੇਬਿਲਿਟੀ, ਬਾਕੀ ਤਿੰਨ ਆਪਸ਼ਨ ਐਸੇ ਹਨ ਜਿਨ੍ਹਾਂ ਕਰਕੇ ਆ ਸਕਦੀ ਹੈ। ਟੀਚਰਸ ਵੇ ਆਫ ਟੀਚਿੰਗ, ਮੈਂਟਲ ਰਿਟਾਰਡੇਸ਼ਨ, ਪ੍ਰੀਨੇਟਲ ਯੂਜ਼ ਆਫ ਐਲਕੋਹਲ, meningitis during infancy। ਤਾਂ ਇਹਨਾਂ ਨੂੰ ਪਹਿਲੇ ਸਮਝੋ ਬੱਚੇ। ਮੈਂਟਲ ਰਿਟਾਰਡੇਸ਼ਨ, ਬੱਚਾ ਮਾਨਸਿਕ ਤੌਰ ਤੇ ਥੋੜਾ ਕਮਜ਼ੋਰ ਹੈ, ਠੀਕ ਹੈ ਜੀ। ਪ੍ਰੀਨੇਟਲ ਯੂਜ਼ ਆਫ, ਜਿਵੇਂ ਪ੍ਰਸਵ ਦੇ ਦੌਰਾਨ ਮਤਲਬ ਮਹਿਲਾ ਨੇ ਸ਼ਰਾਬ ਦਾ ਸੇਵਨ ਕੀਤਾ ਹੋਇਆ ਹੈ। ਇਹਦੇ ਵਿੱਚ ਕੀ ਹੁੰਦਾ ਹੈ, ਦਿਮਾਗ ਦੀਆਂ ਸ਼ਿਸ਼ੂ ਦੀਆਂ ਕੁਝ ਜਿਹੜੀਆਂ ਨਾਲੀਆਂ ਨੇ ਉਹਦੇ ਵਿੱਚ ਸੋਜਿਸ਼ ਆ ਜਾਂਦੀ ਹੈ, ਇਹ ਉਹ ਬਿਮਾਰੀ ਹੈ। ਇਹ ਤਿੰਨੋਂ ਐਸੀਆਂ ਬਿਮਾਰੀਆਂ ਨੇ ਜਿਹੜੀਆਂ ਲਰਨਿੰਗ ਦੇ ਵਿੱਚ, ਸਿਖਲਾਈ ਦੇ ਵਿੱਚ ਵਿਕਾਰ ਪੈਦਾ ਕਰਦੀਆਂ ਨੇ, ਠੀਕ ਹੈ ਜੀ। ਔਰ ਇਹ ਮਤਲਬ ਕਿਊਰੇਬਲ ਨਹੀਂ ਹੁੰਦੀਆਂ ਜ਼ਿਆਦਾਤਰ ਤੇ, ਜੋ ਆਪਾਂ ਡਿਸੇਬਿਲਿਟੀ ਦੀ ਗੱਲ ਕਰੀਏ। ਜਿਹੜਾ ਟੀਚਰਸ ਵੇ ਆਫ ਟੀਚਿੰਗ ਹੈ ਉਹ ਲਰਨਿੰਗ ਡਿਸੇਬਿਲਿਟੀ ਦਾ ਕਾਰਨ ਨਹੀਂ ਹੁੰਦਾ, ਇਹ ਤੁਸੀਂ ਯਾਦ ਰੱਖਣਾ, ਠੀਕ ਹੈ ਜੀ। ਉਹਨਾਂ ਨੇ ਐਕਸੈਪਟ ਪੁੱਛਿਆ, ਮਤਲਬ ਐਸਾ ਇਹਦੇ ਵਿੱਚ ਆਪਸ਼ਨ ਜਿਹੜਾ ਨਹੀਂ ਲਰਨਿੰਗ ਡਿਸੇਬਿਲਿਟੀ ਨੂੰ ਕਰਦਾ, ਤਾਂ ਆਨਸਰ ਏ ਬਿਲਕੁਲ ਸਹੀ ਹੈ, ਠੀਕ ਹੈ ਜੀ। ਅੱਗੇ ਚੱਲਦੇ ਹਾਂ। ਵਿਚ ਆਫ ਦਾ ਫੋਲੋਇੰਗ ਇਜ਼ ਅ ਫੇਅਰ ਆਫ ਲਰਨਿੰਗ। ਦੇਖੋ ਕੁਐਸਚਨਸ ਮੈਂ ਕਈ ਪੀਟੈਟ ਦੀ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਾਂਗੀ, ਵੈਸੇ ਆਪਾਂ ਟਾਈਮ ਬਿਲਕੁਲ ਵੇਸਟ ਨਹੀਂ ਕਰਾਂਗੇ। ਪੀਟੈਟ ਚ ਮੈਂ ਦੇਖਿਆ ਵੀ ਜਿਹੜੀ ਕੁਐਸਚਨਸ ਦੀ ਲੈਂਗੁਏਜ ਹੈ ਨਾ, ਇਟਸ ਵੈਰੀ ਸਟ੍ਰੇਂਜ, ਡਿਫਿਕਲਟ ਨਹੀਂ ਕਵਾਂਗੇ, ਵੀਅਰਡ ਕਹਿ ਸਕਦੇ ਹਾਂ, ਅਜੀਬ ਹੈ। ਪੀਟੈਟ ਚ ਬਹੁਤ ਸਿੰਪਲ ਈਜ਼ੀ ਕੁਐਸਚਨ ਪੁੱਛੇ ਜਾਂਦੇ, ਪੀਟੈਟ ਵਿੱਚ ਥੋੜਾ ਘੁਮਾ ਫਿਰਾ ਕੇ ਪੁੱਛਦੇ ਨੇ, ਬੱਚਾ ਉਹੀ ਉਲਝ ਜਾਏ ਕਿ ਲਰਨਿੰਗ ਅਫੇਅਰ ਤੋਂ ਕੀ ਮਤਲਬ ਹੈ। ਉਹਨਾਂ ਦਾ ਸਿੰਪਲ ਮਤਲਬ ਹੈ ਕਿ ਜਿਹੜੀ ਸਿਖਲਾਈ ਹੈ, ਵੀ ਸਿਖਲਾਈ ਬੱਚਾ ਕਿਵੇਂ ਕਿਵੇਂ ਸਿੱਖਦਾ ਹੈ, ਠੀਕ ਹੈ। ਨੈਚੁਰਲ ਤਰੀਕੇ ਨਾਲ, ਸੁਭਾਵਿਕ ਤੌਰ ਤੇ, ਪਰਸਨਲ ਆਪਣੇ ਵਿਅਕਤੀਗਤ ਤੌਰ ਤੇ, ਜਾਂ ਸੋਸ਼ਲ। ਤੁਹਾਨੂੰ ਇਹ ਬੁੱਕਸ ਦੇ ਵਿੱਚ ਮਿਲੇਗਾ ਆਨਸਰ ਇਹਦਾ ਸੋਸ਼ਲ, ਠੀਕ ਹੈ, ਬਟ ਇਸ ਦਾ ਆਨਸਰ ਬੱਚੇ ਡੀ ਹੈ। ਨੈਚੁਰਲ ਤਰੀਕੇ ਨਾਲ ਵੀ ਸਿੱਖਦਾ, ਪਰਸਨਲ ਆਪਣੇ ਵਿਅਕਤੀਗਤ ਤੌਰ ਤੇ ਵੀ ਸਿੱਖਦਾ, ਤੇ ਸਮਾਜਿਕ ਤੌਰ ਤੇ ਸਿੱਖਦਾ। ਆਨਸਰ ਇਜ਼ ਆਲ ਆਫ ਦਾ ਅਬਵ, ਠੀਕ ਹੈ। ਅਫੇਅਰ ਆਫ ਲਰਨਿੰਗ ਮਤਲਬ ਬੱਚੇ ਦੀ ਸਿਖਲਾਈ ਨਾਲ ਕੀ ਕੀ ਸੰਬੰਧਿਤ ਹੈ। ਇਨਕਲੂਜਨ ਆਫ ਚਿਲਡਰਨ ਵਿਦ ਸਪੈਸ਼ਲ ਨੀਡਸ, ਸਪੈਸ਼ਲ ਨੀਡਸ ਵਾਲੇ ਬੱਚੇ, ਠੀਕ ਹੈ, ਖਾਸ ਜ਼ਰੂਰਤਾਂ ਵਾਲੇ ਬੱਚੇ ਦੀ ਇਨਕਲੂਜਨ, ਸਮਾਵੇਸ਼ ਤੋਂ ਕੀ ਭਾਵ ਹੈ। ਸਮਾਵੇਸ਼ੀ ਤੁਹਾਨੂੰ ਪਤਾ ਹੋਏਗਾ ਸਿੱਖਿਆ ਕੀ ਹੁੰਦੀ ਹੈ, ਜਿਹਦੇ ਵਿੱਚ ਅਸੀਂ ਸਾਰੇ ਬੱਚਿਆਂ ਨੂੰ ਨਾਲ ਲੈ ਕੇ ਚੱਲਦੇ ਹਾਂ। ਕਹਿੰਦੇ ਇੱਕ ਅਨਰੀਅਲਿਸਟਿਕ ਗੋਲ ਹੈ, ਮਤਲਬ ਅਨਰੀਅਲਿਸਟਿਕ ਜਿਹਦੇ ਵਿੱਚ ਆਪਾਂ ਗੋਲ ਨੂੰ ਅਚੀਵ ਨਹੀਂ ਕਰ ਸਕਦੇ। is determined to children without disabilities, okay, will increase a burden on school, ਜਾਂ ਫਿਰ require a change in attitude, content and approach to
ਬਿਲਕੁਲ ਇਹੀ ਹੈ। ਦੇਖੋ ਪੜ੍ਹਨ ਤੇ ਵੀ ਪਤਾ ਲੱਗ ਹੀ ਰਿਹਾ ਹੈ ਕਿ ਆਪਾਂ ਨੇ ਸਪੈਸ਼ਲ ਨੀਡ ਵਾਲੇ ਬੱਚਿਆਂ ਨੂੰ ਰੈਗੂਲਰ ਸਕੂਲ ਦੇ ਵਿੱਚ ਸ਼ਾਮਿਲ ਕਰਨਾ ਹੈ, ਤੇ ਉਹਦੇ ਵਿੱਚ ਟੀਚਰ ਨੂੰ ਆਪਣੇ ਐਟੀਟਿਊਡ ਦੇ ਵਿੱਚ, ਕੰਟੈਂਟ ਦੇ ਵਿੱਚ ਤੇ ਅਪਰੋਚ ਜਿਹੜੀ ਹੈ ਟੂ ਟੀਚਿੰਗ ਦੇ ਵਿੱਚ ਬਦਲਾਵ ਲਿਆਣਾ ਪਏਗਾ। ਕਿਉਂਕਿ ਇਨਕਲੂਸਿਵ ਐਜੂਕੇਸ਼ਨ, ਦੇਖੋ ਇਨਕਲੂਸਿਵ ਐਜੂਕੇਸ਼ਨ ਅਗਰ ਤੁਸੀਂ ਨੇ ਪੜ੍ਹੀ ਹੈ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਮਾਵੇਸ਼ੀ ਸਿੱਖਿਆ ਦਾ ਮਹੱਤਵ ਹੀ ਇਹੀ ਹੈ ਕਿ ਉਸਦੇ ਵਿੱਚ ਸਾਰੇ ਤਰ੍ਹਾਂ ਦੇ ਬੱਚੇ ਐਸਟੀ ਦੇ ਹੋਣ, ਜਾਂ ਫਿਰ ਗਰਲਸ ਵੀ ਹੋਣ, ਜਾਂ ਫਿਰ ਸਪੈਸ਼ਲ ਐਜੂਕੇਸ਼ਨ ਨੀਡਸ ਵਾਲੇ ਹੋਣ, ਮਤਲਬ ਡਿਸੇਬਿਲਿਟੀ ਵਾਲੇ ਹੈ ਕੋਈ ਬੱਚੇ, ਤਾਂ ਉਹਨਾਂ ਸਾਰਿਆਂ ਨੂੰ ਹੀ ਇਕੱਠਿਆਂ ਨੂੰ ਲੈ ਕੇ ਚੱਲਣਾ ਹੈ ਤਾਂ ਕਿ ਉਹਨਾਂ ਵਿੱਚ ਕਿਸੇ ਤਰ੍ਹਾਂ ਦੀ ਹੀਨ ਭਾਵਨਾ। ਠੀਕ ਹੈ ਜੀ, ਅੱਗੇ ਚੱਲਦੇ ਆ। ਉਸ ਤੋਂ ਬਾਅਦ cephalocaudal principle to development explains how development proceeds from general to specific functions, differentiated to integrated function, head to toe, rural to। ਤਾਂ ਇਹ ਸਭ ਨੂੰ ਪਤਾ ਹੋਏਗਾ, ਇਹ ਟਰਮ ਸਭ ਨੇ ਸੁਣੀ ਹੋਏਗੀ, head to toe। ਪਹਿਲੇ ਬੱਚੇ ਦਾ ਹੈਡ ਡਿਵੈਲਪ ਹੁੰਦਾ, ਠੀਕ ਹੈ, ਵੈਸੇ ਮੇਰੀ ਡਰਾਇੰਗ ਇੰਨੀ ਅੱਛੀ ਨਹੀਂ ਹੈ ਬਟ ਚਲੋ ਤੁਹਾਨੂੰ ਯਾਦ ਰਹੇਗਾ। ਫਿਰ ਉਸਦੇ ਪੈਰ ਡਿਵੈਲਪ ਹੋਣਗੇ, ਠੀਕ ਹੈ। ਸੋ ਹੈਡ ਟੂ ਟੋ ਇੱਕ ਪ੍ਰੋਕਸੀਮੋਡਿਸਟਲ ਉਹ ਹੁੰਦੀ ਹੈ, ਉਹਦੇ ਵਿੱਚ ਕੀ ਹੁੰਦਾ ਹੈ, ਸੌਰੀ, ਉਸਦੇ ਵਿੱਚ ਸੈਂਟਰ ਤੋਂ ਬਾਹਰ ਵੱਲ ਨੂੰ ਵਿਕਾਸ ਜਾਏਗਾ, ਸੈਂਟਰ ਤੋਂ ਬਾਹਰ ਵੱਲ ਨੂੰ, ਠੀਕ ਹੈ। ਜਿਵੇਂ ਆਪ ਤੁਹਾਡਾ ਸਪਾਈਨਲ ਕੋਰਡ ਪਹਿਲੇ ਹੋ ਗਈ, ਆਰਮਸ ਲੈਗਸ ਬਾਅਦ ਵਿੱਚ, ਠੀਕ ਹੈ, ਏਦਾਂ। ਤਾਂ ਇਹ ਹੈ, ਲਿਖ ਦਿੰਦੀ ਹਾਂ ਇੱਥੇ, ਪ੍ਰੋਕਸੀਮੋਡਿਸਟਲ, ਠੀਕ ਹੈ ਜੀ। ਸੋ ਇਹ ਵਾਲੀ ਮਤਲਬ ਰਹੇਗਾ, ਤੇ ਸਫੈਲੋਕੋਡਲ ਹੈਡ ਟੂ ਟੋ, ਉੱਪਰ ਤੋਂ ਲੈ ਕੇ, ਠੀਕ ਹੈ, ਨੀਚੇ ਤੱਕ। ਸਹੀ ਹੋ ਗਿਆ। ਅੱਗੇ ਦਾ ਮੋਸਟ ਇੰਪੋਰਟੈਂਟ ਫੈਕਟਰ ਇਨਫਲੂਐਂਸ ਹਿਊਮਨ ਇੰਟੈਲੀਜੈਂਟ, ਕਿਹੜਾ ਫੈਕਟਰ ਹੈ ਵੀ ਜਿਹੜਾ ਮਾਨਵ ਵਿਕਾਸ, ਮਾਨਵ ਬੁੱਧੀ ਨੂੰ ਜ਼ਿਆਦਾ ਇਨਫਲੂਐਂਸ ਕਰਦਾ, ਪ੍ਰਭਾਵਿਤ ਕਰਦਾ। ਇੰਪੋਰਟੈਂਟ ਹੈਰੀਡਿਟੀ, ਠੀਕ ਹੈ, ਜਾਂ ਇਨਵਾਇਰਨਮੈਂਟ, ਜਾਂ ਦੋਨੋਂ, ਜਾਂ ਨਨ ਆਫ ਦ ਅਬਵ। ਤਾਂ ਸਿੰਪਲ ਹੈ, ਦੇਖੋ ਆਪਾਂ ਨੇ ਪੜਿਆ ਹੋਇਆ ਹੈ ਕਿ ਜੋ ਡਿਵੈਲਪਮੈਂਟ ਹੈ, ਦੇਖੋ ਧਿਆਨ ਨਾਲ ਸਮਝਿਓ, ਡਿਵੈਲਪਮੈਂਟ ਹੈ ਜੋ ਇਜ਼ ਇਕੁਅਲ ਟੂ ਹੈਰੀਡਿਟੀ ਇਨਟੂ ਇਨਵਾਇਰਨਮੈਂਟ, ਠੀਕ ਹੈ। ਆਪਾਂ ਨੂੰ ਪਤਾ ਹੈ ਕਿ ਹੈਰੀਡਿਟੀ ਤੇ ਇਨਵਾਇਰਨਮੈਂਟ ਦਾ ਪ੍ਰੋਡਕਟ ਹੈ ਡਿਵੈਲਪਮੈਂਟ, ਹੈ ਨਾ। ਤੇ ਡਿਵੈਲਪਮੈਂਟ ਦੇ ਵਿੱਚ ਕੀ ਕੁਝ ਆ ਜਾਂਦਾ ਹੈ, ਫਿਜ਼ੀਕਲ ਡਿਵੈਲਪਮੈਂਟ ਆ ਜਾਂਦੀ ਹੈ, ਸੋਸ਼ਲ ਆ ਜਾਂਦੀ ਹੈ, ਸੋਸ਼ਲ ਆ ਜਾਂਦੀ ਹੈ, ਫਿਰ ਆ ਜਾਂਦੀ ਹੈ ਆਪਣੀ, ਹੋਰ ਵੀ ਆਪਾਂ ਨੇ ਕਾਫੀ ਸਾਰੇ ਪੜ੍ਹੇ ਹੋਏ ਨੇ, ਜਿਵੇਂ ਕੋਗਨੇਟਿਵ ਡਿਵੈਲਪਮੈਂਟ ਆ ਜਾਂਦੀ ਹੈ, ਠੀਕ ਹੈ। ਕੋਗਨੇਟਿਵ ਦੇ ਵਿੱਚ ਹੀ ਤੁਹਾਨੂੰ ਪਤਾ ਲੈਂਗੁਏਜ ਦਾ ਵਿਕਾਸ ਆ ਜਾਂਦਾ ਹੈ, ਫਿਰ ਇੰਟੈਲੀਜੈਂਸ ਆ ਜਾਂਦੀ ਹੈ, ਠੀਕ ਹੈ। ਸੋ ਉਸੇ ਨਾਲ ਰਿਲੇਟਡ ਆਪਾਂ ਗੱਲ ਕਰ ਰਹੇ ਹਾਂ। ਚਲੋ ਅੱਗੇ ਦੇਖਦੇ ਹਾਂ। Generally, the body expresses smiling emotion when its face or cheeks are touched. Generally, the baby expresses smiling emotion when its face or cheeks are touched gently. It happens due to, ਤੁਸੀਂ ਛੋਟੇ ਬੱਚਿਆਂ ਨੂੰ ਆਬਜ਼ਰਵ ਕਰਦੇ ਹੋ, ਦੇਖੋ ਜਦੋਂ ਤੁਸੀਂ ਉਹਨਾਂ ਦੀ ਚਿਕਸ ਤੇ ਮਤਲਬ ਫੇਸ ਤੇ ਤੁਸੀਂ ਉਹਨਾਂ ਦੇ ਚਿਹਰੇ ਤੇ ਟੱਚ ਕਰਦੇ ਹੋ ਤਾਂ ਉਹ ਪਲਕਾਂ ਝਪਕਦੇ ਆ ਜਾਂ ਸਮਾਈਲ ਵਗੈਰਾ ਦਿੰਦੇ ਨੇ, ਹਨਾ। ਤਾਂ ਇਹ ਕਿਉਂ ਹੁੰਦਾ? ਰਿਫਲੈਕਸ ਇਮੋਸ਼ਨ, ਇਮੋਸ਼ਨਲ ਰਿਐਕਸ਼ਨਸ, ਡਿਸਪਲੇ ਆਫ ਗੁੱਡ ਜੈਸਚਰਸ ਜਾਂ ਕੰਡੀਸ਼ਨਿੰਗ, ਇਹ ਬਹੁਤ ਛੋਟੇ ਬੱਚੇ ਕਰਦੇ ਨੇ ਏਦਾਂ। ਰਿਫਲੈਕਸ ਐਕਸ਼ਨਸ ਹੁੰਦੇ ਨੇ, ਇਹ ਰਿਫਲੈਕਸ ਪ੍ਰਤੀਕਿਰਿਆ ਦਿੰਦੇ ਨੇ, ਠੀਕ ਹੈ। ਰਿਫਲੈਕਸ ਐਕਸ਼ਨ ਯਾਦ ਰੱਖਿਓ ਵੀ ਛੋਟੇ ਬੱਚੇ ਜਦੋਂ ਕੁਝ ਵੀ ਤੁਸੀਂ ਉਹਨਾਂ ਦੀ ਚਿਕਸ ਵਗੈਰਾ, ਇਹ 6 7 8 ਮਹੀਨੇ ਤੱਕ ਤੇ ਰਹਿੰਦਾ, ਉਸ ਤੋਂ ਬਾਅਦ ਇਹ ਚੀਜ਼ ਚਲੀ ਜਾਂਦੀ ਹੈ। ਅੱਗੇ ਸੋਸ਼ਲ ਸਟ੍ਰੈਟੀਫਿਕੇਸ਼ਨ ਕੈਨ ਬੀ ਐਕਸਪ੍ਰੈਸਡ ਐਸ, ਅੱਛਾ ਕੁਐਸਚਨ ਹੈ। ਸਟ੍ਰੈਟੀਫਿਕੇਸ਼ਨ ਮਤਲਬ ਦਰਜੇਬੰਦੀ, ਆਪਾਂ ਸਮਾਜ ਦੀ ਦਰਜੇਬੰਦੀ ਕਿਸ ਆਧਾਰ ਤੇ ਕਰਦੇ ਹਾਂ? Characteristic denoting socio-economic structure in the society, the level of family, the caste hierarchy, only caste, देखो इत्थे only caste ਦੀ ਗੱਲ ਆ ਗਈ, ਜਾਂ classification based on demography, ਮਤਲਬ ਉਹ ਰਹਿ ਕਿੱਥੇ ਰਹੇ ਨੇ, ਠੀਕ ਹੈ। Difference denoting the level of social respect, ਉਹਨਾਂ ਦਾ ਰੁਤਬਾ ਕੀ ਹੈ ਸੋਸਾਇਟੀ ਦੇ ਵਿੱਚ। ਵੈਸੇ ਜੇ ਤੁਸੀਂ ਜਿੱਥੇ ਸੋਸ਼ੋ ਇਕੋਨੋਮਿਕ ਵਰਡ ਦੇਖ ਲਓ ਨਾ, ਉੱਥੇ ਹੀ ਤੁਸੀਂ ਕਹਿ ਦੇਣਾ ਕਿ ਸੋਸ਼ਲ ਸਟ੍ਰੈਟੀਫਿਕੇਸ਼ਨ ਹੈ। ਕਿਉਂ? ਸੋਸ਼ੋ ਇਕੋਨੋਮੀ ਚ ਸਭ ਕੁਝ ਆ ਜਾਏਗਾ, ਪੂਅਰ, ਰਿਚ, ਠੀਕ ਹੈ, ਐਜੂਕੇਟਡ, ਅਨਐਜੂਕੇਟਡ, ਠੀਕ ਹੈ, ਇਹ ਸਭ ਕੁਝ ਸੋਸ਼ੋ ਇਕੋਨੋਮੀ ਚ ਆ ਜਾਏਗਾ। ਤਾਂ ਆਪਾਂ ਕਹਾਂਗੇ ਦਾ ਕਰੈਕਟਰਿਸਟਿਕ ਜੋ ਡਿਨੋਟ ਕਰਨੀ ਹੈ ਸੋਸ਼ੋ ਇਕੋਨੋਮਿਕ ਸਟਰਕਚਰ ਇਨ ਦਾ ਸੋਸਾਇਟੀ, ਉਹੀ ਸੋਸ਼ਲ ਸਟ੍ਰੈਟੀਫਿਕੇਸ਼ਨ, ਠੀਕ ਹੈ ਜੀ। ਸੋ ਇਹਦਾ ਆਨਸਰ ਹੈ ਏ, ਠੀਕ ਹੈ। ਚਲੋ ਅੱਗੇ ਚੱਲਦੇ ਹਾਂ। ਦ ਮੀਨਿੰਗ ਆਫ ਪਰਸਨਲਾਈਜ਼ਡ ਟੀਚਿੰਗ, ਪਰਸਨਲਾਈਜ਼ ਨੂੰ ਮੈਂ ਇੱਥੇ ਇੱਕ ਹੋਰ ਵਰਡ ਵੀ ਦੇ ਦਾਂਗੀ ਜੋ ਤੁਹਾਨੂੰ ਪੇਪਰ ਚ ਆ ਸਕਦਾ, ਇੰਡੀਵਿਜੂਅਲਾਈਜ਼ਡ, ਇੰਡੀਵਿਜੂਅਲਾਈਜ਼ਡ ਟੀਚਿੰਗ ਵੀ ਤੁਸੀਂ ਇਸਨੂੰ ਬੋਲ ਸਕਦੇ ਹੋ। ਟੂ ਟੀਚ ਚਿਲਡਰਨ ਪਰਸਨੈਲਿਟੀ, ਓਕੇ, ਪਰਸਨਲੀ ਆਏਗਾ ਇੱਥੇ, ਇਹ ਕੱਟ ਦਿਓ, ਠੀਕ ਹੈ। ਟੂ ਗਿਵ ਟਿਊਸ਼ਨ ਇੰਡੀਵਿਜੂਅਲੀ, ਇੱਕੋ ਗੱਲ ਆ ਗਈ। ਟੂ ਟੀਚ ਚਿਲਡਰਨ ਐਜ਼ ਪਰ देयर एबिलिटीज, ਤਾਂ ਦੇਖੋ ਹਮੇਸ਼ਾ ਹੀ ਜੋ ਆਪਾਂ ਪੈਡਾਗੋਜੀ ਕਰ ਰਹੇ ਹਾਂ, ਜਿੱਥੇ ਮੈਂ ਤੁਹਾਨੂੰ ਸਮਝਾਉਂਦਾ ਪੈਡਾ
प्लस गॉजी। पैडा मतलब चाइल्ड, गॉजी मतलब आर्ट ऑफ टीच। ठीक है, ਤਾਂ ਬੜੇ ਧਿਆਨ ਨਾਲ ਸੁਣਾ। ਪੈਡਾਗੋਜੀ ਮਤਲਬ ਆਪਾਂ ਨੂੰ ਬੱਚੇ ਨੂੰ ਪੜ੍ਹਾਉਣ ਦਾ ਆਰਟ ਹੀ ਸਿੱਖਣਾ ਹੈ। ਦਿਸ ਇਜ਼ ਆਲ ਅਬਾਊਟ ਪੈਡਾਗੋਜੀ। ਪੈਡਾਗੋਜੀ ਮਤਲਬ ਬੱਚਾ ਕੇਂਦਰ ਹੈ। ਚਾਈਲਡ ਇਜ਼ ਅ ਸੈਂਟਰ। ਠੀਕ ਹੈ, ਤਾਂ ਬੱਚਾ ਹੀ ਕੇਂਦਰ ਹੈ। ਬੱਚੇ ਨੂੰ ਹੀ ਆਪਣੇ ਧਿਆਨ ਵਿੱਚ ਰੱਖ ਕੇ ਹੀ ਤੁਸੀਂ ਪੜ੍ਹਾਉਣਾ ਹੈ। ਤਾਂ ਇਹੀ ਹਰ ਜਗ੍ਹਾ ਆਪਸ਼ਨ ਸਹੀ ਹੋਏਗਾ। ਤੁਹਾਨੂੰ ਮੈਂ ਬੇਸਿਕ ਚੀਜ਼ਾਂ ਹੀ ਦੱਸਦੀਆਂ, ਜਿੱਥੇ ਕਿੱਥੇ ਬੱਚੇ ਦੀ ਗੱਲ ਆ ਜਾਏ, ਜਿੱਥੇ ਬੱਚੇ ਨੂੰ ਅਹਿਮੀਅਤ ਦਿੱਤੀ ਜਾ ਰਹੀ ਹੈ, ਉਹੀ ਆਪਸ਼ਨ ਸਹੀ ਹੋਏਗਾ। ਅੱਗੇ ਦੇਖੋ, ਵਿਚ ਵਨ ਆਫ ਦ ਫੋਲੋਇੰਗ ਫੈਕਟਰ ਡਜ਼ ਨਾਟ ਇਨਫਲੂਐਂਸ ਦ ਚਾਈਲਡ ਡਿਵੈਲਪਮੈਂਟ। ਕਿਹੜੀ ਚੀਜ਼ ਹੈ ਬੱਚੇ ਦੇ ਵਿਕਾਸ ਦੇ ਵਿੱਚ ਪ੍ਰਭਾਵ ਨਹੀਂ ਕਰਦੀ? ਡਜ਼ ਨੋਟ ਆ ਗਿਆ। ਠੀਕ ਹੈ ਜੀ, ਤੁਸੀਂ ਡਜ਼ ਨੋਟ ਤੇ ਧਿਆਨ ਦੋਗੇ। ਹੈਰੀਡਿਟੀ ਹੈ, ਕਲਚਰ ਹੈ, ਅਚੀਵਮੈਂਟ ਹੈ, ਗਰੋਥ ਹੈ। ਤੁਹਾਨੂੰ ਪਤਾ ਹੀ ਹੈ ਇਹ ਡਿਵੈਲਪਮੈਂਟ ਹੈ, ਇਹ ਗਰੋਥ ਹੈ। ਡਿਵੈਲਪਮੈਂਟ ਦਾ ਪਾर्ट है ग्रोथ। ठीक है, ग्रोथ इज अ सबसेट ऑफ डिवेलपमेंट। याद रखियो, एक क्वेश्चन पूछा जाता है पेपर। हेरिडिटी डेफिनेटली विकास, हेरिडिटी ਤਾਂ ਬੱਚੇ ਦੇ ਡਿਵੈਲਪਮੈਂਟ ਵਿਕਾਸ ਚ ਹਿੱਸਾ ਪਾਉਂਦੀ ਹੈ। ਕਲਚਰ, ਸਭਿਅਤਾ, ਟੈਕਨੀਕ, ਕਲਚਰ ਇਜ਼ ਸੇਮ ਐਸ ਸੋਸਾਇਟੀ। ਅਚੀਵਮੈਂਟ ਨਹੀਂ, ਅਚੀਵਮੈਂਟ ਇੱਕ ਮਤਲਬ ਡਿਫਰੈਂਟ ਟਰਮ ਹੈ, ਗਰੋਥ ਵੀ ਪਾਉਂਦੀ ਹੈ। ਤਾਂ ਆਪਾਂ ਉਹਨਾਂ ਨੇ ਡਜ਼ ਨੋਟ ਹੀ ਪੁੱਛਿਆ। ਠੀਕ ਹੈ ਜੀ, ਤਾਂ ਫਿਰ ਅਚੀਵਮੈਂਟ ਸਿੰਪਲ ਇਹਦਾ ਆਂਸਰ ਆ ਜਾਏਗਾ। ਅ ਚਾਈਲਡ ਵਿਦ ਹੀਅਰਿੰਗ ਇੰਪੇਅਰਮੈਂਟ, ਉਹ ਬੱਚੇ ਨੂੰ ਸੁਣਨ ਦੇ ਵਿੱਚ ਪ੍ਰੋਬਲਮ ਹੈ, ਤਾਂ ਤੁਸੀਂ ਉਸਨੂੰ ਕੀ ਕਰੋਗੇ? ਉਹਨੂੰ ਐਸੇ ਸਕੂਲ ਚ ਭੇਜੋਗੇ ਜਿੱਥੇ ਹੀਅਰਿੰਗ ਇੰਪੇਅਰਡ ਹੈ, ਜਾਂ ਰੈਗੂਲਰ ਸਕੂਲ ਚ ਨਹੀਂ ਭੇਜੋਗੇ, ਜਾਂ ਉਹਨੂੰ ਉਹ ਬੈਨੀਫਿਟ ਨਹੀਂ ਕਰੇਗਾ ਅਕੈਡਮਿਕ ਐਜੂਕੇਸ਼ਨ ਓਨਲੀ ਸ਼ੁੱਡ ਬੀ ਈਵਨ ਵੋਕੇਸ਼ਨਲ ਟ੍ਰੇਨਿੰਗ ਉਹਨੂੰ ਦੋਗੇ, ਜਾਂ ਫਿਰ ਉਹਨੂੰ ਉਹ ਵਧੀਆ ਕਰ ਸਕਦਾ ਰੈਗੂਲਰ ਸਕੂਲ ਦੇ ਵਿੱਚ ਅਗਰ ਉਹਨੂੰ ਸੂਟੇਬਲ ਫੈਸਿਲਿਟੀਆਂ ਪ੍ਰੋਵਾਈਡ ਕਰਵਾਈਆਂ ਜਾਣ ਤੇ ਰਿਸੋਰਸਿਸ ਪ੍ਰੋਵਾਈਡ ਕਰਾਈ ਜਾਣ, ਜਾਂ ਉਹ ਨੈਵਰ ਬੀ ਏਬਲ ਟੂ ਪਰਫਾਰਮ ਔਨ ਅ ਪਾਰ ਵਿਦ ਕਲਾਸਮੇਟਸ ਇਨ ਰੈਗੂਲਰ, ਮਤਲਬ ਦੂਜੇ ਬੱਚਿਆਂ ਦੇ ਮੁਕਾਬਲੇ ਉਹ ਸਹੀ ਨਹੀਂ ਪਰਫਾਰਮ ਕਰ ਪਾਏਗਾ। ਬਿਲਕੁਲ ਸਿੰਪਲ ਹੈ। ਦੇਖੋ, ਮੈਂ ਹੁਣੀ ਤੁਹਾਨੂੰ ਪੜ੍ਹਾਇਆ ਵੀ ਇਨਕਲੂਸਿਵ ਐਜੂਕੇਸ਼ਨ ਦਾ ਮਕਸਦ ਇਹੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਬੱਚੇ ਦੀ ਹਨਾ ਡਿਸੇਬਿਲਿਟੀ ਹੈ, ਹੀਅਰਿੰਗ ਨੂੰ ਲੈ ਕੇ, ਆਈ ਸਾਈਟ ਨੂੰ ਲੈ ਕੇ, ਜਾਂ ਪੜ੍ਹਨ ਨੂੰ ਲੈ ਕੇ, ਉਹਨਾਂ ਨੂੰ ਰੈਗੂਲਰ ਸਕੂਲ ਚ ਪੜ੍ਹਾਉਣਾ ਹੈ, ਤਾਂ ਕਿ ਉਹਨਾਂ ਦਾ ਇੱਕ ਸੋਸ਼ਲਾਈਜੇਸ਼ਨ ਹੋ ਸਕੇ, ਸਮਾਜੀਕਰਨ ਹੋ ਸਕੇ। ਠੀਕ ਹੈ, ਇਹ ਟੀਚਰ ਦੀ ਜ਼ਿੰਮੇਵਾਰੀ ਬਣੇਗੀ ਕਿ ਉਹ ਕਿਵੇਂ ਸੂਟੇਬਲ ਫੈਸਿਲਿਟੀਜ਼ ਪ੍ਰੋਵਾਈਡ ਕਰੇ, ਰਿਸੋਰਸਿਸ ਪ੍ਰੋਵਾਈਡ ਕਰੇ। ਠੀਕ ਹੈ ਜੀ, ਤਾਂ ਹੀਅਰਿੰਗ ਇੰਪੇਅਰਮੈਂਟ ਵਾਲਾ ਬੱਚੇ ਨੂੰ ਕੈਨ ਡੂ ਵੈਰੀ ਵੈਲ ਇਨ ਰੈਗੂਲਰ ਸਕੂਲ ਅਗਰ ਸੂਟੇਬਲ ਫੈਸਿਲਿਟੇਸ਼ਨ ਐਂਡ ਰਿਸੋਰਸਿਸ ਆਰ ਪ੍ਰੋਵਾਈਡ। ਕਿਉਂਕਿ ਤੁਸੀਂ ਆਪ ਹੀ ਸੋਚੋ ਨਾ, ਸੁਣਨ ਦੇ ਵਿੱਚ ਪ੍ਰੋਬਲਮ ਹੈ ਉਹਨੂੰ, ਸਿਰਫ ਹੀਅਰਿੰਗ ਇੰਪੇਅਰਮੈਂਟ ਹੈ, ਬਾਕੀ ਉਹ ਸਮਾਜ ਨੂੰ ਸਮਝ ਸਕਦਾ ਹੈ, ਉਹਦੇ ਇਮੋਸ਼ਨਸ ਹੈ, ਉਹਦੇ ਇੰਟੈਲੀਜੈਂਸ ਹੈ। ਠੀਕ ਹੈ ਜੀ, ਜਿਹੜੀਆਂ ਕਿ ਇਹ ਭਾਵਨਾਵਾਂ ਘੱਟ ਹੋ ਸਕਦੀਆਂ ਅਗਰ ਆਪਾਂ ਉਸਨੂੰ ਸੈਪਰੇਟ ਕਿਸੇ ਸਕੂਲ ਚ ਭੇਜ ਦਈਏ। ਠੀਕ ਹੈ, ਤਾਂ ਸਿੰਪਲ ਜਿਹੀਆਂ ਗੱਲਾਂ ਨੇ। ਆਬਜ਼ਰਵੇਸ਼ਨ ਹੈ, ਸਾਈਕੋਲੋਜੀ ਇਜ਼ ਆਲ ਅਬਾਊਟ ਆਬਜ਼ਰਵੇਸ਼ਨ, ਸਾਈਕੋਲੋਜੀ ਇਜ਼ ਆਲ ਅਬਾਊਟ ਲਾਈਫ। ਠੀਕ ਹੈ, ਇਟਸ ਆਲ ਅਬਾਊਟ ਲਰਨਿੰਗ, ਕਿ ਤੁਸੀਂ ਆਪਣੇ ਸਮਾਜ ਤੋਂ ਕੀ ਸਿੱਖਦੇ ਹੋ, ਕਿਵੇਂ ਆਬਜ਼ਰਵ ਕਰਦੇ ਹੋ। ਠੀਕ ਹੈ, ਸੋ ਸਿੰਪਲ ਜਿਹੀਆਂ ਗੱਲਾਂ ਨੇ ਸਾਰੀਆਂ। ਅੱਗੇ ਦੇਖੋ, ਵਿਚ ਆਫ ਦਾ ਫੋਲੋਇੰਗ ਇਜ਼ ਅ ਕਰੈਕਟਰਿਸਟਿਕਸ ਆਫ ਗਿਫਟਡ ਲਰਨਰ। ਦੇਖੋ, ਗਿਫਟਡ ਲਰਨਰ ਤੁਹਾਨੂੰ ਪਤਾ ਹੋਣਾ ਚਾਹੀਦਾ ਜਿਨ੍ਹਾਂ ਦਾ IQ ਆਪਾਂ ਕਹਿੰਦੇ 140 ਪਲੱਸ ਹੋ ਸਕਦਾ ਹੈ। ਠੀਕ ਹੈ, ਵੀ ਜਿਹੜੇ ਮਤਲਬ IQ ਬਹੁਤ ਜ਼ਿਆਦਾ ਜਿਨ੍ਹਾਂ ਦਾ, ਗਿਫਟਡ ਲਰਨਰ, ਉਹ ਅਗਰੈਸਿਵ ਜਾਂ ਫਰਸਟ੍ਰੇਟਡ ਹੋ ਜਾਂਦੇ ਨੇ? ਨਹੀਂ ਜੀ। he can feel understimulated and bored if the class activities are not challenging enough। ठीक है, highly temperamental हो ਜਾਂਦੀ, ਉਹੀ ਸੇਮ ਹੀ ਗੁੱਸਾ ਆ ਜਾਂਦਾ। he engages in ritualistic behavior like hand flipping and rocking, ਮਤਲਬ ਪੁੱਠੀਆਂ ਸਿੱਧੀਆਂ ਹਰਕਤਾਂ ਕਰਨ ਲੱਗ ਜਾਂਦਾ। ਐਸਾ ਕੁਝ ਵੀ ਨਹੀਂ ਹੁੰਦਾ। ਜਿਹੜੇ ਗਿਫਟਡ ਲਰਨਰ ਹੁੰਦੇ ਨੇ ਨਾ, ਜੇ ਮੰਨ ਲਓ ਤੁਸੀਂ ਉਹਨਾਂ ਨੂੰ ਕਲਾਸ ਦੇ ਵਿੱਚ ਨਾਰਮਲ ਐਕਟੀਵਿਟੀਜ਼ ਕਰਾਓਗੇ ਜਿਹੜੇ ਬਾਕੀ ਬੱਚਿਆਂ ਨੂੰ ਕਰਾ ਰਹੇ ਹੋ, ਤਾਂ ਉਹ ਬੋਰ ਫੀਲ ਕਰ ਸਕਦੇ ਨੇ, ਤੇ ਉਹਨਾਂ ਲਈ ਕਿਉਂਕਿ ਉਹ ਐਕਟੀਵਿਟੀ ਜ਼ਿਆਦਾ ਚੈਲੰਜਿੰਗ ਨਹੀਂ ਹੋਣਗੀਆਂ। ਤਾਂ ਦੇਖਦੇ ਹਾਂ ਉਹਨਾਂ ਨੇ ਕੀ ਕਰਨਾ ਚਾਹੀਦਾ। ਅਗਲੇ ਕੁਐਸਚਨ 'ਚ ਇਹੀ ਪੁੱਛਿਆ ਗਿਆ। A few students in your class are exceptionally bright, same as bright students, you will teach them। ਤੁਸੀਂ ਉਹਨਾਂ ਨੂੰ ਕਿੱਦਾਂ ਪੜਾਓਗੇ? ਕਲਾਸ ਦੇ ਨਾਲ ਹੀ ਪੜਾ ਦੋਗੇ, ਜਾਂ along with higher class ਪੜਾ ਦੋਗੇ, ਜਾਂ by using enriched program, ਜਾਂ only when they want। ਤਾਂ ਬਿਲਕੁਲ ਸਿੰਪਲ, ਤੁਸੀਂ ਇਹ ਵਾਲਾ ਆਪਸ਼ਨ ਆਰਾਮ ਨਾਲ ਟਿਕ ਲਗਾ ਸਕਦੇ ਹੋ। ਤੁਸੀਂ ਉਹਨਾਂ ਨੂੰ ਇਨਰਿਚ ਪ੍ਰੋਗਰਾਮ, ਜਿਹਦੇ ਵਿੱਚ ਸਾਰੀ ਤਰ੍ਹਾਂ ਦੀ ਐਕਟੀਵਿਟੀਜ਼ ਨੂੰ ਤੁਸੀਂ ਇਨਕਲੂਡ ਕਰੋਗੇ। ਠੀਕ ਹੈ ਜੀ, ਉਹਨਾਂ ਨੂੰ ਵਿਜ਼ੂਅਲ ਆਡੀਓ ਵਿਜ਼ੂਅਲ ਏਡਸ ਨਾਲ ਪੜਾਓਗੇ, ਉਹਨਾਂ ਨੂੰ ਲੈਬ ਵਰਕ ਦੋਗੇ, ਮਤਲਬ ਇੱਕ ਤਰ੍ਹਾਂ ਨਾਲ ਫੁੱਲ ਪੈਕੇਜ ਕਹਿ ਸਕਦੇ ਹਾਂ ਆਪਾਂ। ਇਨਰਿਚ ਪ੍ਰੋਗਰਾਮ ਨਾਲ ਤੁਸੀਂ ਉਹਨਾਂ ਨੂੰ ਪੜਾਓਗੇ ਸੋ ਦੈਟ ਦੇ ਡੋਂਟ ਫੀਲ ਬੋਰ, ਉਹ ਬੋਰ ਨਾ ਫੀਲ ਕਰ। ਠੀਕ ਹੈ ਜੀ, ਅੱਗੇ ਚੱਲਦੇ ਹਾਂ। ਅ ਪ੍ਰੋਬਲਮ ਚਾਈਲਡ। ਦੇਖੋ, ਇਸ ਕੁਐਸਚਨ ਨੂੰ ਸਮਝਣ ਦੇ ਵਿੱਚ ਹੀ ਬੱਚੇ ਕਾਫੀ ਗਲਤੀ ਕਰ ਦਿੰਦੇ ਨੇ। ਪ੍ਰੋਬਲਮ ਨੂੰ ਪ੍ਰੋਬਲਮ ਸਮਝ ਲੈਣਗੇ, ਫਿਜ਼ੀਕਲ ਕਈ ਬੱਚੇ ਲਗਾ ਦੇਣਗੇ, ਕਈ ਹੈਰੀਡਿਟੀ ਲਗਾ ਦੇਣਗੇ, ਕਈ IQ ਲਗਾ ਦੇਣਗੇ। ਦੇਖੋ, ਪ੍ਰੋਬਲਮ ਚਾਈਲਡ ਮਤਲਬ ਵਿਗੜਿਆ ਹੋਇਆ ਬੱਚਾ। ਵਿਗੜੇ ਹੋਏ ਬੱਚੇ ਕਦੋਂ ਹੁੰਦੇ ਨੇ? ਜਦੋਂ ਮਾਤਾ ਪਿਤਾ ਦਾ ਲਾਡ ਪਿਆਰ ਬਹੁਤ ਜ਼ਿਆਦਾ ਮਿਲਦਾ ਹੈ, ਮਾਂ-ਬਾਪ ਉਹਨਾਂ ਦੀ ਗਲਤੀਆਂ ਨੂੰ ਇਗਨੋਰ ਕਰਦੇ ਨੇ, ਤਾਂ ਬੱਚੇ ਵਿਗੜ ਹੀ ਜਾਂਦੇ ਨੇ। ਸੋ ਆਪਾਂ ਕਹਾਂਗੇ ਪੈਂਪਰਿੰਗ ਗਾਰਡੀਅਨ, ਪੈਂਪਰਿੰਗ, ਜੋ ਬੱਚਿਆਂ ਨੂੰ ਬਹੁਤ ਲਾਡ ਪਿਆਰ ਕਰਦੇ ਨੇ, ਸੋ ਬੱਚੇ ਵਿਗੜ ਜਾਂਦੇ ਨੇ। ਠੀਕ ਹੈ ਜੀ, ਸੋ ਡਿਸਿਪਲਿਨ ਇਜ਼ ਵੈਰੀ ਵੈਰੀ ਇੰਪੋਰਟੈਂਟ। ਅੱਗੇ ਦੇਖਾਂਗੇ, ਵਿਚ ਫਰੋਮ ਦਾ ਫੋਲੋਇੰਗ ਸ਼ੁੱਡ ਬੀ ਯੂਜ਼ਡ ਟੂ ਡਿਕਰੀਜ਼ ਮਾਈਨਰ ਇਨਐਪਰੋਪ੍ਰੀਏਟ ਬਿਹੇਵੀਅਰ। ਮਤਲਬ ਬੱਚਾ ਕੋਈ ਮਾਈਨਰ ਛੋਟੀ ਮੋਟੀ ਗਲਤੀਆਂ ਕਰ ਰਿਹਾ ਕਲਾਸ ਦੇ ਵਿੱਚ, ਤਾਂ ਇੱਕ ਟੀਚਰ ਹੈ
उसनूं की करना चाहिए, उसकी प्रेज करनी चाहिए या रिवॉर्ड करना चाहिए, स्ट्रिक्ट या इग्नोर कर देना चाहिए। तो सिंपल है, जे अगर छोटी मोटी गलती कर रहा है इग्नोर कर दो। क्यों इग्नोर कर दो? देखो जो छोटी छोटी गल भी टोकोगे ना, बच्चे जिद्दी ढीठ बनते जाते हैं, ठीक है। सो इसलिए इस चीज़ों तो अपने बचना है। अगे द कंक्लूजन ऑफ डिडक्टिव आर्गूमेंट, वेरी वेरी इंपॉर्टेंट क्वेश्चन है और बहुत जगह गलत आंसर तुहानूं देखने मिलेगा। सिंपल देखियो, डिडक्टिव आर्गूमेंट अगर तुसीं ने पढ़ना होए ना, तो डिडक्टिव आर्गूमेंट गूगल ते ना एक बारी पढ़ियो खुद तो भी, कोई मीनिंग ना समझ आएगा ना तो गूगल ते पढ़ लिया करो, ठीक है। ते एक हुंदी है इंडक्टिव आर्गूमेंट। अगे इंडक्टिव ते डिडक्टिव दा भी मैं तुहानूं अगे समझाऊंगी इसदा मतलब की है, ठीक है। ते डिडक्टिव दे जिहड़ा आर्गूमेंट दा जिहड़ा कंक्लूजन होएगा ना, हमेशा होएगा सर्टेन, याद रखियो सर्टेन, ठीक है। और इंडक्टिव आर्गूमेंट दा होएगा प्रोबेबल, ठीक है। ये याद रखियो, पेपर तुहानूं वैसे आया सी डिडक्टिव आर्गूमेंट दा कंक्लूजन क्या सर्टेन। सर्टेन दा मतलब हुंदा है श्योर, प्रोबेबल दा मतलब हुंदा है शायद, ठीक है। सिंपल जी गल है। रूसो एडवोकेटेड एन एजुकेशनल मेथड विद कंसिस्टिंग ऑफ रिमूविंग द चाइल्ड फ्रॉम। देखो ਆਪਾਂ वैसे साइकोलॉजी च पढ़ते हैं कि बच्चे ਨੂੰ बर्डन तो दूर रखो फलान फलान, तो सारे बच्चे बर्डन लगा देंगे, पर वो ये देखो भी रूसो ने की कहा है। रूसो ने कहा है भी ऐसा एजुकेशन मैथड अपनाओ जिहदे विच बच्चे ਨੂੰ कित्थों रिमूव करना है, सोसाइटी तो। मतलब सोसाइटी कुछ भी हो सकती है, ਉਹਦੀ कंट्री, होम है ना, ਉਹਨੂੰ सोसाइटी तो दूर कर दो ਤੇ ਉਹਨੂੰ प्रॉब्लम्स दो, जिवें ਆਪਾਂ दे दो पजल देतियां, ठीक है, ते ए सॉल्व कर ली दो तां ਉਹਦੀ एजुकेशन होएगी। सिंपल जी गल है। अ प्रायरी नॉलेज इज अ नॉलेज दैट इज नॉन इंडिपेंडेंटली। प्रायरी नॉलेज देखो की हुंदी है, हुण समझ लो प्रायरी नॉलेज हुंदी है अ नॉलेज, बाकी बोल देंदी अ नॉलेज जो चीज़ां ਨੂੰ बिना किसी एक्सपीरियंस तो ही ट्रू मान लैंदी। जिवें ਆਪਾਂ मैथ ਦੇ ਵਿੱਚ मैं फार्मूला ला ਦਾਂ a + b ਦੀ 2 इज इक्वल टू, है ना, ਆਪਾਂ ਨੂੰ ਪਤਾ ਹੈ a ਦੀ 2 + b ਦੀ 2 + 2ab, ਇਹ ਫਾਰਮੂਲਾ ਹੈ, ਆਪਾਂ ਨੂੰ ਮੈਥ ਦੇ ਵਿੱਚ ਪਤਾ ਸੀਗਾ, ਜੋ 6ਵੀਂ 6ਵੀਂ ਚ ਆ ਜਾਂਦਾ ਹੈ ਵਾਲਾ ਫਾਰਮੂਲਾ, ਤੇ ਆਪਾਂ ਨੂੰ ਐਜ਼ ਇਟ ਇਜ਼ ਮੰਨ ਲਿਆ, ਠੀਕ ਹੈ। ਇਹਦੇ ਵਿੱਚ ਆਪਾਂ ਨੇ ਕੋਈ ਐਕਸਪੈਰੀਮੈਂਟ ਤਾਂ ਨਹੀਂ ਕਰਕੇ ਦੇਖਿਆ। ਪ੍ਰਾਇਰੀ ਨੌਲੇਜ ਉਹੀ ਨੌਲੇਜ ਹੁੰਦੀ ਹੈ ਜਿਸ ਜੋ ਉਹ ਨੌਲੇਜ ਬਿਨਾਂ ਕਿਸੇ ਐਕਸਪੀਰੀਅੰਸ ਤੋਂ ਚੀਜ਼ਾਂ ਨੂੰ ਟਰੂ ਮੰਨ ਲੈਂਦੀ ਹੈ, ठीक है। सो दैट इज नॉट इंडिपेंडेंट ऑफ एक्सपीरियंस। ਹੁਣ ਤੁਹਾਨੂੰ ਪੱਕਾ ਯਾਦ ਰਹੂਗਾ ਕਿ ਪ੍ਰਾਇਰੀ ਨੌਲੇਜ ਕੀ ਹੁੰਦੀ ਹੈ। ਪੋਸਟੀਰੀਅਰ ਨੌਲੇਜ ਬਿਲਕੁਲ ਉਹਦਾ ਆਪੋਜ਼ਿਟ ਹੈ। ਪੋਸਟੀਰੀਅਰ ਨੌਲੇਜ ਉਹ ਹੋਏਗੀ ਜਿਹਦੇ ਵਿੱਚ ਐਕਸਪੀਰੀਅੰਸ ਦੀ ਲੋੜ ਪਏਗੀ। ਬਾਅਦ ਵਾਲੀ ਨੌਲੇਜ ਜਿਵੇਂ ਕਿ ਆਪਾਂ ਸਾਇੰਸ ਦੇ ਆਪਾਂ ਫੈਕਟਸ ਨੂੰ मतलब एस्टैब्लिश करते हैं लैब ਦੇ ਵਿੱਚ ਜਾਂ ਕੁਝ ਵੀ ਕਰਕੇ, ठीक है जी। ਇਹ ਸਭ अकॉर्डिंग टू जॉन लॉक अ child's mind does not contain any, मतलब जॉन लॉक ਹੋਏ ਨੇ ਸਾਈਕੋਲੋਜਿਸਟ, ਉਹਨਾਂ ਦਾ ਮੰਨਣਾ ਹੈ ਕਿ ਬੱਚੇ ਦਾ ਜਿਹੜਾ ਦਿਮਾਗ ਹੈ ਉਹਦੇ ਵਿੱਚ ਕੀ ਨਹੀਂ ਹੁੰਦਾ, ਮੈਮਰੀ, ਇਮੇਜਿਨੇਸ਼ਨ, ਆਬਜ਼ਰਵੇਸ਼ਨ ਜਾਂ ਇਨੇਟ ਆਈਡੀਆਜ਼। ਸਿੰਪਲ ਹੈ, ਜੌਨ ਲੋਕ ਨੇ ਕਿਹਾ ਕਿ ਬੱਚੇ ਦੇ ਕੋਲ ਆਪਣੇ ਕੋਈ ਇਨੇਟ ਆਈਡੀਆਜ਼ ਨਹੀਂ ਹੁੰਦੇ। ਜੌਨ ਲੋਕ ਦੇ ਅਕੋਰਡਿੰਗਲੀ ਵੈਰੀ ਵੈਰੀ ਇੰਪੋਰਟੈਂਟ ਟਰਮ ਦੱਸਿਆ, ਬੱਚਾ ਕੀ ਹੈ, ਟੈਬੂਲਾ ਰਾਸਾ ਹੈ। ਟੈਬੂਲਾ ਰਾਸਾ ਦਾ मतलब है ਐਮਪਟੀ ਵੈਸਲ ਹੈ, ठीक है। ਐਮਪਟੀ ਵੈਸਲ ਹੈ, ਬੱਚੇ ਦਾ ਆਪਣਾ ਕੋਈ ਦਿਮਾਗ ਨਹੀਂ ਹੈ। ਬੱਚਾ ਇੱਕ ਆਪਾਂ ਕਹਿ ਲਓ ਇੱਕ ਖਾਲੀ देखो मेरी ड्राइंग माड़ी मोटी अच्छी बन जाए, घड़ा है, ठीक है। ये टीचर है, मतलब इत्थे मान लो टीचर खड़ी है, ये बस ਉਹਦੇ ਵਿੱਚ ਭਰ ਰਹੀ है, ठीक है। सो ਇਹ जॉन लॉक ਮੰਨਦੇ ਨੇ, ठीक है। बट अगर ਆਪਾਂ ਪਿਆਜੇ, ਵਿਗੋਸਕੀ ਦੀ ਗੱਲ ਕਰੀਏ, ਬਰੂਨਰ ਦੀ ਗੱਲ ਕਰੀਏ, ਉਹ ਕਹਿੰਦੇ ਵੀ ਬੱਚਾ ਤਾਂ ਕੰਸਟਰਕਟਿਵਿਸਟ ਹੈ, ਆਪਣੀ ਨੌਲੇਜ ਨੂੰ ਆਪ ਬਣਾਉਂਦਾ ਹੈ, ठीक है। ਸੋ ਅੱਗੇ ਆਪਾਂ ਦੇਖਾਂਗੇ ਉਹਨਾਂ ਦੀ ਵੀ ਥਿਊਰੀ। ਅੱਗੇ ਦੇਖੋ ਐਪਲੀਕੇਸ਼ਨ ਆਫ ਆਈਡੀਆਜ਼, ਨੌਲੇਜ एंड स्किल्स टू अचीव द डिजायर रिजल्ट। किसी भी चीज ਨੂੰ ਆਪਾਂ ਕੋਈ ਮੰਨ ਲਓ ਆਪਣੇ ਕੋਲ ਇੱਥੇ ਪ੍ਰੋਬਲਮ ਹੈ, ठीक है, तो लिख लिया मैं, ਆਪਾਂ ਸਾਰੇ ਆਪਣੇ ਆਈਡੀਆਜ਼ ਲਾਤੇ, ਸਾਰੀ ਆਪਣੀ ਨੌਲੇਜ ਲਾਤੀ, ਸਕਿੱਲ ਲਾਤੀ, ਉਸ ਆਪਣਾ ਇੱਕ ਰਿਜ਼ਲਟ ਤੇ ਪਹੁੰਚਣ। ਰਿਜ਼ਲਟ ਕੀ ਹੈ? ਰਿਜ਼ਲਟ ਹੈ ਸੋਲੂਸ਼ਨ, ठीक है। ਉਸ ਨੂੰ ਆਪਾਂ ਕਹਾਂਗੇ, ਸਿੰਪਲ ਜੀ ਗੱਲ ਹੈ, ਉਸ ਨੂੰ ਆਪਾਂ ਕਹਾਂਗੇ ਪ੍ਰੋਬਲਮ ਸੋਲਵਿੰਗ, ठीक है जी। According to Robert Sternberg, the 3 different types of required intelligence for creativity are। तो ਤੁਹਾਨੂੰ ਪਤਾ ਹੋਣਾ ਚਾਹੀਦਾ, ਜੇ ਤੁਹਾਨੂੰ ਪਤਾ ਹੋਏਗਾ, ਪੜ੍ਹੀ ਹੋਏਗੀ ਸਟੈਨਬਰਗ ਦੀ ਥਿਊਰੀ, ਟ੍ਰਾਈਆਰਕਿਕ ਥਿਊਰੀ ਹੈ ਇਹਨਾਂ ਦੀ, ਜਿਹਦੇ ਵਿੱਚ ਇਹਨਾਂ ਨੇ 3 ਟਰਮ ਦਿੱਤੀਆਂ ਨੇ। ਐਨਾਲਿਟੀਕਲ, ਕ੍ਰੀਏਟੀਵਿਟੀ ਦੇ ਲਈ, ਵੀ ਕ੍ਰੀਏਟੀਵਿਟੀ ਦੇ ਲਈ ਤੁਹਾਨੂੰ ਕਿਹੜੀ ਇੰਟੈਲੀਜੈਂਸ ਦੀ ਜ਼ਰੂਰਤ ਹੈ, ਐਨਾਲਿਟੀਕਲ, ਕ੍ਰੀਏਟਿਵ ਤੇ ਪ੍ਰੈਕਟੀਕਲ। ਇਹਦੇ ਹੋਰ ਵੀ ਨਾਮ ਨੇ, ਅਗਰ ਮੈਂ ਗੱਲ ਕਰਾਂ ਜਿਵੇਂ ਇਹਦੇ ਡਿਫਰੈਂਟ ਨਾਮ ਨੇ, 3 ਹੋਰ ਨੇ, ਜਿਵੇਂ ਕੰਪੋਨੈਂਸ਼ਨਲ, ਕੰਟੈਕਸਚੁਅਲ, ਐਵੇਂ ਕੁਝ ਕਰਕੇ ਇਹਨਾਂ ਦੇ ਨਾਮ ਨੇ। ਤਾਂ 3 ਅਲੱਗ ਵੀ ਨਾਮ ਹੈਗੇ ਨੇ, ਉਸ ਇੱਕ ਵਾਰੀ ਚੈੱਕ ਕਰਿਓ ਟ੍ਰਾਇਆਰਕੀ ਥਿਊਰੀ ਸਟਰਨਬਰਗ ਦੀ, ਤੁਹਾਨੂੰ ਪਤਾ ਲੱਗ ਜਾਏ। ਇਹ ਕ੍ਰਿਟੀਕਲ ਨਹੀਂ ਹੈ, ਪੇਪਰ ਵਿੱਚ ਮਿਸਪ੍ਰਿੰਟ ਹੋਇਆ ਸੀ ਇਹ, ਤਾਂ ਇੱਥੇ ਤੁਸੀਂ ਆਰਾਮ ਨਾਲ ਕਰ ਸਕਦੇ ਹੋ। ਕ੍ਰੀਏਟਿਵ,
एनालिटिकल क्रिएटिव ते प्रैक्टिकल स्किल जिहदे कोल हैगियां ने वो बंदा क्रिएटिव होगा, मतलब ओदी इंटैलीजेंस ने रिक्वायर्ड इंटैलीजेंस उन्हें चाहिए ने क्रिएटिविटी वास्ते। किन्ने किया है स्टनबर्ग ने ट्रायआर्की थ्योरी दे विच। ठीक है, आगे चलते हैं। ठीक है, अगला क्वेश्चन देखो 29 द कनेक्शन बिटवीन स्टिमुलस ते रिस्पांस की है। सिंपल है, स्टिमुलस रिस्पांस बॉन्ड ਇਹ ਤੁਸੀਂ ਪੜਿਆ ਹੀ ਹੋਏਗਾ, ਥੋਂਡਾਈਕ ਦੀ ਥਿਊਰੀ ਪੜ੍ਹੀ ਹੋਏਗੀ ਤੁਸੀਂ ਨੇ, ਉਸ ਤੋਂ ਬਾਅਦ BF ਸਕਿਨਰ ਪੜ੍ਹੇ ਹੋਣਗੇ। ਠੀਕ ਹੈ, ਉਸ ਜਿਸ ਉਹਨਾਂ ਨੇ ਗੱਲ ਕੀਤੀ ਹੈ ਇਹੀ ਆਪਣਾ ਰੀਇਨਫੋਰਸਮੈਂਟ ਦੀ ਤੇ ਕਲਾਸੀਕਲ ਥਿਊਰੀ ਦੀ ਗੱਲ ਕੀਤੀ ਹੈ ਹਨਾ, ਓਪਰੈਂਟ ਥਿਊਰੀ ਦੀ ਗੱਲ ਕੀਤੀ ਹੈ, ਓਪਰੈਂਟ ਕੰਡੀਸ਼ਨਿੰਗ, ਕਲਾਸੀਕਲ ਕੰਡੀਸ਼ਨਿੰਗ ਦੇ ਵਿੱਚ ਇਹ ਸਾਰੀ ਥਿਊਰੀਜ਼ ਤੁਸੀਂ ਇੱਕ ਵਾਰੀ ਪੇਪਰ ਤੋਂ ਪਹਿਲੇ ਜ਼ਰੂਰ ਪੜ੍ਹ ਲਓ, ਥੋਂਡਾਈਕ BF ਸਕਿਨਰ ਵਗੈਰਾ ਸਾਰਾ ਕੁਝ। ਠੀਕ ਹੈ ਜੀ। The dash the stimulus response for the better the person has learned the lesson। ਹੁਣ ਤੁਹਾਨੂੰ ਇੱਕ ਚੀਜ਼ ਮੈਂ ਇੱਥੇ ਥੋੜਾ ਦੱਸਾਂਗੀ, BF ਸਕਿਨਰ ਹੋ ਗਏ ਜਾਂ ਥੋਂਡਾਈਕ ਹੋ ਗਏ, they basically emphasize on habit formation ਤੇ ਉਹਨਾਂ ਨੇ ਜ਼ਿਆਦਾ ਜ਼ੋਰ ਦਿੱਤਾ ਤੇ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੇ ਸਟਿਮੂਲਸ ਦਿੱਤੇ, ਰੀਇਨਫੋਰਸਮੈਂਟਸ ਵਗੈਰਾ ਕਰਕੇ ਉਹਨਾਂ ਨੇ ਸਟਿਮੂਲਸ ਰਿਸਪੌਂਸ ਬੌਂਡ ਮਤਲਬ ਜਿਹੜਾ ਦਿਖਾ ਰਹੇ ਨੇ ਉਹਦੇ ਵਿੱਚ ਕਹਿੰਦੇ ਨੇ the better a person has learned the lesson, ਜਿਹਦੇ ਵਿੱਚ ਮੈਂ ਤੁਹਾਨੂੰ ਪਾਵਲੋਵ ਦੀ ਸੱਚ ਥਿਊਰੀ ਹੈ ਇੱਕ, ਪਾਵਲੋਵ ਦੇ ਵਿੱਚ ਜਿਹਦੇ ਪਾਵਲੋਵ ਚ ਡੌਗ ਨੂੰ ਜਦੋਂ ਫੂਡ ਦਿੱਤਾ ਜਾਂਦਾ ਹੈ ਤਾਂ ਉਹਦੇ ਨਾਲ ਬੈਲ ਇੱਕ ਕੰਡੀਸ਼ਨ ਸਟਿਮੂਲਸ ਅਟੈਚ ਕੀਤਾ ਜਾਂਦਾ ਹੈ। ਠੀਕ ਹੈ, ਤੇ ਇਸ ਤਰ੍ਹਾਂ ਉਹ ਡੌਗ ਦੀ ਇੱਕ ਹੈਬਿਟ ਬਣਾ ਦਿੰਦੇ ਨੇ ਜਿਹਦੇ ਨਾਲ ਡੌਗ ਦਾ ਸਲਾਈਵਾ ਆਉਂਦਾ ਜਦੋਂ ਵੀ ਉਹ ਬੈਲ ਸੁਣਦਾ। ਠੀਕ ਹੈ, ਤਾਂ ਸਟਿਮੂਲਸ ਰਿਸਪੌਂਸ ਬੌਂਡ ਮਤਲਬ ਜਦੋਂ ਹੀ ਸਟਿਮੂਲਸ ਦਿੱਤਾ ਜਾਏਗਾ ਉਦੋਂ ਹੀ ਰਿਸਪੌਂਸ ਆਏਗਾ। ਇਹਦਾ ਮਤਲਬ ਇਹ ਹੈ ਕਿ ਪਰਸਨ ਨੇ ਲਰਨ ਕਰ ਲਿਆ ਲੈਸਨ ਚ, ਇਹ ਥਿਊਰੀ ਇੱਥੇ ਕੰਮ ਆਉਂਦੀ ਹੈ। ਯਾਨੀ ਕਿ ਜਿੰਨਾ ਜ਼ਿਆਦਾ ਸਟਰੋਂਗਰ ਰਿਲੇਸ਼ਨ ਹੋਏਗਾ ਸਟਿਮੂਲਸ ਰਿਸਪੌਂਸ ਦੇ ਵਿੱਚ ਉਹਨਾਂ ਮਤਲਬ ਆਪਾਂ ਨੂੰ ਸਮਝ ਆ ਜਾਏਗਾ ਕਿ ਬੰਦੇ ਨੇ ਲੈਸਨ ਸਿੱਖ ਲਿਆ। ਹੁਣ ਜਿਵੇਂ ਪਹਿਲੇ ਤਾਂ ਫੂਡ ਆਉਂਦਾ ਸੀ, ਦੇਖੋ ਫੂਡ ਇੱਕ ਅਨਕੰਡੀਸ਼ਨਡ ਸਟਿਮੂਲਸ ਸੀਗਾ ਜੋ ਆਪਾਂ ਡੌਗ ਨੂੰ ਦਿੰਦੇ ਸੀਗੇ, ਸਲਾਈਵਾ ਆ ਜਾਂਦਾ ਸੀ ਡੌਗ ਦਾ। ਠੀਕ ਹੈ, ਉਹ ਇੱਕ ਅਨਕੰਡੀਸ਼ਨਡ ਰਿਸਪੌਂਸ ਸੀਗਾ। ਫਿਰ ਆਪਾਂ ਫੂਡ ਦੇ ਨਾਲ ਬੈਲ ਅਟੈਚ ਕਰਤੀ। ਠੀਕ ਹੈ, ਫਿਰ ਹੁਣ ਇਹ ਇੱਕ ਕੰਡੀਸ਼ਨਡ ਸਟਿਮੂਲਸ ਸੀਗਾ, ਇੱਥੋਂ ਫਿਰ ਕੱਲੀ ਬੈਲ ਹੀ ਵਧੀ ਸੀ, ਫੂਡ ਵੀ ਨਹੀਂ ਸੀ ਆਉਂਦਾ ਤਾਂ ਵੀ ਡੌਗ ਸਲਾਈਵਾ ਆ ਜਾਂਦਾ ਸੀ, ਤਾਂ ਇੱਕ ਕੰਡੀਸ਼ਨਡ ਰਿਸਪੌਂਸ ਆਪਾਂ ਨੂੰ ਮਿਲਣ ਲੱਗ ਗਿਆ ਸੀ। ਯਾਨੀ ਕਿ ਆਪਾਂ ਨੇ ਡੌਗ ਦੀ ਹੈਬਿਟ ਫਾਰਮੇਸ਼ਨ ਕਰਤੀ ਸੀ। ਠੀਕ ਹੈ ਜੀ। ਅੱਗੇ ਦੇਖੋ ਥਿੰਕਿੰਗ ਪ੍ਰੋਸੈਸ ਇਨਵੋਲਵਡ ਇਨ, ਚੈੱਕ ਕਰ ਲਈ ਸਾਰਾ ਕੁਝ ਚੱਲ ਰਿਹਾ ਹੈ। ठीक है, चलो the thinking process involved in producing an idea or concept that is new। देखो new ਦੀ ਗੱਲ ਕੀਤੀ ਹੈ ਕਿ ਉਹ ਸੋਚ ਜਿਹਦੇ ਵਿੱਚ ਆਪਾਂ ਇੱਕ ਨਵਾਂ ਰੀਜਨਲ ਯੂਨੀਕ ਯੂਜ਼ਫੁਲ ਆਈਡੀਆ concept ਪ੍ਰੋਡਿਊਸ ਕਰ ਰਹੇ ਹਾਂ, ਉਹਨੂੰ ਆਪਾਂ ਕੀ ਕਵਾਂਗੇ। ਤਾਂ ਬਿਲਕੁਲ ਸਿੰਪਲ ਹੈ ਬੱਚੇ, ਇਹ ਤੁਹਾਨੂੰ ਪਤਾ ਵੀ ਹੋਣਾ ਚਾਹੀਦਾ। ਕ੍ਰੀਏਟੀਵਿਟੀ, ਕਈ ਬੱਚੇ ਇਨੋਵੇਸ਼ਨ ਲਾ ਦੇਣਗੇ, ਪਰ ਇਨੋਵੇਸ਼ਨ ਹੁੰਦਾ ਵੀ ਕ੍ਰੀਏਟੀਵਿਟੀ ਚ ਜਿਹੜੇ ਆਈਡੀਆਜ਼ ਲੱਭੇ ਨੇ ਤੁਸੀਂ ਨਵੇਂ, ਉਹਨਾਂ ਨੂੰ ਇੱਥੇ ਇਸਟੈਬਲਿਸ਼ ਕੀਤਾ ਜਾਂਦਾ ਹੈ। ਆਈ ਕੈਨ ਸੇ ਦੈਟ, ਸੌਰੀ, ਇਸਟੈਬਲਿਸ਼ ਤੁਸੀਂ ਕਰ ਸਕਦੇ ਹੋ। ਥੋੜਾ ਜਿਹਾ ਅੱਜ ਪੈਨ ਥੋੜਾ ਨਵਾਂ ਹੈ ਤਾਂ ਉਸ ਕਰਕੇ ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈ। तो बस ਤੁਸੀਂ ਸਮਝ ਹੀ ਗਏ ਹੋ ਨਾ ਕਿ ਇਸਟੈਬਲਿਸ਼ ਇਨੋਵੇਸ਼ਨ ਜਿਵੇਂ ਆਪਾਂ ਕਰਦੇ ਹਾਂ। ਠੀਕ ਹੈ ਜੀ, ਕ੍ਰੀਏਟੀਵਿਟੀ ਹੈ ਨਵੇਂ ਓਰੀਜਨਲ ਤੇ ਯੂਜ਼ਫੁਲ ਆਈਡੀਆਜ਼ ਨੂੰ ਲੱਭਣ। ਚਲੋ ਅੱਗੇ ਚੱਲਦੇ ਹਾਂ। ਅਕੋਰਡਿੰਗ ਟੂ NCF ਦ ਰੋਲ ਆਫ ਟੀਚਰ, ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ, ਕਈ ਵਾਰੀ ਆਇਆ ਪੇਪਰ ਦੇ ਵਿੱਚ। ਸਿੰਪਲ ਤੁਸੀਂ ਯਾਦ ਰੱਖੋਗੇ, ਫੈਸਿਲੀਟੇਟਰ ਹੈ, ਟੀਚਰ ਇੱਕ ਗਾਈਡ ਹੈ। ਟੀਚਰ ਇੱਕ ਗਾਈਡ ਦੇ ਤੌਰ ਤੇ ਕੰਮ ਕਰੇਗਾ, ਬੱਚੇ ਨੂੰ ਦਿਸ਼ਾ ਦਿਖਾਏਗਾ, ਉਹਦੀ ਐਜੂਕੇਸ਼ਨ ਲਰਨਿੰਗ ਨੂੰ ਫੈਸਿਲੀਟੇਟ ਕਰੇਗਾ। ਠੀਕ ਹੈ ਜੀ, ਉਹ ਫੈਸਿਲੀਟੇਟਰ ਹੈ, ਕੋਈ ਡਿਕਟੇਟਰ ਨਹੀਂ ਹੈ ਵੀ ਬਸ ਬੈਂਚ ਤੇ ਖੜਾ ਹੋ ਕੇ ਮਤਲਬ ਸਟੇਜ ਤੇ ਖੜਾ ਹੋ ਕੇ ਬਸ ਆਪਣਾ ਲੈਕਚਰ ਦਿੱਤਾ, ਅਥਾਰਟੀ ਦਿਖਾਈ ਉਸਨੇ। नो, ऐसा कुछ नहीं है। या फिर परमिसिव है, परमिसिव ਹੁੰਦਾ ਹੈ ਉਸਨੂੰ ਕਿਸੇ ਦਾ ਕੋਈ ਧਿਆਨ ਨਹੀਂ, ਬੱਚਾ ਕੋਈ ਕੁਝ ਮਰਜ਼ੀ ਕਰੇ, ऐसा कुछ नहीं है। ਬਿਲਕੁਲ ਐਕਟਿਵ ਹੋ ਕੇ ਉਹਨਾਂ ਨੂੰ ਫੈਸਿਲਿਟੀਜ਼ ਪ੍ਰੋਵਾਈਡ ਕਰੇਗਾ ਸੋ ਦੈਟ ਬੱਚਿਆਂ ਨੂੰ ਇੱਕ ਇਨਵਾਇਰਨਮੈਂਟ ਕ੍ਰੀਏਟ ਕਰੇਗਾ। ਜਿਹੜੀ ਮੈਂ ਗੱਲਾਂ ਦੱਸ ਰਹੀ ਹਾਂ ਤੁਹਾਡੇ ਬਹੁਤ ਕੰਮ ਆਉਣ ਵਾਲੀ ਹੈ, ਇਨਵਾਇਰਨਮੈਂਟ ਕ੍ਰੀਏਟ ਕਰੂਗਾ। ਠੀਕ ਹੈ ਜੀ, ਇਹ ਚੀਜ਼ਾਂ ਯਾਦ ਰੱਖੋ। Having a diverse classroom with varied social children from economic and cultural background
enriches the learning experience of all students. This statement is बिल्कुल देखो डाइवर्स की है क्लासरूम, डाइवर्स मतलब ਵੱਖ-ਵੱਖ ਆਪਾਂ ਕਹਿ ਲਈਏ ਸੱਭਿਆਚਾਰਕ ਪਿਛੋਕੜ ਤੋਂ ਆਰਥਿਕ ਪਿਛੋਕੜ ਤੋਂ ਬੱਚੇ ਆਉਂਦੇ ਨੇ, ਉਹ ਸਾਰੇ ਵਿਦਿਆਰਥੀ ਸਿੱਖਣ ਦੇ ਜਿਹੜੇ ਤਜਰਬੇ ਨੇ ਉਹਨਾਂ ਨੂੰ ਵਧਾਉਂਦੇ ਨੇ। ਤਾਂ ਇਹ ਸਟੇਟਮੈਂਟ ਕੀ ਹੈ? ਇਨਕਰੈਕਟ ਹੈ ਕਿਉਂਕਿ ਇਸ ਨਾਲ ਬੱਚਾ ਕਨਫਿਊਜ਼ ਹੋ ਸਕਦਾ ਹੈ। ਕਰੈਕਟ ਹੈ ਕਿਉਂਕਿ ਬੱਚਾ ਬਹੁਤ ਸਾਰੇ ਨਵੇਂ ਗੁਣ ਸਿੱਖਦਾ, ਸਕਿੱਲ ਸਿੱਖਦਾ, ਨਿਪੁੰਨਤਾਵਾਂ ਕਹਿ ਸਕਦੇ ਹਾਂ ਆਪਣੇ ਸਾਥੀਆਂ ਤੋਂ। correct है because it makes classroom more hierarchical, या incorrect है because it lead to unnecessary competition। तो सिंपल गल याद रखोगे, it is correct, सही है क्योंकि बच्चा बहुत सारे अलग-अलग तरह दी निपुणतावां बाकी अपने दोस्तां मित्रां तो सिੱਖਦਾ है। वैसे भी ਆਪਾਂ ਨੇ inclusive education ਚ ਆਪਾਂ ਨੇ diverse classroom ਨੂੰ encourage करना है, ठीक है, encourage करना है। कोई भी बच्चा क्लास च आ रहा है ਉਹ ਇੱਕ ਤਰ੍ਹਾਂ ਨਾਲ ਕੁਝ ਲੈ ਕੇ ਹੀ ਆ ਰਿਹਾ ਹੈ, ਮਤਲਬ ਉਸ ਨੂੰ ਐਜ਼ ਐਨ ਓਪਰਚੁਨਿਟੀ ਤੁਸੀਂ ਸਮਝਣਾ ਹੈ, ਐਜ਼ ਐਨ ਓਪਰਚੁਨਿਟੀ ਹੀ ਕੰਸੀਡਰ ਕਰਨਾ ਹੈ ਟੂ ਮੇਕ ਲਰਨਿੰਗ more effective, learning कह लो या teaching, learning effective for students and teaching effective for teachers, learning effective, ठीक है। ये चीज़ें तो मैं जब दस रही है ना बहुत काम आ गया, हिंड्रेंस नहीं समझना उसमें किसी तरीके नाल भी, रुकावट नहीं समझना, ठीक है। आगे चलते हैं। अरेंज द फॉलोइंग कंपोनेंट टीचिंग प्रोसेस इन ऑर्डर, बहुत ही अच्छा क्वेश्चन है। इस जो की कह रहे ने भी इन्हां नू भी टीचर एक लैसन करान तो पहले मतलब केड़े स्टेप फॉलो करदी है। सब तो पहले एक सिलेक्शन करेगी टीचर सब्जेक्ट मैटर दा, नहीं सब तो पहले टीचर करदी है फॉर्मूलेट करदी है ऑब्जेक्टिव्स, फिर टीचर करदी है भी ऑब्जेक्टिव्स उसने की अज प्राप्त करने, बच्चे नू की सिख लैणगे बच्चे एट द एंड ऑफ द ਲੈਕਚਰ। ਫਿਰ ਉਹ ਕਰਦੀ ਹੈ ਸਿਲੈਕਸ਼ਨ ਸਬਜੈਕਟ ਮੈਟਰ ਦੀ, ਉਸ ਤੋਂ ਬਾਅਦ ਪੜਾਉਂਦੀ ਹੈ, ਫਿਰ ਉਸ ਤੋਂ ਬਾਅਦ ਇਵੈਲੂਏਸ਼ਨ ਕਰਦੇ ਆ ਬੱਚਿਆਂ ਦੀ, ਉਸ ਤੋਂ ਬਾਅਦ ਉਹਨਾਂ ਨੂੰ ਫੀਡਬੈਕ ਦਿੰਦੇ ਆ, ਉਹਨਾਂ ਨੂੰ ਦੱਸਦੇ ਆ ਵੀ ਕਿੱਥੇ ਕਮੀਆਂ ਨੇ ਜਾਂ ਉਹਨਾਂ ਦੀ ਕੀ ਸਟਰੈਂਥ ਨੇ, ਠੀਕ ਹੈ। ਸੋ ਆਪਸ਼ਨ ਕਿੱਥੇ ਆ ਰਿਹਾ ਹੈ? ਸੀ ਆਪਸ਼ਨ। ਤਾਂ ਤੁਸੀਂ ਇਹ ਪ੍ਰੋਸੈਸ ਯਾਦ ਰੱਖੋਗੇ ਬੱਚੇ। ਪਹਿਲੇ ਸਭ ਤੋਂ ਪਹਿਲੇ ਫਾਰਮੂਲੇਸ਼ਨ ਹੁੰਦੀ ਹੈ ਆਬਜੈਕਟਿਵਸ ਦੀ, ਅੱਜ ਇਸ ਕਲਾਸ ਤੋਂ ਬੱਚੇ ਕੀ ਸਿੱਖ ਕੇ ਜਾਣਗੇ। ਫਿਰ ਸਬਜੈਕਟ ਮੈਟਰ ਵੀ ਕਿਹੜੇ ਸਬਜੈਕਟ ਨੂੰ ਮੈਂ ਮਤਲਬ ਕਿਹੜਾ ਟੌਪਿਕ ਚੂਜ਼ ਕਰਾਂ ਜਿਸ ਨਾਲ ਬੱਚਿਆਂ ਵਿੱਚ ਇਹ ਵਾਲੀ ਕੁਆਲਿਟੀਜ਼ ਮੈਂ ਦੇਖ ਲਾਂ, ਫਿਰ ਪੜਾਏਗੀ। ਫਿਰ ਉਸ ਤੋਂ ਬਾਅਦ ਇਵੈਲੂਏਸ਼ਨ ਬੱਚਿਆਂ ਦੀ ਸਟਰੈਂਥ ਤੇ ਵੀਕਨੈਸ ਨੂੰ ਜਾਣਨ ਲਈ, ਫਿਰ ਉਹਨਾਂ ਨੂੰ ਫੀਡਬੈਕ ਦਿੱਤਾ ਜਾਏਗਾ। ਠੀਕ ਹੋ ਗਿਆ, ਚਲੋ ਅੱਗੇ ਚੱਲਦੇ ਹਾਂ। ਅੱਗੇ which of the following statement is correct about Jean Piaget theory of cognitive? Jean Piaget ਦੀ ਥਿਊਰੀ ਮੈਨੂੰ ਲੱਗਦਾ ਤੁਸੀਂ ਪੜ੍ਹੀ ਹੋਏਗੀ, ਜਿਹਦੇ ਵਿੱਚ Jean Piaget ਨੇ 4 stages ਦਿੱਤੀਆਂ ਨੇ of development ਦੀਆਂ, cognitive development ਦੀਆਂ, ਜਿਹਨੂੰ ਤੁਸੀਂ ਯਾਦ ਰੱਖ ਸਕਦੇ SPCF। ਸੈਂਸਰੀ ਮੋਟਰ ਹੋ ਗਈ, ਪ੍ਰੀ ਆਪਰੇਸ਼ਨਲ, ਕੰਕਰੀਟ ਤੇ ਫਾਰਮਲ ਆਪਰੇਸ਼ਨਲ ਹੋ ਗਈ, ਠੀਕ ਹੈ। ਇਹ ਤੁਸੀਂ ਯਾਦ ਰੱਖੋਗੇ SPCF ਦੇ ਨਾਲ। ਇਹ ਨਿਮੋਨਿਕ ਹੈ, ਤੁਹਾਨੂੰ ਮੈਂ ਦੱਸਦੀ ਹਾਂ ਕਿ ਕਿਹੜੀ ਚੀਜ਼ ਕਹਿੰਦੇ ਫਿਰ ਸਹੀ ਹੈ। ਸੀਕੁਐਂਸ ਆਫ ਦਾ ਸਟੇਜ ਕੈਨ ਵੇਰੀ ਅਕੋਰਡਿੰਗ ਟੂ ਦ ਕਲਚਰਲ ਕੰਟੈਕਸਟ, ਵੀ ਸੀਕੁਐਂਸ ਉਹ ਵੇਰੀ ਕਰ ਸਕਦਾ ਹੈ। Piaget argue instead of progressing through stages cognitive development is continuous। Piaget ने 5 distinct, बिल्कुल ये तो गलत हो गया ना, 4 दित्तियां ने। A stages invariant है, which means no stage can be skipped। पर यही ऑप्शन देखो बिल्कुल सही है। Piaget ने जो 4 stages दित्ती है, उन्होंने कहना है कि invariant है, can't be changed or skipped। भी ਇਹ ਇਸੇ ਲੈ ਦੇ ਵਿੱਚ ਚੱਲਣਗੀਆਂ, ਮਤਲਬ ਸਟੇजेस ਬਾਈ ਸਟੇजेस, ਕਿਉਂਕਿ ਉਹਨਾਂ ਨੇ ਏਜ ਦੇ ਅਕੋਰਡਿੰਗਲੀ ਇਹ ਦੱਸੀਆਂ ਨੇ, ਠੀਕ ਹੈ। ਜਦੋਂ ਪੜ੍ਹੀਓ ਪਿਆਜੇ ਦੀ ਥਿਊਰੀ ਅਕੋਰਡਿੰਗ ਟੂ ਲੈਵ ਵਿਗੋਸਕੀ। ਲੈਵ ਵਿਗੋਸਕੀ ਨੇ ਕੀ ਦਿੱਤਾ ਆਪਾਂ ਨੂੰ? ਇਹਨਾਂ ਨੇ ਦਿੱਤੀ ਆਪਾਂ ਨੂੰ ਸੋਸ਼ਲ ਕਲਚਰ ਥਿਊਰੀ। ਦੇਖੋ ਮੈਂ ਤਾਂ ਹੀ ਤੁਹਾਨੂੰ ਕਿਹਾ ਸੀ ਵੀ ਇਹ ਕਲਾਸ ਨਾਲ ਤੁਹਾਡੇ ਬਹੁਤ ਸਾਰੇ ਕਨਸੈਪਟ ਕਲੀਅਰ ਕਰ ਦੇਣੇ ਨੇ, ਮੈਂ ਕੁਐਸਚਨ ਤਾਂ ਕਰਨੇ ਹੀ ਕਰਨੇ ਨੇ, ਨਾਲ ਨਾਲ ਸਾਰੇ ਕਨਸੈਪਟ ਵੀ। ਤੇ ਵਿਗੋਸਕੀ ਨੇ ਕਿਹਾ ਹੈ ਕਿ ਲੈਂਗੁਏਜ ਐਂਡ ਥॉट ਆਰ ਇੰਟਰਡਿਪੈਂਡੈਂਟ, ठीक है। ये तुम चीज याद रखोगे। बट आफ्टर एज ऑफ 3 साल तक उन्होंने कहा कि लैंग्वेज थॉट बिल्कुल इंडिपेंडेंट होंगे ने, अलग अलग होंगे, पर 3 साल तो बाद क्या लैंग्वेज थॉट इंटरडिपेंडेंट होंगे ने, एक दूसरे डिपेंड होंगे ने। ते लेव विगोस्की ने समाज ਨੂੰ बहुत ज्यादा महत्ता दी है बच्चे के विकास ਦੇ ਵਿੱਚ, ठीक है। तो देख लेने लेव विगोस्की अनुसार की, ठीक है। चिल्ड्रन लर्न लैंग्वेज फॉर लैंग्वेज एक्विजिशन ड्राइव तो वैसे है नहीं कोई गल, डिवाइस ਦੀ ਗੱਲ ਜ਼ਰੂਰ ਹੋਈ ਸੀ, ਸੌਰੀ डिवाइस ਦੀ ਗੱਲ ਜ਼ਰੂਰ ਕੀਤੀ ਸੀਗੀ ਕਿੰਨਾਂ ਨੇ? ਨੋਮ
ਚੋਮਸਕੀ ਨੇ, ਇਹ ਤੁਹਾਨੂੰ ਹਰ ਜਗ੍ਹਾ ਤੇ ਕੁਐਸਚਨ ਦੇਖਣ ਨੂੰ ਮਿਲ ਜਾਏਗਾ। ਨੋਮ ਚੋਮਸਕੀ ਨੇ ਲੈਂਗੁਏਜ ਦੇ ਵਿੱਚ ਕਿਹਾ ਹੋਇਆ ਕਿ ਬੱਚਿਆਂ ਦੇ ਕੋਲ ਲੈਂਗੁਏਜ ਐਕੁਜੀਸ਼ਨ ਡਿਵਾਈਸ ਹੁੰਦੀ ਹੈ, ਮਤਲਬ ਕੈਪੇਬਿਲਿਟੀ ਟੂ ਲਰਨ ਲੈਂਗੁਏਜ। ਇੰਟਰੈਕਸ਼ਨ ਵਿਦ ਅਡਲਟਸ ਐਂਡ ਪੀਅਰ ਡਜ਼ ਨਾਟ ਇਨਫਲੂਐਂਸ ਲੈਂਗੁਏਜ ਡਿਵੈਲਪਮੈਂਟ, ਟੋਟਲੀ ਆਪੋਜ਼ਿਟ ਆਫ ਲੈਵੀਅਸਕੀ ਥਿਊਰੀ, ਕਿਉਂਕਿ ਉਹਨਾਂ ਨੇ ਕਿਹਾ ਕਿ ਇੰਟਰੈਕਸ਼ਨ ਹੈ ਜਿਹੜੀ ਸੋਸਾਇਟੀ ਨਾਲ, ਉਹਦੇ ਵਿੱਚ ਉਹਦੇ ਨਾਲ ਹੀ ਲੈਂਗੁਏਜ ਡਿਵੈਲਪਮੈਂਟ ਹੋਏਗੀ। ਲੈਂਗੁਏਜ ਡਿਵੈਲਪਮੈਂਟ ਚੇਂਜਸ ਦਾ ਨੇਚਰ ਆਫ ਹਿਊਮਨ ਥਾਟ, ਕਲਚਰ ਪਲੇਜ਼ ਅ ਵੈਰੀ ਸਮਾਲ ਰੋਲ ਇਨ ਲੈਂਗੁਏਜ ਡਿਵੈਲਪਮੈਂਟ। ਤਾਂ ਜਿਹੜੇ ਪੀ ਤੇ ਡੀ ਹੈ ਇਹਦਾ ਟੋਟਲੀ ਕੰਟਰਾਡਿਕਟ ਕਰ ਰਹੇ ਨੇ ਲੈਵੀਅਸਕੀ ਦੀ ਸੋਸ਼ੀਓ ਕਲਚਰਲ ਥਿਊਰੀ ਨੂੰ। ਤਾਂ ਆਨਸਰ ਸਿੰਪਲ ਹੈ, ਜਿਹੜਾ ਮੈਂ ਤੁਹਾਨੂੰ ਹੁਣ ਸਮਝਾ ਚੁੱਕੀ ਹਾਂ। ਲੈਂਗੁਏਜ ਡਿਵੈਲਪਮੈਂਟ ਚੇਂਜਸ ਦਾ ਨੇਚਰ ਆਫ ਹਿਊਮਨ ਥਾਟ। ਡੈਫੀਨੇਟਲੀ ਕਿ ਤੁਸੀਂ ਜਿਵੇਂ ਜਿਵੇਂ ਭਾਸ਼ਾ ਦਾ ਵਿਕਾਸ ਹੁੰਦਾ ਹੈ, ਕਿਉਂਕਿ ਤੁਹਾਡੇ ਜਿਹੜੇ ਵਿਚਾਰ ਹੈ ਉਹ ਭਾਸ਼ਾ ਵਿੱਚ ਹੀ ਸੋਚਦੇ ਨਾ, ਉਸੇ ਤਰੀਕੇ ਨਾਲ ਆਪਣੇ ਜਿਹੜੇ ਵਿਚਾਰਾਂ ਦੀ ਪ੍ਰਕਿਰਤੀ ਹੈ ਉਹਦੇ ਵਿੱਚ ਬਦਲਾਵ ਹੁੰਦਾ ਹੈ। ਠੀਕ ਹੈ ਜੀ, ਅੱਗੇ ਦੇਖ ਲੈਂਦੇ ਹਾਂ। ਅਕੋਰਡਿੰਗ ਟੂ ਰਾਈਟ ਟੂ ਐਜੂਕੇਸ਼ਨ ਐਕਟ 2009, ਚਿਲਡਰਨ ਵਿਦ ਸਪੈਸ਼ਲ ਨੀਡਸ ਸ਼ੁੱਡ ਸਟੱਡੀ। ਆਪਾਂ ਬਹੁਤ ਵਾਰੀ ਪੜ੍ਹ ਰਹੇ, ਸਾਰਾ ਕੁਝ ਇਨਕਲੂਸਿਵ ਐਜੂਕੇਸ਼ਨ ਦਾ ਹੀ ਪਾਰਟ ਹੈ। In vocational training centers, at home, in special school, yeah, in inclusive education setup with the provision to cater their individual needs। ਤਾਂ ਬਿਲਕੁਲ ਇਹੀ ਤੁਹਾਨੂੰ ਬਸ ਸਾਰਾ ਕੁਝ ਸਮਝ ਆ ਹੀ ਚੁੱਕਿਆ ਹੁਣ, ਠੀਕ ਹੈ ਜੀ, ਇੱਥੋਂ ਤੱਕ। An effective teacher in classroom where students come from diverse background would, ਤੁਹਾਨੂੰ ਮੈਂ ਹੁਣੇ ਕਿਹਾ ਕਿ ਡਿਵਰਸ ਬੈਕਗ੍ਰਾਉਂਡ ਤੋਂ ਆ ਰਹੇ ਨੇ, ਇੱਕ ਓਪਰਚੁਨਿਟੀ ਦੇ ਤੌਰ ਤੇ ਲੈ ਕੇ ਚੱਲਣਾ ਹੈ। ਸਿੰਪਲ, ਮੈਂ ਸਾਰੇ ਆਪਸ਼ਨਸ ਨਹੀਂ ਡਿਸਕਸ ਕਰਾਂਗੀ ਕਿਉਂਕਿ ਸਿੰਪਲ ਹੀ ਹੈ, ਤੁਹਾਨੂੰ ਬਾਰ-ਬਾਰ ਕੀ ਮੈਂ ਸਮਝਾਵਾਂ, ਤੁਹਾਨੂੰ ਸਮਝ ਆ ਹੀ ਗਿਆ ਹੋਵੇਗਾ ਕਿ ਫੋਕਸ ਔਨ देयर ਕਲਚਰਲ ਨੌਲੇਜ ਤੇ, ਤਾਂ ਕਿ ਇੰਡੀਵਿਜੂਅਲ ਡਿਫਰੈਂਸਸ ਉਹਨਾਂ ਨੂੰ ਐਡਰੈਸ ਕਰ ਸਕੇ, ਕਿਉਂਕਿ ਹਰ ਬੱਚੇ ਨੂੰ ਆਪਾਂ ਨੇ ਅੰਡਰਸਟੈਂਡ ਕਰਨਾ, ਉਹਦੇ ਅਕੋਰਡਿੰਗਲੀ, ਉਹਦੀ ਐਬਿਲਿਟੀ ਦੇ ਅਕੋਰਡਿੰਗਲੀ ਐਜੂਕੇਸ਼ਨ ਪ੍ਰੋਵਾਈਡ ਕਰਨੀ। ਠੀਕ ਹੈ, ਬਾਕੀ ਆਪਸ਼ਨ ਤੁਸੀਂ ਪੜੋਗੇ ਤੁਹਾਨੂੰ ਸਾਰੇ ਰੋਂਗ ਹੀ ਲੱਗਣਗੇ। ਤਾਂ ਸਿੰਪਲ ਕੁਐਸਚਨ ਆਪਾਂ ਇਹ ਦੇਖਾਂਗੇ ਕਿ ਉਹਨਾਂ ਦੇ ਕਲਚਰਲ ਨੌਲੇਜ ਹੋਣੀ ਚਾਹੀਦੀ ਹੈ ਟੀਚਰ ਨੂੰ, ਤਾਂ ਕਿ ਉਹਨਾਂ ਦੇ ਇੰਡੀਵਿਜੂਅਲ ਵਿਅਕਤੀਗਤ ਭਿੰਨਤਾਵਾਂ ਨੂੰ ਉਹ ਸੰਬੋਧਨ ਕਰ ਸਕੇ ਜਾਂ ਪਹਿਚਾਨ ਸਕੇ। ਠੀਕ ਹੈ ਜੀ, ਸੋ ਡਿਵਰਸ ਬੈਕਗਰਾਉਂਡ ਤੋਂ ਜਿਹੜੇ ਬੱਚੇ ਆ ਰਹੇ ਨੇ, ਇੱਕ ਓਪਰਚੁਨਿਟੀ ਤੁਹਾਨੂੰ ਤੇ ਲੈ ਕੇ ਚੱਲਣਾ ਆਪਾਂ। ਅਕੋਰਡਿੰਗ ਟੂ ਇਹ ਪਿਆਜੇ ਦੀ ਨਾ ਸਟੇਟਮੈਂਟ ਹੈ, ਤੁਸੀਂ ਕੋਈ ਬੁੱਕ ਖੋਲ ਕੇ ਦੇਖੋਗੇ ਨਾ, ਉਹਦੇ ਵਿੱਚ ਇਹ ਉਸਨੇ ਨਾ ਡੈਫੀਨੇਸ਼ਨ ਹੀ ਦਿੱਤੀ ਗਈ ਇੱਕ ਤਰ੍ਹਾਂ ਨਾਲ ਇੱਥੋਂ ਤੱਕ। ਉਹਦੀ ਸੇਇੰਗ ਹੈ, ਤਾਂ ਹੀ ਮੈंने ਇਨਵਰਟਡ ਕੋਮਾ ਦੇ ਵਿੱਚ ਲਿਖਿਆ ਹੋਇਆ ਹੈ। Cognitive development theory ਚ ਨੇ ਕਿਹਾ cohesive repeatable action sequence possessing component actions that are tightly interconnected and governed by a core meaning। ਤੁਸੀਂ ਸਿੰਪਲ ਯਾਦ ਰੱਖੋਗੇ ਕਿ ਇਹ ਸਟੇਟਮੈਂਟ ਡੈਫੀਨੇਸ਼ਨ ਸਕੀਮਾ ਦੀ ਦਿੱਤੀ ਹੈ। ਸਕੀਮਾ ਬਾਰੇ ਮੈਂ ਥੋੜਾ ਜਿਹਾ ਸਮਝਾ ਦਿੰਦੀ ਹਾਂ। ਸਕੀਮਾ ਦੇ ਵਿੱਚ ਕੀ ਹੁੰਦਾ ਹੈ, organized pattern of information in human। ਠੀਕ ਹੈ, ਇਹਨੂੰ ਸਮਝੋ। ਇਹ ਦਿੱਤਾ ਸੀ ਆਪਾਂ ਨੂੰ ਪਿਆਜੇ ਨੇ। ਪਿਆਜੇ ਕਹਿੰਦਾ ਹੈ ਵੀ ਕੋਈ ਵੀ ਇਨਫੋਰਮੇਸ਼ਨ ਲੈਂਦੇ ਰਹਿੰਦੇ ਆ ਆਪਾਂ ਦਿਮਾਗ ਦੇ ਵਿੱਚ ਵੱਖ-ਵੱਖ ਕੈਟੇਗਰੀਆਂ 'ਚ ਡਿਵਾਈਡ ਕਰ ਦਿੰਦੇ ਹਾਂ। ਜਿਵੇਂ ਪਲਾਸਟਿਕ ਨਾਲ ਰਿਲੇਟਡ ਚੀਜ਼ਾਂ ਦੀ ਅੱਡ ਹੋਏਗੀ, ਵੁੱਡ ਨਾਲ ਰਿਲੇਟਡ ਚੀਜ਼ਾਂ ਦੀ ਅੱਡ ਹੋਏਗੀ, ਮੈਟਲ ਦੀ ਬਣੀਆਂ ਚੀਜ਼ਾਂ ਨਾਲ ਇਨਫੋਰਮੇਸ਼ਨ ਅੱਡ ਹੋਏਗੀ। ਸਾਰੀਆਂ ਇਨਫੋਰਮੇਸ਼ਨਸ ਨੂੰ ਜੋ ਆਪਾਂ ਕਲੈਕਟ ਕਰਦੇ ਹੁੰਦੇ ਹਾਂ, ਦੈਟ ਇਜ਼ ਕਾਲਡ ਸਕੀਮਾ। ਇਹ ਕਿਵੇਂ ਦਿੱਤਾ, ਪਿਆਜੇ ਨੇ ਦਿੱਤਾ। ਤਾਂ ਸਿੰਪਲ ਜੀ ਗੱਲ ਹੈ। ਕਨਵੈਨਸ਼ਨਲ ਮੋਰੈਲਿਟੀ ਇਜ਼ ਅ ਸਟੇਜ ਵਿਚ ਕਮਸ ਇਨ ਵਿਚ ਆਫ ਦਾ ਫੋਲੋਇੰਗ ਥਿਊਰੀ। ਦੇਖੋ ਮੋਰੈਲਿਟੀ ਵਰਡ ਆ ਗਿਆ, ਮਤਲਬ ਪਤਾ ਹੀ ਚੱਲ ਜਾਏਗਾ ਕਿ ਮੋਰਲ ਡਿਵੈਲਪਮੈਂਟ ਦੇ ਵਿੱਚ ਇਹ ਗੱਲ ਆਏਗੀ। ਕਨਵੈਨਸ਼ਨਲ ਮੋਰੈਲਿਟੀ ਦੀ ਗੱਲ ਆਏਗੀ ਮੋਰਲ ਡਿਵੈਲਪਮੈਂਟ ਥਿਊਰੀ ਦੇ ਵਿੱਚ। ਠੀਕ ਹੈ ਜੀ, ਸਿੰਪਲ ਆਨਸਰ ਹੈ, ਤਾਂ ਤੁਸੀਂ ਲਗਾ ਸਕਦੇ ਹੋ। Which theory is based on the principle that learner constructs new ideas or concepts based upon existing knowledge। ਇਹ ਆਪਾਂ ਨੂੰ ਪਤਾ ਹੈ, ਪਿਆਜੇ, ਬਰੂਨਰ, ਵਿਗੋਸਕੀ ਸਾਰਿਆਂ ਨੇ ਕੰਸਟਰਕਟਿਵਿਜ਼ਮ ਦੀ ਗੱਲ ਕੀਤੀ ਹੈ। ਠੀਕ ਹੈ, ਹੁਣ ਤੁਸੀਂ ਸਾਰੇ ਦੇਖ ਲਓਗੇ ਇਸ 'ਚ ਵੀ ਕੰਸਟਰਕਟਿਵਿਜ਼ਮ ਹੈ, ਇਸ 'ਚ ਵੀ ਤਾਂ ਕਿਹੜਾ ਲਾਈਏ। ਪਰ ਇਹਦੇ ਵਿੱਚ ਤੁਸੀਂ ਆਈਡੀਆਜ਼ ਤੇ ਕੰਸੈਪਟ ਦੀ ਗੱਲ ਕੀਤੀ ਹੈ। ਆਈਡੀਆਜ਼ ਤੇ ਕੰਸੈਪਟਸ ਜਿੱਥੇ ਆ ਜਾਣ, ਯਾਨੀ ਕਿ ਉੱਥੇ ਕੋਗਨੀਟਿਵ ਦੀ ਗੱਲ ਹੋਈ ਹੈ। ਬਸ ਇਹ ਯਾਦ ਰੱਖਿਓ, ਕੋਗਨੀਟਿਵ ਕੰਸਟਰਕਟਿਵਿਜ਼ਮ। Which of the following is a characteristic of self-awareness in the model of emotional intelligence। मतलब बंदा इमोशनल इंटेलिजेंट है, ठीक है, ਤੇ ਉਸਨੂੰ ਸੈਲਫ ਅਵੇਅਰਨੈਸ ਦੇ ਮਾਡਲ ਦੇ ਵਿੱਚ ਮਤਲਬ ਉਹ ਕੀ ਜਾਣੇਗਾ, ਮਤਲਬ ਉਹਨੂੰ ਸਵੈ ਜਾਗਰੂਕਤਾ ਜਿਹਨੂੰ ਆਪਾਂ ਕਹਿੰਦੇ ਆ, ਤਾਂ ਉਹਦੇ ਵਿੱਚ ਉਸਨੂੰ ਆਪਣੀਆਂ ਇਮੋਸ਼ਨਲ ਸਟ੍ਰੈਟਜੀਜ਼ ਤੇ ਵੀਕਨੈਸਸ ਨੂੰ ਉਹ ਜਾਣੇਗਾ। ਦੇਖੋ ਥੋੜੀ ਕੁਇਕਲੀ ਮੈਂ ਕੁਐਸਚਨ ਇਹ ਕਰ ਰਹੀ ਹਾਂ ਕਿ ਥੋੜੇ ਸਮੇਂ ਵਿੱਚ ਜ਼ਿਆਦਾ ਕੰਮ ਹੋ ਜਾਏ। ਜਿਹੜਾ ਕੁਐਸਚਨ ਜ਼ਿਆਦਾ ਡੀਪਲੀ ਸਮਝਾਉਣ ਵਾਲਾ ਹੁੰਦਾ ਮੈਂ ਨਾਲ ਸਮਝਾਉਂਦੀ ਚੱਲਦੀ ਹਾਂ। ਜਿਹਦੇ ਡਾਇਰੈਕਟ ਆਨਸਰਸ ਤੁਹਾਨੂੰ ਪਤਾ ਚੱਲ ਰਹੇ ਨੇ ਉਹ ਮੈਂ ਡਾਇਰੈਕਟ ਕਰ ਰਹੀ ਹਾਂ, ਕਿਉਂਕਿ ਮੇਰਾ ਉਦੇਸ਼ ਹੈ ਕਿ ਅੱਜ ਆਪਾਂ 100 ਕੁਐਸਚਨਸ ਕਰ ਲਈਏ। ਠੀਕ ਹੈ, ਇੱਕ ਫਿਰ ਵੀਡੀਓ ਹੋਰ ਹੈ ਜਿਹਦੇ ਨਾਲ ਸਾਰੀ ਤੁਹਾਡੀ CDP ਟੋਟਲ ਕਵਰ ਹੋ ਜਾਏਗੀ। Who gave the concept of extroversion and introversion of a trait theory of personality। ਤਾਂ ਇੱਕ ਸਟੈਟਿਸਟਿਕ ਆਪਾਂ ਕਹਿ ਸਕਦੇ ਹਾਂ
क्वेश्चन है जिवें डाटा तुहानूं याद रखना हुंदा है तां तुसीं याद रखोगे कार्ल यंग हू गिव द कंसैप्ट ऑफ मतलब ये एवें दे क्वेश्चन ने जिस च फैक्ट्स हुंदे ने बस उन्हें याद ही रखने हुंदे ने एक्सट्रोवर्जन ते इंट्रोवर्जन दी थ्योरी दित्ती है पर्सनैलिटी दी कार्ल यंग ये तुसीं नाम याद रखोगे ठीक है जी विच ऑफ द फॉलोइंग रेफर्स टू जेंडर डिवीजन मेरे ख्याल तुसीं सोशल कंस्ट्रक्ट है ना ऐदां कुछ करके पढ़िया होएगा जेंडर बारे पढ़िया होएगा जेंडर कॉन्स्टेंसी मतलब काफी कुछ सोसाइटी वाले टॉपिक तुसीं पढ़िया होएगा जिस च आपां पढ़दे हां कि बायोलॉजिकल कंस्ट्रक्ट आपां कहने आ सैक्स नूं ठीक है बायोलॉजिकल ते जेंडर जिहड़ा है आपां कहने आ सोशल कंस्ट्रक्ट है मतलब जिहदे विच सिंपल है जेंडर डिवीजन तुसीं एवें समझो भी जो लड़के ते लड़कियां दे जो रोल असाइन कीते होए ने हायरार्किकल अनइक्वल रोल ਉਹ ਆਪਣੇ जेंडर डिवीजन च आ जांदे ने भी जिवें लड़की है लड़की घर दा काम नहीं करेगी या लड़के बाहर दा काम करेंगे चलो हुण तां चलो थोड़ा बदल गया दोनों ही काम कर रहे ने बट एक सोसाइटी दा नॉर्म बनया होया है फिर लड़के स्ट्रॉन्ग वर्क करनगे लड़कियां थोड़ा घट जिस च बल होवे ਉਹ ਕੰਮ ਕਰਨੀਆਂ लड़कियां इमोशनल है लड़के स्ट्रॉन्ग है ऐसा कुछ करके ਆਪਾਂ ਨੇ ਜਿਹੜੇ ਰੋਲ ਦਿੱਤੇ ਮੇਰੇ ਬॉय ਤੇ ਗਰਲ ਲਈ ਇਹਨੂੰ ਤੁਸੀਂ ਸੋਸ਼ਲ ਕੰਸਟਰਕਟ ਮੰਨਦੇ ਹੋ ਠੀਕ ਹੈ ਜੀ ਤੇ ਜੇ ਬਾਇਓਲੋਜੀਕਲ ਕੰਸਟਰਕਟ ਦੀ ਗੱਲ ਆ ਜੇ ਉਹਦੇ ਵਿੱਚ ਤੁਸੀਂ ਸੈਕਸ ਕਹੋਗੇ ਵੀ ਬਾਇਓਲੋਜੀਕਲੀ ਜੋ ਕੁੜੀ ਮੁੰਡਾ ਜੋ ਵੀ ਪੈਦਾ ਹੋਇਆ ਠੀਕ ਹੈ recall type test या recognition type test are types of essay type test ने short type answer ने objective है या very short देखो recall मतलब ਤੁਸੀਂ ਕੁਝ ਪੜਿਆ ਹੋਇਆ ਥਿਊਰੀ ਦੇ ਵਿੱਚ ਤੇ ਤੁਹਾਨੂੰ ਆਪਸ਼ਨਸ ਦੀ ਫਾਰਮ ਦੇ ਵਿੱਚ ਦੇ ਦਿੱਤਾ ਜਾਵੇ ਠੀਕ ਹੈ ਤਾਂ ਤੁਸੀਂ ਰੀਕਾਲ ਕਰ ਸਕਦੇ ਹੋ ਆਰਾਮ ਨਾਲ ਐਵੇਂ ਰਿਕੋਗਨੀਸ਼ਨ ਪਹਿਚਾਨ ਕਰ ਸਕਦੇ ਹੋ ਤਾਂ ਇਹ ਤੁਹਾਨੂੰ ਜਿਹੜੇ ਹੁਣ ਆਪਾਂ ਕਰ ਰਹੇ ਹਾਂ ਆਬਜੈਕਟਿਵ ਟਾਈਪ ਟੈਸਟ ਹੀ ਹੁੰਦੇ ਨੇ which is the full form of ICIDH ਤਾਂ ਇਹ ਵੀ ਇੱਕ ਤਰ੍ਹਾਂ ਦਾ conceptual question ਹੀ ਹੈ fact basis ਹੈ ਤੁਹਾਨੂੰ ਪਤਾ ਤਾਂ ਪਤਾ ਨਹੀਂ ਪਤਾ ਤਾਂ ਨਹੀਂ ਪਤਾ ਤਾਂ ਮੈਂ ਤੁਹਾਨੂੰ ਦੱਸ ਦਾਂਗੀ ਇੱਥੇ international classifications of impairment disability and handicaps ਕਈ ਵਾਰ ਦੇਖੋ off ਦਿੱਤਾ ਹੋਇਆ ਸੇਮ ਹੈ ਬਟ ਇੱਥੇ 4 ਦਿੱਤਾ ਹੋਇਆ ਪਰ ਤੁਸੀਂ off ਸਹੀ ਹੈ ਠੀਕ ਹੈ ਜੀ ਤਾਂ ਇਹ ਥੋੜਾ ਜਿਹਾ ਧਿਆਨ ਰੱਖਣਾ ਹੈ international classifications of impairment disabilities and handicaps ਠੀਕ ਹੈ ਜੀ ਇਹਦੀ ਫੁੱਲ ਫਾਰਮ ਹੈ ICIDH ਇਹ ਤਾਂ ਤੁਹਾਨੂੰ ਪਤਾ ਹੀ ਹੈ ਵੀ disability impairment handicap ਕੀ ਹੁੰਦਾ concept identity versus role confusion ਕਿਸ ਦੇ ਵਿੱਚ ਹੁੰਦਾ ਹੈ ਦੱਸੋ अर्ली चाइल्डहुड स्टेज ਵਿੱਚ adolescent childhood ਤੇ middle ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਬੱਚੇ ਦੇ ਵਿੱਚ ਇਹ ਵਾਲੀ ਸਟੇਜ ਦੇ ਵਿੱਚ ਜਦੋਂ ਬੱਚਾ ਆਪਾਂ ਕਹਿ ਲਓ 13 ਤੋਂ 19 ਸਾਲ ਤੱਕ ਹੁੰਦਾ ਹੈ ਨਾ 19 ਜਾਂ 20 ਇੱਕ 10 ਸਾਲ ਇਧਰ ਉਸ ਚ ਬੱਚੇ ਨੂੰ ਆਇਡੈਂਟੀਟੀ ਕ੍ਰਾਈਸਿਸ ਦੀ ਸਟੇਜ ਵੀ ਆਪਾਂ ਇਹਨੂੰ ਕਹਿੰਦੇ ਹਾਂ ਸਟੈਨਲੇ ਹੌਲ ਨੇ ਇਹਨੂੰ ਸਟ੍ਰੈਸ ਸਟॉर्म ਦੀ ਸਟੇਜ ਵੀ ਕਿਹਾ ਹੈ ਠੀਕ ਹੈ ਆਇਡੈਂਟੀਟੀ ਕ੍ਰਾਈਸਿਸ ਆ ਜਾਂਦੇ ਨੇ ਬੱਚੇ ਆਪਣੀ ਪਹਿਚਾਣ ਦੇ ਲਈ ਵੀ ਮੈਂ ਕੌਣ ਆ ਮਤਲਬ ਕਨਫਿਊਜ਼ ਹੁੰਦਾ ਠੀਕ ਹੈ ਜੀ ਤੇ ਉਹਦਾ ਸੋਸਾਇਟੀ ਵਿੱਚ ਕੀ ਰੋਲ ਹੈ ਇਸ ਦੇ ਵਿੱਚ ਜ਼ਿਆਦਾ ਬੱਚਾ ਬਣ ਸਕਦਾ ਹੈ ਇਸ ਸਟੇਜ ਦੇ ਵਿੱਚ ਜਾਂ ਫਿਰ ਤੁਹਾਨੂੰ ਪਤਾ ਹੀ ਹੈ ਵੀ ਵਿਗੜ ਸਕਦਾ ਇਹ ਐਸੀ ਸਟੇਜ ਹੈ ਅਡੋਲੈਸੈਂਟ ਕਿਸ਼ੋਰ ਅਵਸਥਾ ਜਿਹਨੂੰ ਆਪਾਂ ਕਹਿੰਦੇ ਹਾਂ ਠੀਕ ਹੈ ਜੀ ਤਾਂ ਇਹ ਤੁਸੀਂ ਯਾਦ ਰੱਖੋਗੇ ਕਿ ਅਡੋਲੈਸੈਂਟ ਸਟੇਜ The right sequence of major stage of cognitive growth as proposed by Jerome Bruner बहुत ही अच्छा क्वेश्चन है ब्रूनर जेकर मैं गल करा इन्होंने 3 दित्तियां सीगियां आपां नूं स्टेजेस ऑफ कोग्निटिव डेवलपमेंट दियां कोग्निटिव ग्रोथ दियां इनएक्टिव सीक्वेंस पूछा देखो फिर दूजी आइकॉनिक तीजी होएगी सिंबॉलिक इनएक्टिव च की है कि बाहरों एक्सटर्नल कुछ भी एक्शन होया बच्चा रिएक्शन दे रहा मतलब कोई भी तुसी खिलौना देखो ਉਹਦੇ सामने चमकाओ हंसेगा बाहरी रिएक्शन है इस वो कुछ नहीं कर रहा एक्सटर्नल है ਤਾਂ ਉਹਦੇ ਵਿੱਚ एक्सटर्नल है ਤੇ आइकॉनिक इमेजेस सिंबॉलिक मतलब वर्ड्स वगैरह लैंग्वेज वगैरह मैं ना कलर चेंज कर दिया थोड़ा येलो कर लेने हैं ਤਾਂ सिंबॉलिक ਦੇ ਵਿੱਚ ਲੈਂਗੁਏਜ ਵਰਡਸ ਆ ਜਾਣਗੇ ਆਈਕੋਨਿਕ ਇਮੇजेस ਵਗੈਰਾ ਆ ਜਾਣਗੀਆਂ ਤੇ ਇਨਐਕਟਿਵ ਦੇ ਵਿੱਚ ਬੱਚਾ ਐਕਸਟਰਨਲ ਕੋਈ ਕੁਝ ਕਰ ਰਿਹਾ ਤਾਂ ਉਸ ਤੇ ਰਿਐਕਟ ਕਰ ਰਿਹਾ ਤਾਂ ਸਿੰਬਲ दूसरी सीक्वेंस ए है जेरोम ब्रूनर ਦੀ ਕੋਗਨੀਟਿਵ ਗਰੋਥ ਦੀ ਜੋ ਇਨਐਕਟਿਵ ਆਈਕੋਨਿਕ ਤੇ ਸਿੰਬਲ ਠੀਕ ਹੈ
Who said if child will not learn before he is capable to learn, then why bother? मतलब अगर बच्चा हले तक सीखने ਦੇ ਕਾਬਿਲ ਹੀ ਨਹੀਂ ਹੋਇਆ, ਨਹੀਂ ਸਿੱਖ ਪਾ ਰਿਹਾ, ਤਾਂ ਕਿਉਂ ਚਿੰਤਾ ਕਰਦੇ ਹੋ? If a child will learn automatically after he has a capable to learn, then why bother? मैं किसी भी स्टेज ਤੇ bother ਕਿਉਂ ਕਰ ਰਹੇ ਹੋ? ਠੀਕ ਹੈ ਜੀ। ਤਾਂ ਇਹ ਸਿੰਪਲ ਜੀ ਗੱਲ ਜੇਰੋਮ ਬਰੂਨਰ ਨੇ ਕਹੀ ਹੈ, ਜਿਨ੍ਹਾਂ ਬਾਰੇ ਆਪਾਂ ਹੁਣੀ ਪੜਿਆ, ਜਿਨ੍ਹਾਂ ਨੇ 3 ਸਟੇजेस ਦਿੱਤੀਆਂ, ਕਿਹੜੇ ਇਨਐਕਟਿਵ, ਆਈਕੋਨਿਕ ਤੇ ਸਿੰਬੋਲਿਕ। ਠੀਕ ਹੈ। The 50th question देखते हैं, which of the following theories identifies 4 stages of child intellectual logic cognitive development SPCF? मैं हुणे ਤੁਹਾਨੂੰ ਪਿੱਛੇ ਦੱਸਿਆ ਹੈ, ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜੀਨ ਪਿਆਜੇ ਨੇ 4 stages ਦਿੱਤੀਆਂ ਨੇ of cognitive development। this is very simple question। ਠੀਕ ਹੈ, ਤਾਂ ਆਪਣੇ ਹੁਣ ਤੱਕ 50 question ਹੋ ਜਾਂਦੇ ਨੇ, ਤਾਂ ਅੱਧਾ ਕੰਮ ਆਪਣਾ ਹੋ ਗਿਆ। 50 questions ਹੋਰ ਆਪਾਂ ਅੱਜ ਕਰਾਂਗੇ, ਤਾਂ ਫਿਰ ਤੁਹਾਨੂੰ ਕੱਲ ਦੀ ਕਲਾਸ ਦੇ ਵਿੱਚ ਮਿਲਦੇ ਹਾਂ। ਅਗਲਾ ਦੇਖੋ, you have mixed class of boys and girls, which method you adopt to improve cooperation between them? ਤੁਹਾਡੇ ਕੋਲ boys ਤੇ girls ਦੀ ਕਲਾਸ ਹੈ, ਉਹਦੇ ਉਹਨਾਂ ਦੇ ਵਿੱਚ ਸਹਿਯੋਗ ਲੈ ਕੇ ਆਉਣਾ। ਤੁਸੀਂ ਕੀ ਕਰੋਗੇ? ਉਹਨਾਂ ਨੂੰ ਪੇਰੈਂਟਸ ਨੂੰ ਕਹੋਗੇ ਵੀ ਇਕੁਐਲਿਟੀ ਡਿਸਕਸ ਕਰਨ, ਮੇਕਿੰਗ boys and girls share a bench, setting tasks which have to be done together, ਜਾਂ talking about equality in lesson? ਟਾਕਿੰਗ ਨਹੀਂ ਕਰਨੀ, ਕੁਝ ਉਹਨਾਂ ਤੋਂ ਕਰਾਉਣਾ ਹੈ। ਕੋਈ ਕੰਮ ਐਸਾ ਦਓਗੇ ਜਿਨ੍ਹਾਂ ਨੂੰ ਇਕੱਠੇ ਕਰਨ, ਜਿਹਦੇ ਵਿੱਚ ਉਹ ਕੁੜੀ ਮੁੰਡਾ ਨਾ ਸੋਚਣ ਵੀ ਇਹ ਕੰਮ ਕੁੜੀ ਹੀ ਕਰ ਸਕਦੀ ਹੈ, ਇਹ ਕੰਮ ਮੁੰਡਾ ਹੀ ਕਰ ਸਕਦਾ ਹੈ, ਦੋਨੋਂ ਹੀ ਇਕੁਅਲੀ ਆਪਣਾ ਕੰਟਰੀਬਿਊਸ਼ਨ ਦੇਣ, ਜਿਸ ਨਾਲ ਉਹਨਾਂ ਦੇ ਵਿੱਚ ਇੱਕ ਕੋਆਪਰੇਸ਼ਨ ਦੀ ਫੀਲਿੰਗ ਆਏਗੀ। ਠੀਕ ਹੈ, ਸੋ ਇਸ ਤਰ੍ਹਾਂ ਇੱਕ ਟੀਚਰ ਜਿਹੜੇ ਹੈਲਪ ਕਰਦਾ ਹੈ ਵੀ ਜੋ ਬੱਚਿਆਂ ਦੇ ਵਿੱਚ ਹੁੰਦਾ ਕਿ ਇਹ ਲੜਕੀ ਹੈ ਲੜਕਾ ਵਾਲੀ ਫੀਲਿੰਗ ਨੂੰ ਮਤਲਬ ਐਲੀਮੀਨੇਟ ਕਰਨ ਦਾ। ਠੀਕ ਹੈ ਜੀ, ਅਗਲਾ ਦੇਖ ਲੈਂਦੇ ਆ, which makes an adolescent, ਐਨ ਨਹੀਂ ਆਏਗਾ ਕਿਉਂਕਿ ਇੱਥੇ ਆਪਾਂ ਗੱਲ ਕਰ ਰਹੇ ਹਾਂ adolescent, revolt against authority। ਕਿਹੜੀ ਚੀਜ਼ ਹੈ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਮਤਲਬ ਅਥਾਰਟੀ ਜਿਹੜੀ ਹਾਇਰ ਅਥਾਰਟੀ, ਕੋਈ ਵੀ ਸਕੂਲ ਟੀਚਰ ਹੋ ਸਕਦੇ ਆ, ਪੇਰੈਂਟਸ ਹੋ ਸਕਦੇ ਆ, ਸੋਸਾਇਟੀ ਦੇ ਕੁਝ ਵੱਡੇ ਲੋਕ ਹੋ ਸਕਦੇ ਨੇ, ਉਹਨਾਂ ਖਿਲਾਫ ਵਿਦਰੋਹ ਕਰਨ ਲਈ ਕਿਹੜੀ ਚੀਜ਼ ਉਹ ਕਰਦੀ ਹੈ? ਵੀ ਉਹ ਸੋਚਦੇ ਨੇ ਵੀ ਉਹ ਮੈਚੁਰ ਹੋ ਚੁੱਕੇ ਨੇ, ਜਾਂ ਉਹਨਾਂ ਨੂੰ ਰੈਕੋਗਨੀਸ਼ਨ ਚਾਹੀਦੀ ਹੈ, ਇੰਡੀਪੈਂਡੈਂਸ ਆਫ ਥਾਟ ਚਾਹੀਦੀ ਹੈ ਐਕਸ਼ਨ, ਜਾਂ ਉਹਨਾਂ ਨੂੰ ਲੱਗਦਾ ਵੀ ਉਹ ਇੰਟੈਲੀਜੈਂਟ ਨੇ, ਜਾਂ ਉਹਨਾਂ ਨੂੰ ਲੱਗਦਾ ਵੀ ਉਹਨਾਂ ਨੂੰ ਕਿਸੇ ਦੀ ਸਲਾਹ ਨਹੀਂ ਚਾਹੀਦੀ। ਐਸਾ ਕੁਝ ਨਹੀਂ, ਉਹਨਾਂ ਨੂੰ ਇਹ ਲੱਗਦਾ ਵੀ ਰੈਕੋਗਨੀਸ਼ਨ ਇਸ ਟਾਈਮ ਤੇ ਉਹਨਾਂ ਨੂੰ ਆਪਣੀ ਮਤਲਬ ਪਹਿਚਾਣ ਦਾ ਹੁੰਦਾ, ਵੀ ਉਹਨਾਂ ਨੂੰ ਸਮਾਜ ਵਿੱਚ ਪਹਿਚਾਣ ਮਿਲੇ, ਉਹਨਾਂ ਦੇ ਵਿਚਾਰਾਂ ਨੂੰ ਕਦਰ ਕੀਤੀ ਜਾਵੇ, ਹਨਾ, ਵੀ ਉਹਨਾਂ ਦੇ ਵਿਚਾਰਾਂ, ਉਹਨਾਂ ਦੇ ਕਿਸੇ ਦੇ ਵਿਚਾਰ ਥੋਪੇ ਨਾ ਜਾਣ, ਕਹਿਣ ਤੋਂ ਭਾਵ ਹੈ। ਠੀਕ ਹੈ, ਉਹਨਾਂ ਨੂੰ ਜੋ ਉਹਨਾਂ ਦਿਲ ਕਰਦਾ ਕਰਨ ਦਿੱਤਾ ਜਾਵੇ। ਐਜੂਕੇਸ਼ਨ ਡਜ਼ ਨਾਟ ਬ੍ਰਿੰਗ ਅਬਾਊਟ ਸੋਸ਼ਲ ਚੇਂਜ, ਮਤਲਬ ਐਜੂਕੇਸ਼ਨ ਹੈ ਜਿਹੜੀ ਸਿੱਖਿਆ, ਉਹਦੇ ਨਾਲ ਸਮਾਜ 'ਚ ਕੋਈ ਬਦਲਾਵ ਨਹੀਂ ਆਉਂਦਾ। ਸਮਾਜ ਦੇ ਬਦਲਾਵ ਨਾਲ ਰਿਜ਼ਲਟ ਇਨਟੂ ਐਨ ਐਜੂਕੇਸ਼ਨ ਚੇਂਜ, ਸਿੱਖਿਆ 'ਚ ਬਦਲਾਵ ਆ ਸਕਦਾ ਹੈ। ਮਤਲਬ ਸਿੱਖਿਆ ਦੇ ਨਾਲ ਕਹਿੰਦੇ ਸਮਾਜ 'ਚ ਕੋਈ ਬਦਲਾਵ ਨਹੀਂ ਆਉਂਦਾ, ਸਮਾਜ ਵਿੱਚ ਬਦਲਾਵ ਨਾਲ ਸਿੱਖਿਆ 'ਚ ਬਦਲਾਵ ਆ ਸਕਦਾ। ਇਹ ਵਿਊ ਕਿਹਦੇ ਨੇ? ਔਗਸਟ ਕੰਟੇ, ਐਮਿਲੀ ਡਰਕਿਮ, ਹਰਬਰਟ ਸਪੈਂਸਰ ਜਾਂ ਕਾਰਲ ਮਾਰਕਸ? ਤੁਸੀਂ ਯਾਦ ਰੱਖੋਗੇ, ਇਹ ਵੀ ਫੈਕਚੁਅਲ ਕੁਐਸਚਨ ਹੈ। ਐਮਿਲੀ ਡਰਕਿਮ ਜੋ ਇੱਕ ਫ੍ਰੈਂਚ, ਤੁਸੀਂ ਯਾਦ ਰੱਖ ਲਿਓ, ਸੋਸ਼ੀਓਲੋਜਿਸਟ ਸੀਗੇ। ਠੀਕ ਹੈ ਜੀ, ਲੇਡੀ ਸੀ ਐਮਿਲੀ ਡਰਕਿਮ। ਠੀਕ ਹੈ ਜੀ, ਫ੍ਰੈਂਚ ਸੋਸ਼ੀਓਲੋਜਿਸਟ। ਠੀਕ ਹੈ, ਇਹ ਤੁਸੀਂ ਧਿਆਨ 'ਚ ਰੱਖੋਗੇ, ਇਹਨਾਂ ਦੀ ਇਹ ਸਟੇਟਮੈਂਟ ਹੈ। Observational learning consists of, very important question, ਇਹਦੇ ਵਿੱਚ 4 ਸਟੇजेस ਆਉਂਦੇ ਹਨ, ਸੀਕੁਐਂਸ ਉਹਨਾਂ ਦੱਸਦਾ। ਸਭ ਤੋਂ ਪਹਿਲਾਂ ਤੁਸੀਂ ਕਿਸੇ ਵੀ ਚੀਜ਼ ਨੂੰ ਅਟੈਂਸ਼ਨ ਕਰਦੇ ਹੋ, ਮਤਲਬ ਦੇਖਦੇ ਹੋ, ਧਿਆਨ ਨਾਲ ਇਮੀਟੇਟ ਕਰਦੇ ਹੋ, ਫਿਰ ਰਿਟੈਂਸ਼ਨ ਕਰਦੇ ਹੋ, ਉਹਨੂੰ ਦਿਮਾਗ ਦੇ ਵਿੱਚ ਬਿਠਾਉਂਦੇ ਹੋ, ਫਿਰ ਤੁਸੀਂ ਉਵੇਂ ਦਾ ਹੀ ਕੁਝ ਪ੍ਰੋਡਿਊਸ ਕਰਦੇ ਹੋ, ਫਿਰ ਤੁਸੀਂ ਮਤਲਬ ਉਸ ਸਭ ਚੀਜ਼ਾਂ ਲਈ ਤੁਹਾਨੂੰ ਮੋਟੀਵੇਸ਼ਨ ਦੀ ਵੀ ਲੋੜ ਹੁੰਦੀ ਹੈ। ਠੀਕ ਹੈ ਜੀ, ਇਹ ਸਭ ਤੇ ਚਾਰੋਂ ਸਟੇजेस ਯਾਦ ਰੱਖੋਗੇ ਸੀਕੁਐਂਸ ਦੇ ਵਿੱਚ। ਟੈਂਸ਼ਨ ਰਿਟੈਂਸ਼ਨ ਇਹ ਦੋਨੋਂ ਇਸ 'ਚ ਆ ਗਏ, ਪ੍ਰੋਡਕਸ਼ਨ ਪ੍ਰੋਸੈਸ ਤੇ ਮੋਟੀਵੇਸ਼ਨ ਇਸ ਤਿੰਨ 'ਚ ਆ ਗਿਆ, ਤਾਂ ਇਹ ਆਪਣਾ ਆਨਸਰ ਹੋ ਜਾਂਦਾ ਇਹ। ਠੀਕ ਹੈ, ਇਸ 'ਚ ਕਿਉਂਕਿ ਰੀਇਨਫੋਰਸਮੈਂਟ ਆ ਗਿਆ, ਇਸ 'ਚ ਵੀ ਰੀਇਨਫੋਰਸਮੈਂਟ ਆ ਗਿਆ, ਤਾਂ ਆਪਾਂ ਨੇ ਇਹ ਵਾਲਾ ਆਪਾਂ ਨੇ ਯਾਦ ਰੱਖਿਆ। ਆਬਜ਼ਰਵੇਸ਼ਨ ਲਰਨਿੰਗ ਦੇ ਵਿੱਚ ਇਹ ਚਾਰੋਂ ਚੀਜ਼ਾਂ ਹੁੰਦੀਆਂ ਨੇ, ਟੈਂਸ਼ਨ, ਰਿਟੈਂਸ਼ਨ, ਪ੍ਰੋਡਕਸ਼ਨ ਪ੍ਰੋਸੈਸਸ ਤੇ ਮੋਟੀਵੇਸ਼ਨ। ਠੀਕ ਹੈ, ਅਗਲਾ ਕੁਐਸਚਨ ਦੇਖੋ, ਸਪੋਜ਼ ਯੂ ਗੈਟ ਅ ਪੰਜਾਬੀ ਮੀਡੀਅਮ ਸਟੂਡੈਂਟ, ਮਤਲਬ ਹੂ ਹੈਜ਼ ਲਰਨਡ ਹਿੰਦੀ, ਤੁਹਾਡੇ ਕੋਲ ਇੱਕ ਪੰਜਾਬੀ ਮੀਡੀਅਮ ਦਾ ਬੱਚਾ ਹੈ ਜਿਹਨੇ ਹੁਣੀ ਹਿੰਦੀ ਸਿੱਖੀ ਹੈ। he is given 5 sentences to be translated from ਪੰਜਾਬੀ, ਤੁਸੀਂ ਉਹਨੂੰ 5 ਵਾਕ ਦੇਤੇ ਪੰਜਾਬੀ ਤੋਂ ਤੂੰ ਹਿੰਦੀ ਵਿੱਚ ਬਦਲ ਦੇ, ਐਜ਼ ਐਨ ਇਵੈਲੂਏਟਰ, ਮਤਲਬ ਤੁਸੀਂ ਕੀ ਇਵੈਲੂਏਟ ਕਰੋਗੇ ਉਹਦੇ ਵਿੱਚ? ਐਪਲੀਕੇਸ਼ਨ, ਨੌਲੇਜ, ਸਿੰਥੇਸਿਸ ਜਾਂ ਅੰਡਰਸਟੈਂਡ? ਸਿੰਪਲ ਜੀ ਗੱਲ ਹੈ, ਉਹਦੀ ਸਮਝ। ਇਹ ਤੁਹਾਨੂੰ ਪਤਾ ਹੀ ਹੋਏਗਾ ਨਾ, 5 ਜਿਹੜੇ ਇਹ ਬਲੂਮ ਟੈਕਸੋਨੋਮੀ ਦੇ ਹੈਗੇ ਨੇ, ਇੱਥੇ ਰਿਮੈਂਬਰਿੰਗ ਹੈ, ਇੱਥੇ ਅੰਡਰਸਟੈਂਡਿੰਗ ਹੈ, ਇੱਥੇ ਅਪਲਾਈਂਗ ਹੈ, ਇੱਥੇ ਐਨਾਲਾਈਜ਼ਿੰਗ ਹੈ,
ਫਿਰ ਇੱਥੇ evaluation ਹੈ ਤੇ ਇੱਥੇ ਕ੍ਰੀਏਟਿੰਗ ਸਭ ਤੋਂ ਟੌਪ ਤੇ ਹੈ। ਤਾਂ ਇਹਦੇ ਵਿੱਚ ਇਹ ਸੈਕਿੰਡ ਸਟੇਜ ਤੇ ਆਏਗਾ ਅੰਡਰਸਟੈਂਡਿੰਗ, ਮਤਲਬ ਕਿਉਂਕਿ ਹੁਣ ਉਹ ਸਿੱਖ ਗਿਆ ਹਿੰਦੀ, ਤਾਂ ਜਿਹੜੇ 5 ਸੈਂਟੈਂਸਸ ਨੇ ਉਹ ਪੰਜਾਬੀ ਤੋਂ ਹਿੰਦੀ ਦੇ ਵਿੱਚ ਮਤਲਬ ਟਰਾਂਸਲੇਟ ਕਰ ਰਿਹਾ। ਸਲੋਗਨ of learning without burden was given by, ਵੀ learning ਬਿਨਾਂ ਕਿਸੇ ਬੋਝ ਦੇ ਕਿਹਨੇ ਦਿੱਤਾ ਸੀਗਾ, ਆਪਾਂ ਯਾਦ ਰੱਖਾਂਗੇ ਯਸ਼ਪਾਲ ਕਮੇਟੀ। ਇਸ 'ਚ ਵੀ ਕੁਝ ਖਾਸ ਡਿਸਕਸ ਕਰਨ ਵਾਲਾ ਹੈ ਨਹੀਂ, ਕਿਉਂਕਿ ਇਹ ਵੀ ਫੈਕਚੁਅਲ ਕੁਐਸਚਨ ਤੁਹਾਨੂੰ ਯਾਦ ਰੱਖਣਾ ਹੈ ਕਿ ਇਹ ਵਾਲਾ ਸਲੋਗਨ ਯਸ਼ਪਾਲ ਕਮੇਟੀ ਨੇ ਦਿੱਤਾ। ਇਨ ਸਮੈਟਿਵ ਇਵੈਲੂਏਸ਼ਨ ਵਿਚ ਆਫ ਦਾ ਫੋਲੋਇੰਗ ਮੋਡ, ਦੇਖੋ ਦੋ ਤਰ੍ਹਾਂ ਦੀ ਇਵੈਲੂਏਸ਼ਨ ਹੁੰਦੀ ਹੈ, ਇੱਕ ਫਾਰਮੈਟਿਵ ਹੁੰਦੀ ਹੈ, ਜੇ ਤੁਸੀਂ ਇਵੈਲੂਏਸ਼ਨ ਵਾਲੇ ਟੌਪਿਕ ਪੜ੍ਹਾਇਆ, ਇੱਕ ਸਮੈਟਿਵ ਹੁੰਦੀ ਹੈ। ਸਮੈਟਿਵ ਹੁੰਦੀ ਹੈ ਜੋ ਐਂਡ ਆਫ ਦਾ ਟਰਮ ਹੁੰਦੀ ਹੈ, ਫਾਰਮੈਟਿਵ ਹੁੰਦੀ ਹੈ ਜੋ ਸਿੱਖਿਆ ਦੇ ਨਾਲ ਨਾਲ ਚੱਲਦੀ ਰਹਿੰਦੀ ਹੈ, ਜਿਹਨੂੰ ਆਪਾਂ ਕਹਿੰਦੇ ਆ ਕਿ ਅਸੈਸਮੈਂਟ ਫੋਰ ਲਰਨਿੰਗ, ਠੀਕ ਹੈ। ਤੇ ਸਮੈਟਿਵ ਹੁੰਦੀ ਹੈ ਅਸੈਸਮੈਂਟ ਆਫ ਲਰਨਿੰਗ, ਠੀਕ ਹੈ। ਤਾਂ ਜਿਹੜੀ ਫਾਰਮੈਟਿਵ ਅਸੈਸਮੈਂਟ ਹੈ ਉਹਦੇ ਵਿੱਚ ਨਾਲ ਨਾਲ ਬੱਚਿਆਂ ਨੂੰ ਸਿਖਾਇਆ ਜਾਂਦਾ, ਪ੍ਰੋਜੈਕਟ ਵਰਕ ਦਿੱਤਾ ਜਾਂਦਾ, ਜੋ ਵੀ ਸਮੈਟਿਵ ਐਂਡ ਵਿੱਚ ਜਿਹੜੇ ਐਨੂਅਲ ਐਗਜ਼ਾਮ ਦਿੱਤੇ ਜਾਂਦੇ। ਤਾਂ ਹੁਣ ਤੁਹਾਨੂੰ ਆਨਸਰ ਪਤਾ ਚੱਲ ਹੀ ਗਿਆ ਹੋਏਗਾ ਕਿ ਕਿਹੜਾ ਮੋਡ ਯੂਜ਼ ਕੀਤਾ ਜਾਂਦਾ ਸਮੈਟਿਵ ਚ ਐਨੂਅਲ ਐਗਜ਼ਾਮ। Which of the following is the most appropriate form of assessing the affective domain? ਦੇਖੋ ਤੁਹਾਨੂੰ ਪਤਾ ਹੋਣਾ ਚਾਹੀਦਾ affective domain ਕੀ ਹੈ। ਤਿੰਨ ਤਰ੍ਹਾਂ ਦੀ ਡੋਮੇਨ ਦੀ ਗੱਲ ਕੀਤੀ ਹੈ, ਨਾਮ ਹੁਣ ਮੈਨੂੰ ਭੁੱਲ ਰਿਹਾ ਕਿੰਨੇ, ਪਰ ਇੱਕ ਤਾਂ ਸਾਈਕੋਮੋਟਰ ਡੋਮੇਨ ਹੁੰਦੀ ਹੈ, ਇਹ ਜਿਸ ਚ ਫਿਜ਼ੀਕਲ ਐਕਟੀਵਿਟੀ। ਇੱਕ ਕੋਗਨੀਟਿਵ ਹੁੰਦੀ ਹੈ ਜਿਹਦੇ ਵਿੱਚ ਮੈਂਟਲ ਹੋ ਜਾਂਦਾ, ਤੇ ਅਫੈਕਟਿਵ ਹੁੰਦੀ ਹੈ ਇੱਕ ਜਿਹਦੇ ਵਿੱਚ ਆਪਾਂ ਇਮੋਸ਼ਨਸ ਦੀ ਗੱਲ ਕਰਦੇ ਹਾਂ, ਇਮੋਸ਼ਨਸ ਹੋ ਗਏ, ਫੀਲਿੰਗਸ ਹੋ ਗਈਆਂ, ਠੀਕ ਹੈ। ਅਫੈਕਟਿਵ ਡੋਮੇਨ ਕਹਿ ਰਹੇ ਨੇ ਵੀ ਤੁਸੀਂ which of the following most appropriate form of assessing affective emotions, ਤੁਸੀਂ ਕਿਸ ਤਰੀਕੇ ਨਾਲ ਬੱਚੇ ਦੇ ਦੇਖ ਸਕਦੇ ਹੋ, ਇੰਟਰਵਿਊ ਨਾਲ, ਆਬਜ਼ਰਵੇਸ਼ਨ ਨਾਲ, ਕੁਐਸਚਨੇਅਰ ਜਾਂ ਰਿਟਨ ਟੈਸਟ। ਬਸ ਸਾਫ਼ ਤੁਹਾਨੂੰ ਪਤਾ ਲੱਗ ਜਾਏਗਾ ਜਦੋਂ ਤੁਹਾਨੂੰ ਮੀਨਿੰਗ ਪਤਾ ਹੋਏਗਾ। ਆਬਜ਼ਰਵੇਸ਼ਨ ਨਾਲ ਤੁਸੀਂ ਕਿਸੇ ਦੇ ਵੀ ਫੀਲਿੰਗਸ ਇਮੋਸ਼ਨਸ ਨੂੰ ਜਾਂਚ ਸਕਦੇ ਹੋ, ਠੀਕ ਹੈ ਜੀ। ਤਾਂ ਇਹ ਸੀ ਛੋਟੀ ਜਿਹੀ ਗੱਲ, ਅੱਗੇ ਦੇਖਦੇ ਹਾਂ। ਪ੍ਰਣਵ એનર્ਜੀ ਸੀਮਸ ਟੂ ਬੀ ਓਵਰ, ਤੁਸੀਂ ਦੇਖੋ ਫਾਸਟ ਲੱਗ ਰਿਹਾ, ਤੁਸੀਂ ਦੁਬਾਰਾ ਵੀਡੀਓ ਦੇਖ ਸਕਦੇ ਹੋ, ਬਟ ਮੇਰਾ ਮਕਸਦ ਇਹ ਹੈ ਕਿ ਤੁਹਾਨੂੰ ਥੋੜੇ ਸਮੇਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਕੰਮ ਮੈਂ ਜੀ ਕਰਵਾ ਦਾਂ। Pranav energy seems to be overloaded with the bounces on his seat and frequently interrupts other. It is difficult for him to focus and listen to his teachers. He is more likely to belong to each of the following. Simple question ਹੈ, ਵੱਡਾ ਦੇਖ ਕੇ ਡਰਨਾ ਨਹੀਂ ਹੈ। ਉਹ ਕਹਿੰਦੇ ਵੀ ਇੱਕ ਪ੍ਰਣਵ ਇੱਕ ਮੁੰਡਾ ਹੈ ਜਿਹਦੀ એનર્ਜੀ ਬਹੁਤ ਜ਼ਿਆਦਾ ਲੱਗਦੀ ਹੈ, ਵੀ ਉਹ ਕਿਸੇ ਵੀ ਚੀਜ਼ ਤੇ ਫੋਕਸ ਕਰਨ ਚ ਉਹਨੂੰ ਮੁਸ਼ਕਿਲ ਆ ਰਹੀ ਹੈ, ਆਪਣੇ ਅਧਿਆਪਕਾਂ ਨੂੰ ਵੀ ਨਹੀਂ ਸੁਣਦਾ। ਉਹ ਕਿਹੜੀ ਕੈਟਾਗਰੀ ਚ ਆਉਂਦਾ ਹੈ? ਆਪਾਂ ਨੇ ਪੜ੍ਹਿਆ ਹੋਇਆ ADHD, ਅਟੈਂਸ਼ਨ ਡੈਫੀਸ਼ੀਐਂਟ ਹਾਈਪਰ ਐਕਟੀਵਿਟੀ ਆਰਡਰ ਹੈ ਜਿਹੜਾ, ਉਹ ਬੱਚਿਆਂ ਵਿੱਚ ਪਾਇਆ ਜਾਂਦਾ ਹੈ, ਠੀਕ ਹੈ, ਜਿਸ ਕਰਕੇ ਬੱਚੇ ਜ਼ਿਆਦਾ ਓਵਰਲੋਡ ਹੋਣਾ ਚ એનર્ਜੀ ਹੁੰਦੀ ਹੈ, ਕਿਸੇ ਚੀਜ਼ ਤੇ ਫੋਕਸ ਨਹੀਂ ਕਰਦੇ। JPD ਸਟੈਂਡ ਫॉर ਬਹੁਤ ਹੀ ਸਿੰਪਲ ਕੁਐਸਚਨ, ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ। ਜੇ ਤੁਸੀਂ ਪੜ੍ਹਿਆ ਹੋਏਗਾ, ਇਹ ਏਰੀਆ ਹੈ ਜਿੱਥੇ ਬੱਚੇ ਦੀ ਗਰੋਥ ਕਹਿ ਸਕਦੇ ਆਪਾਂ ਸੰਭਵ ਹੈ। ਇਹ ਵਿਦਿਆਰਥੀ ਨੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਟਰਮ ਦਿੱਤੀਆਂ ਹੈ JPD ਏਰੀਆ ਜਿੱਥੇ ਬੱਚੇ ਦਾ ਵਿਕਾਸ ਸੰਭਵ ਹੈ, ਸਕੈਫੋਲਡਿੰਗ ਕੋਈ ਤੋਂ ਬਾਰੀ ਜੋ ਹੈਲਪ ਮਿਲ ਰਹੀ ਹੈ, ਪ੍ਰੋਸੈਸ ਆਫ ਹੈਲਪਿੰਗ ਅ ਚਾਈਲਡ, ਇੱਕ MKO ਮਤਲਬ ਮੋਰ ਨੋਲੇਜੇਬਲ ਜਿਹੜਾ ਅਦਰ ਪਰਸਨ ਹੈ ਜੋ ਬੱਚੇ ਨੂੰ ਹੈਲਪ ਦਿੰਦਾ ਹੈ, ਠੀਕ ਹੈ। ਤਾਂ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ, ਠੀਕ ਹੈ, ਆਫ ਜ਼ੋਨ ਫॉर ਪ੍ਰੋਕਸੀਮਲ ਡਿਵੈਲਪਮੈਂਟ ਨਹੀਂ, ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ, ਠੀਕ ਹੈ। ਅੱਗੇ ਦੇਖਦੇ ਹਾਂ, when a teacher is assessing students in classroom, which of the following as an objective is avoided considering it is an authentic test? ਜਦੋਂ ਇੱਕ ਕਲਾਸ ਦੇ ਵਿੱਚ ਟੀਚਰ ਬੱਚਿਆਂ ਨੂੰ ਅਸੈਸ ਕਰ ਰਹੀ ਹੈ, ਉਹਨਾਂ ਦਾ ਮੁਲਾਂਕਣ ਕਰ ਰਹੀ ਹੈ, ਕਿਹੜਾ ਆਬਜੈਕਟਿਵ ਹੈ ਜੋ ਉਹ ਅਵੋਇਡ ਕਰੇਗੀ? ਫੀਡਬੈਕ ਸਟੂਡੈਂਟ ਨੂੰ ਦੇਣਾ ਅਬਾਊਟ देयर ਪਰਫਾਰਮੈਂਸ, ਇਹ ਤਾਂ ਮੇਨ ਹੀ ਹੈ। ਅਸੈਸ ਤਾਂ ਕਰੇ ਫੀਡਬੈਕ ਦੇ ਸਕੇ, ਬੱਚਿਆਂ ਦੀ ਹੈਬਿਟਸ ਨੂੰ, ਰੈਪਰਟੋਇਰਸ ਨੂੰ, ਜੋ ਵੀ ਬੱਚੇ ਪੇਸ਼ ਕਰਦੇ ਨੇ ਉਹਨਾਂ ਦਾ ਮੁਲਾਂਕਣ ਕਰਨਾ, ਇਹ ਵੀ ਜ਼ਰੂਰੀ ਹੈ। ਮਿਨੀਮਾਈਜ਼ ਨੀਡਲੈਸ ਤੇ ਡੈਮੋਰਲਾਈਜ਼ਿੰਗ ਕੰਪੈਰੀਜ਼ਨ ਅਮੰਗ ਸਟੂਡੈਂਟ, ਹਾਂ ਇਹ ਸਹੀ ਹੈ ਵੀ ਟੀਚਰ ਜਦੋਂ ਵੀ ਅਸੈਸ ਕਰਦੀ ਹੈ ਉਹ ਇਹ ਨਹੀਂ ਹੈ ਵੀ ਬੱਚਿਆਂ ਵਿੱਚ unnecessary ਹੀ ਕੰਪੈਰੀਜ਼ਨ ਕਰੀਏ, ਐਸਾ ਕੁਝ ਨਹੀਂ ਕਰਦੀ ਟੀਚਰ। ਸਟੂਡੈਂਟਸ ਇੰਡੀਵਿਜੂਅਲ ਐਪਟੀਟਿਊਡ ਲਰਨਿੰਗ ਸਟਾਈਲ ਸ਼ੁੱਡ ਨਾਟ ਬੀ ਕੰਸੀਡਰਡ, ਹਾਂ ਇਹ ਠੀਕ ਹੈ। ਜਦੋਂ ਵੀ ਕੋਈ ਟੈਸਟ ਅਸੈਸ ਕਰ ਰਹੀ ਹੈ ਤਾਂ ਟੀਚਰ ਨੂੰ ਇਸ ਨਾਲ ਤਾਂ ਕੋਈ ਨਹੀਂ ਹੈ ਕਿ ਬੱਚੇ ਦਾ ਸਿੱਖਣ ਦਾ ਕੀ ਤਰੀਕਾ ਹੈ, ਸਭ ਤੋਂ ਕੋਈ ਜ਼ਰੂਰੀ ਨਹੀਂ ਹੈ। ਹਰ ਬੱਚੇ ਦਾ ਸਿੱਖਣ ਦਾ ਇੱਕ ਤਰੀਕਾ ਅਲੱਗ ਤੌਰ ਤੇ ਹੈ, ਤਾਂ ਟੀਚਰ ਇਸ ਚੀਜ਼ ਨੂੰ ਅਸੈਸ ਨਹੀਂ ਕਰੇਗੀ। ਤਾਂ ਆਨਸਰ ਡੀ ਇਜ਼ ਰਾਈਟ। Whenever you are making a multiple choice question, wrong answers are offered as the choices with the correct answer. Wrong answers are known as, simple question ਹੈ, ਕਹਿੰਦੇ ਵੀ ਜਦੋਂ ਤੁਹਾਨੂੰ ਮਲਟੀਪਲ ਚੋਇਸ ਕੁਐਸਚਨ ਦਿੱਤੇ ਜਾਂਦੇ ਨੇ ਨਾ, ਰੋਂਗ ਆਨਸਰ ਵੀ ਦਿੱਤੇ ਜਾਂਦੇ ਨੇ ਚੋਇਸਸ ਦੇ ਵਿੱਚ ਕਰੈਕਟ ਆਨਸਰ ਦੇ ਨਾਲ, ਉਹਨਾਂ ਨੂੰ ਕੀ ਕਹਿੰਦੇ ਰੋਂਗ ਆਨਸਰ? ਤਾਂ ਸਿੰਪਲ ਤੁਸੀਂ ਯਾਦ ਰੱਖੋਗੇ ਉਹਨਾਂ ਨੂੰ
डिस्ट्रैक्टर्स कहते हैं, डिस्ट्रैक्ट करते हैं जो सानू सही दिशा तो, ठीक है। STEM थोड़ा यार पोर्टफोलियो ਦੇ ਰੂਬਰਿਕਸ ਤਾਂ ਟੈਸਟ ਹੁੰਦੇ ਨੇ ਇੱਕ ਤਰੀਕੇ ਦੇ, ਪੋਰਟਫੋਲੀਓ ਬੱਚੇ ਦੀ ਅਚੀਵਮੈਂਟਸ ਦਾ ਇੱਕ ਡਿਟੇਲ ਬਣਾ ਕੇ ਰੱਖਦੇ ਆ, ਰੂਬਰਿਕਸ ਵੀ ਐਵੇਂ ਦੇ ਕੁਝ ਟੈਸਟ ਹੁੰਦੇ ਨੇ ਬੱਚੇ ਨੂੰ ਇਵੈਲੂਏਟ ਕਰਨ ਲਈ। STEM ਹੁੰਦਾ ਵੀ ਜਿਵੇਂ ਇੱਕ ਕੁਐਸਚਨ ਦੇਤਾ ਉਸ ਚ ਫਿਲਿੰਗ ਦੀ ਬਲੈਂਕਸ ਮਤਲਬ ਗੈਪ ਭਰਨਾ ਹੁੰਦਾ ਹੈ। STEM ਇਸ ਤਰੀਕੇ ਦੇ ਕੀ ਵੀ ਇੱਕ ਵਰਡ ਹੈ, ਕੀ ਦਾ ਮਤਲਬ ਹੁੰਦਾ ਆਨਸਰ, ਜਿਵੇਂ ਡਿਸਟਰੈਕਟਰ ਦਾ ਮਤਲਬ ਹੈ ਕਨਫਿਊਜ਼ ਕਰਨ ਵਾਲੇ ਆਪਸ਼ਨ ਆ, ਕੀ ਦਾ ਮਤਲਬ ਹੁੰਦਾ ਆਨਸਰ। The basic idea of inquiry learning involves the following elements. Inquiry learning ना ਆਪਾਂ ਵੈਸੇ ਸਾਇੰਸ ਪੈਡਾਗੋਜੀ ਚ ਤੁਸੀਂ ਪੜ੍ਹੀ ਹੋਏਗੀ, ਪ੍ਰੋਸੈਸ ਇਨਕੁਆਇਰੀ, ਪ੍ਰੋਸੈਸ ਆਫ ਇਨਕੁਆਇਰੀ ਦੇ ਵਿੱਚ ਕੀ ਹੁੰਦਾ ਹੈ, ਕੋਈ ਤੁਹਾਨੂੰ ਪ੍ਰੋਬਲਮ ਦੇ ਦਿੰਦੇ ਨੇ, ਠੀਕ ਹੈ, ਵੀ ਉਹਦੇ ਵਿੱਚ ਤੁਸੀਂ ਹਾਈਪੋਥੇਸਿਸ ਕ੍ਰੀਏਟ ਕਰਨੇ ਹੁੰਦੇ ਨੇ, ਇੱਥੇ ਡਰਾ ਨਹੀਂ ਆਏਗਾ। ਕਲੈਕਟ ਡਾਟਾ, ਇੱਥੇ ਡਾਟਾ ਇਕੱਠਾ ਕਰਨਾ ਹੁੰਦਾ ਹੈ, ਫਾਰਮੂਲੇਟ ਹਾਈਪੋਥੇਸਿਸ ਬਣਾਉਣੇ ਹੁੰਦੇ ਨੇ ਪਹਿਲੇ, ਫਿਰ ਕਲੈਕਟ ਡਾਟਾ, ਫਿਰ ਡਰਾ ਕਰੋ ਕੰਕਲੂਜਨ, ਫਿਰ ਰਿਫਲੈਕਟ ਔਨ ਦ ਓਰੀਜਨਲ ਪ੍ਰੋਬਲਮ, ਮਤਲਬ ਦੇਖੋ ਵੀ ਤੁਹਾਡੀ ਥਿੰਕਿੰਗ ਸਹੀ ਹੈ ਜਾਂ ਰਾਈਟ ਹੈ। ਇਹ ਆਪਸ਼ਨ ਬਿਲਕੁਲ ਸਹੀ ਹੈ, ਇਹਦੇ ਵਿੱਚ ਜ਼ਿਆਦਾ ਨਹੀਂ ਕਰਾਂਗੇ ਲੰਬਾ ਚੌੜਾ, ਕਿਉਂਕਿ ਇੱਥੇ ਤਾਂ ਡਰਾ ਕੰਕਲੂਜਨ ਵਿੱਚ ਹੀ ਆ ਗਿਆ, ਇੱਥੇ ਕਲੈਕਟ ਕੰਕਲੂਜਨ ਆ ਗਿਆ, ਇੱਥੇ ਵੀ ਕਲੈਕਟ ਗਲਤ ਹੋ ਗਿਆ ਨਾ, ਕਲੈਕਟ ਡਾਟਾ ਰॉ ਡਾਟਾ ਇਕੱਠਾ ਕਰਦੇ ਆ, ਫਿਰ ਕੰਕਲੂਜਨ ਡਰਾ ਕਰਦੇ ਆ। ਅੱਗੇ ਦਿਸ ਸਟੇਜ is the time of sexual reawakening. The source of sexual pleasure now becomes someone outside the family. The stage influences psychosexual theory is ਫਰੀਡ ਦੀ ਤੁਸੀਂ ਨੇ ਸਾਈਕੋਸੈਕਸ਼ੁਅਲ ਥਿਊਰੀ ਪੜ੍ਹੀ ਹੈ ਤਾਂ ਤੁਹਾਨੂੰ ਪਤਾ ਹੋਏਗਾ ओल्ड एज people love grapes in morning, याद रखिए ओल्ड एज पीपल, ओ तो oral, ए तो anal, pelvic, एल तो latency, ਈਥੋਜਨ। ਇਹਨਾਂ ਨੇ 5 ਸਟੇजेस ਦਿੱਤੀਆਂ ਨੇ ਜਿਹਦੇ ਵਿੱਚ ਇਹਨਾਂ ਨੇ ਇਡ ਨੂੰ ਇੰਪੋਰਟੈਂਟ ਕਿਹਾ ਹੈ, ਠੀਕ ਹੈ, એનર્ਜੀ, ਸੈਕਸ਼ੂਅਲ એનર્ਜੀ ਨੂੰ ਇਹਨਾਂ ਨੇ ਇੰਪੋਰਟੈਂਸ ਦਿੱਤੀ ਹੈ। ਔਰਲ ਚ ਕਹਿੰਦੇ ਨੇ ਵੀ ਸਾਰੀ એનર્ਜੀ ਮੂੰਹ ਦੇ ਵਿੱਚ ਹੈ, ਸਾਰੀ ਚੀਜ਼ਾਂ ਮੂੰਹ ਰਾਹੀਂ ਕਰਦਾ ਬੱਚਾ। ਐਨਲ ਦੇ ਵਿੱਚ ਪੋਟਰੀ ਟ੍ਰੇਨਿੰਗ ਵਗੈਰਾ ਸਭ ਕੁਝ ਹੁੰਦੀ ਹੈ। ਫੈਲਿਕ ਦੇ ਵਿੱਚ ਬੱਚਾ ਡਿਫਰੈਂਸ ਕਰਨਾ ਸਿੱਖ ਜਾਂਦਾ ਹੈ, ਮਤਲਬ ਲੜਕੀ ਲੜਕਾ ਦੇ ਵਿੱਚ ਲੜਕੇ ਨੂੰ ਪਤਾ ਹੈ ਕਿ ਮੈਂ ਲੜਕਾ ਹੀ ਹਾਂ, ਲੜਕੀ ਨੂੰ ਪਤਾ ਲੜਕੀ ਹੀ ਹਾਂ। ਲੜਕਿਆਂ ਦੇ ਵਿੱਚ ਓਡੀਪਸ ਕੰਪਲੈਕਸ ਆ ਜਾਂਦਾ ਹੈ, ਲੜਕੀਆਂ ਚ ਐਟਸੈਟਰਾ ਕੰਪਲੈਕਸ ਆ ਜਾਂਦਾ ਹੈ, ਜਿਹਦੇ ਵਿੱਚ ਲੜਕੀਆਂ ਵੱਲ ਮਦਰ ਨੂੰ ਜ਼ਿਆਦਾ ਅੱਛਾ ਮਤਲਬ ਪਿਆਰ ਕਰਦੇ ਨੇ ਤੇ ਲੜਕੀਆਂ ਆਪਣੇ ਫਾਦਰ ਵੱਲ। ਤੇ ਲੈਟੈਂਸੀ ਜਿਹੜੀ ਸਟੇਜ ਹੈ ਇਹ ਤੁਸੀਂ ਸਕੂਲ ਟਾਈਮ ਦੀ ਸਟੇਜ ਕਹਿ ਸਕਦੇ ਹੋ, 6 ਤੋਂ 12-13 ਸਾਲ ਤੱਕ ਕਹਿ ਸਕਦੇ ਹੋ ਇਹ, ਠੀਕ ਹੈ, 13 ਸਾਲ ਤੱਕ। ਇਹਦੇ ਵਿੱਚ ਜਿਹੜਾ ਸਾਰਾ ਫੋਕਸ ਹੈ ਬੱਚੇ ਦਾ ਸਕੂਲ ਐਜੂਕੇਸ਼ਨ ਵਰਕ ਤੇ ਹੈ। ਇਹਦੇ ਵਿੱਚ ਜਿਹੜੀ ਤੁਸੀਂ ਕਹਿ ਸਕਦੇ ਹੋ ਸੈਕਸ਼ੂਅਲ ਜੋ ਉਹ ਹੈ ਅਰਜ ਉਹ ਜ਼ਿਆਦਾ ਨਹੀਂ ਹੁੰਦੀ, ਇਹ ਡੋਰਮੈਂਟ ਹੈ, ਇੱਥੇ ਸੈਕਸ਼ੂਅਲ ਅਰਜ ਡੋਰਮੈਂਟ ਹੈ। ਤੇ ਜੈਨੀਟਲ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਹੈ। ਤਾਂ ਕੁਐਸਚਨ ਵੀ ਇਹੀ ਕਹਿ ਰਿਹਾ ਕਿ ਬੰਦੇ ਦੀ ਸੈਕਸ਼ੂਅਲ ਰੀਏਕਨਿੰਗ ਹੋ ਚੁੱਕੀ ਹੈ, ਸੈਕਸ਼ੂਅਲ ਪਲੇਜਰ ਨਾउ ਬਿਕਮ ਸਮਨ ਆਊਟਸਾਈਡ ਦਾ ਫੈਮਿਲੀ, ਤਾਂ ਉਹਦੇ ਵਿੱਚ ਇਹ ਲਾਸਟ ਸਟੇਜ ਆ ਜਾਏਗੀ ਜੈਨੀਟਲ, ਠੀਕ ਹੈ, ਜਿਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਲਵ ਰਿਲੇਸ਼ਨਸ਼ਿਪਸ ਵਗੈਰਾ ਬੰਦੇ ਨੇ, ਠੀਕ ਹੈ, ਅਡੋਲੋਸੈਂਟ ਸਟੇਜ ਆ ਜਾਂਦੀ ਹੈ ਇਹ ਵਾਲੀ। ਤੁਹਾਨੂੰ ਯਾਦ ਰਹਿਣਾ ਜਿਹਦਾ ओल्ड एज पीपल लव ग्रेप्स, ਇਹ 5 ਸਟੇजेस ਦਿੱਤੀਆਂ ਨੇ ਜਿਹਦੇ ਵਿੱਚ ਇਹਨਾਂ ਨੇ ਈਗੋ, ਸੁਪਰ ਈਗੋ ਦੀ ਗੱਲ ਕੀਤੀ ਹੈ, ਠੀਕ ਹੈ, ਹੋਰ ओडिपस सेट्रा ਕੰਪਲੈਕਸ ਦੀ ਗੱਲ ਕੀਤੀ ਹੈ। ਅੱਛਾ ਇਹ ਸਭ ਤੁਸੀਂ ਯਾਦ ਰੱਖੋਗੇ। ਇਡ ਦੀ ਗੱਲ ਕੀਤੀ ਹੈ, ਠੀਕ ਹੈ, ਲਿਬਿਡੋ ਦੀ ਗੱਲ ਕੀਤੀ ਹੈ। ਲਿਬਿਡੋ ਇਜ਼ ਲਾਈਕ ਸੈਕਸ਼ੂਅਲ ਅਰਜ ਕਹਿ ਸਕਦੇ ਹੋ, ਤੁਸੀਂ એનર્ਜੀ ਕਹਿ ਸਕਦੇ ਹੋ। The person responsible for the development and design of the first useful individual test of intelligence, very important question है। फर्स्ट टेस्ट ਜਿਹੜਾ ਨੇ ਇੰਟੈਲੀਜੈਂਟ ਟੈਸਟ ਦਿੱਤਾ ਤੁਸੀਂ ਯਾਦ ਰੱਖੋਗੇ ਉਹ ਸੀਗੇ ਐਲਫਰਡ ਬਿਨੇ, ਠੀਕ ਹੈ ਜੀ, ਇੱਥੇ ਬਿਨੇ ਦਾ ਨਾਮ। Special material equipment and strategy that specifically help students with a low vision, ਬੱਚੇ ਦਾ ਵਿਜ਼ਨ ਘੱਟ ਹੈ, to function regular classroom include, ਕੀ ਤੁਸੀਂ ਐਸੀ ਉਹਦੀ ਹੈਲਪ ਕਰੋਗੇ ਤਾਂ ਕਿ ਉਹ ਆਰਾਮ ਨਾਲ ਰੈਗੂਲਰ ਕਲਾਸਰੂਮ ਦੇ ਵਿੱਚ ਕੰਮ ਕਰ ਸਕੇ। ਲਾਰਜ ਪ੍ਰਿੰਟ ਟਾਈਪਰਾਈਟਰ, ਯੂਜ਼ ਆਫ ਸਾਈਨ ਲੈਂਗੁਏਜ, ਸਾਈਨ ਲੈਂਗੁਏਜ ਸਮਝ ਕੇ ਦੇਖੋ ਨਾ ਤੁਸੀਂ ਖੁਦ ਹੀ ਫਿਰ ਹੱਥਾਂ ਨਾਲ ਐਕਸ਼ਨ ਕਰ ਰਹੇ ਹੋ ਤਾਂ ਫਿਰ ਲੋ ਵਿਜ਼ਨ ਹੀ ਲੋ ਹੈ। ਜਦੋਂ ਫਿੰਗਰ ਸਪੈਲਿੰਗ ਜਾਂ ਯੂਜ਼ ਵਿਜ਼ੂਅਲ ਕਿਊਜ਼ ਐਜ਼ ਓਪਨ, ਨਹੀਂ ਜੀ ਨਹੀਂ, ਲਾਰਜ ਪ੍ਰਿੰਟ ਟਾਈਪਰਾਈਟਰ ਨਹੀਂ ਹੈ ਇੱਥੇ, ਲਾਰਜ ਪ੍ਰਿੰਟ ਦੇ ਦੋਗੇ ਤੁਸੀਂ ਬੜੇ ਅੱਖਰਾਂ ਵਿੱਚ ਮਤਲਬ ਲਿਖਿਆ ਹੋਏਗਾ, ਕਿਉਂਕਿ ਵਿਜ਼ਨ ਘੱਟ ਹੈ, ਮਤਲਬ ਹੀ ਇਜ਼ ਨਾਟ ਬਲਾਈਂਡ, ਤੇ ਜਦੋਂ ਵੱਡੇ ਅੱਖਰਾਂ ਵਿੱਚ ਲਿਖਿਆ ਹੋਏਗਾ ਤੁਹਾਨੂੰ ਪੜ੍ਹਨ ਦੇ ਵਿੱਚ ਆਸਾਨੀ ਰਹੇਗੀ, ਤਾਂ ਆਨਸਰ ਇਹਦਾ ਇਹ ਹੋਏਗਾ। Which of the following is not directly associated with policy for inclusion? हाँ किन्ना ने, अच्छा ठीक है, ਇਹ ਫੈਕਚੁਅਲ ਕੁਐਸਚਨ ਤੁਸੀਂ ਯਾਦ ਰੱਖੋਗੇ।
ਕਿਓਟੋ ਪ੍ਰੋਟੋਕੋਲ ਸੀਗਾ ਜਿਹੜਾ ਪਾਲਿਸੀ ਆਫ ਇਨਕਲੂਜਨ ਦੇ ਨਾਲ ਰਿਲੇਟਡ ਨਹੀਂ ਹੈ, ਬਾਕੀ ਸਾਰੇ ਨੇ ਸਲਾਮੈਂਕਾ ਸਟੇਟਮੈਂਟ ਫਰੇਮਵਰਕ, ਵਾਕੋ ਮਿਲੇਨੀਅਮ ਫਰੇਮਵਰਕ ਤੇ ਡਾਕਰ ਫਰੇਮਵਰਕ, ਇਹ ਤਿੰਨੋਂ ਇਨਕਲੂਡਡ ਹੈ, ਮਤਲਬ ਐਸੋਸੀਏਟਡ ਹੈਗੇ ਨੇ, ਕਿਓਟੋ ਪ੍ਰੋਟੋਕੋਲ ਨਹੀਂ ਹੈ। ਅਗਲਾ ਕੁਐਸਚਨ ਦੇਖ ਲੈਂਦੇ ਆ, a dash in an inborn automatic response to a particular form of stimulation, a dash। ਹੁਣ ਆਪਾਂ ਪਿੱਛੇ ਜੇ ਵੀ ਸ਼ੁਰੂ ਚ ਕੁਐਸਚਨ ਆਇਆ ਸੀ ਨਾ, resilience conditioning reflex control deficiency, ਇਹ ਛੋਟੇ ਸ਼ਿਸ਼ੂ ਦੇ ਵਿੱਚ ਆਟੋਮੈਟਿਕ ਰਿਸਪੌਂਸ ਆਉਂਦਾ ਹੈ ਟੂ ਅ ਪਾਰਟਿਕੂਲਰ ਫਾਰਮ ਆਫ ਸਟਿਮੂਲੇਸ਼ਨ, ਠੀਕ ਹੈ, ਜਿਵੇਂ ਤੁਸੀਂ ਬੱਚਿਆਂ ਨੂੰ ਫੇਸ ਨੂੰ ਟੱਚ ਕਰ ਲਿਆ ਜਾਂ ਉਹਨਾਂ ਨੂੰ ਮਤਲਬ ਸਮਾਈਲ ਕਰਨ ਲਈ ਕਿਹਾ, ਕੁਝ ਵੀ ਹੈ ਨਾ, ਤਾਂ ਇਹ ਰਿਫਲੈਕਸ ਪ੍ਰਤੀਕਿਰਿਆ ਮਤਲਬ ਦਿੰਦੇ ਨੇ ਬੱਚੇ, ਠੀਕ ਹੈ। ਸੋ ਰਿਫਲੈਕਸ ਇਜ਼ ਦ ਰਾਈਟ ਆਨਸਰ। In dash conditioning, infant acts or operate on the environment and stimuli that follow their behavior change the probability that behavior will occur again। ਇਸ ਚ ਸਿਰਫ ਇਹ ਕਹਿਣਾ ਚਾਹ ਰਿਹਾ ਵੀ ਕਿਹੜੀ ਐਸੀ ਕੰਡੀਸ਼ਨਿੰਗ ਹੈ ਜਿਹਦੇ ਵਿੱਚ ਕੁਝ ਬੱਚੇ ਜਾਂ ਕੋਈ ਸਟੂਡੈਂਟਸ ਹੀ ਕਹਿ ਲਓ, ਇਨਫੈਂਟਸ ਸਟੂਡੈਂਟਸ ਕੰਮ ਕਰਦੇ ਨੇ ਤੇ ਫਿਰ ਉਸ ਤੋਂ ਬਾਅਦ ਕੀ ਪ੍ਰੋਵਾਈਡ ਕਰਵਾਇਆ ਜਾਂਦਾ ਜਿਹਦੇ ਨਾਲ ਬੱਚੇ ਦੇ ਵਿੱਚ ਬਿਹੇਵੀਅਰ ਉਹਦਾ ਚੇਂਜ ਹੋ ਸਕਦਾ ਹੈ ਜਾਂ ਕੁਝ। ਆਪਰੈਂਟ ਕੰਡੀਸ਼ਨਿੰਗ ਤੁਸੀਂ ਯਾਦ ਰੱਖੋਗੇ ਜੋ BF ਸਕਿਨਰ ਨੇ ਦਿੱਤੀ ਸੀ, ਜਿਹਦੇ ਵਿੱਚ ਰੀਇਨਫੋਰਸਮੈਂਟ ਦੀ ਗੱਲ ਕੀਤੀ ਸੀਗੀ ਤੇ ਪਨਿਸ਼ਮੈਂਟ ਦੀ ਗੱਲ ਕੀਤੀ ਸੀਗੀ, ਠੀਕ ਹੈ। ਰੀਇਨਫੋਰਸਮੈਂਟ ਨਾਲ ਜਿਹੜਾ ਬੱਚੇ ਦਾ ਬਿਹੇਵੀਅਰ ਹੈ ਉਹ ਹੋਰ ਸਟਰੈਂਥਨ ਹੋਏਗਾ, ਅਪ ਜਾਏਗਾ। ਪਨਿਸ਼ਮੈਂਟ ਨਾਲ ਜਿਹੜਾ ਉਹਦਾ ਬਿਹੇਵੀਅਰ ਹੈ ਜਿਹੜਾ ਪਾਰਟਿਕੂਲਰ ਉਹ ਡਿਕਰੀਜ਼ ਹੋਏਗਾ, ਠੀਕ ਹੈ। ਤਾਂ ਇਸੇ ਦੀ ਗੱਲ ਕਰ ਰਹੇ ਨੇ ਬਿਹੇਵੀਅਰ ਚੇਂਜ ਦਾ ਪ੍ਰੋਬੇਬਿਲਿਟੀ दैट ਬਿਹੇਵੀਅਰ ਵਿਲ ਅਕਰ ਅਗੇਨ, ਠੀਕ ਹੈ। ਵੀ ਐਸਾ ਕਿਆ ਸਟਿਮੂਲਸ ਪ੍ਰੋਵਾਈਡ ਕਰਨਗੇ ਰੀਇਨਫੋਰਸਮੈਂਟ ਦੀ ਫਾਰਮ ਚ ਜਾਂ ਪਨਿਸ਼ਮੈਂਟ ਦੀ ਫਾਰਮ। ਸੋ ਆਪਰੈਂਟ ਕੰਡੀਸ਼ਨਿੰਗ ਦੇ ਵਿੱਚ BF ਸਕਿਨਰ ਦੀ ਅਗਰ ਆਪਾਂ ਗੱਲ ਕਰੀਏ, ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਮੈਨੂੰ ਉਮੀਦ ਹੈ ਤੁਹਾਨੂੰ ਕਾਫੀ ਸਾਰੀ ਥਿਊਰੀਜ਼ ਦਾ ਪਤਾ ਲੱਗ ਰਿਹਾ ਹੋਏਗਾ। ਇੱਕ ਓਵਰਆਲ ਮੈਂ ਤੁਹਾਨੂੰ ਆਈਡੀਆ ਦੇਣ ਦੀ ਕੋਸ਼ਿਸ਼ ਕਰ ਰਹੀ ਹਾਂ ਵਾਇਆ ਥੀਸ ਕੁਐਸਚਨਸ। ਵਿਚ ਆਫ ਦਾ ਫੋਲੋਇੰਗ ਆਰ ਟੂ ਮੇਜਰ ਫੀਚਰਸ ਆਫ ਪਿਆਜੇ ਫਾਰਮਲ ਆਪਰੇਸ਼ਨ ਸਟੇਜ ਆਫ ਕੋਗਨੀਟਿਵ। ਫਾਰਮਲ ਆਪਰੇਸ਼ਨ ਦੇਖੋ ਇਹ ਲਾਸਟ ਸਟੇਜ ਹੈ, ਚੌਥੀ ਸਟੇਜ ਹੈ ਪਿਆਜੇ ਦੀ, ਲਾਸਟ SPCF। ਹਾਈਪੋਥੈਟਿਕਲ ਡਿਡਕਟਿਵ ਰੀਜ਼ਨਿੰਗ ਐਂਡ ਪ੍ਰੋਪੋਰਸ਼ਨਲ ਥੋਟ, ਅੱਗੇ ਸਪੇਸ਼ੀਅਲ ਵਗੈਰਾ, ਸੀਰੀਏਸ਼ਨ ਸਪੇਸ਼ੀਅਲ, ਇਹ ਸਭ ਕੁਝ ਨਹੀਂ ਹੈ, ਠੀਕ ਹੈ। ਇਹ ਨਹੀਂ ਹੈ, ਸਿਰਫ ਫਸਟ ਆਪਸ਼ਨ ਹੀ ਰਾਈਟ ਹੈ, ਹਾਈਪੋਥੈਟਿਕ ਡਿਡਕਟਿਵ ਰੀਜ਼ਨਿੰਗ। ਬੱਚੇ ਕਾਫੀ ਜ਼ਿਆਦਾ ਲੈਵਲ ਤੱਕ ਪਹੁੰਚ ਜਾਂਦੇ ਨੇ। ਪ੍ਰੋਪੋਜੀਸ਼ਨਲ ਥੋਟ, ਹੁਣ ਕਈ ਬੱਚਿਆਂ ਨੂੰ ਪ੍ਰੋਪੋਜੀਸ਼ਨਲ ਥੋਟ ਨਹੀਂ ਪਤਾ ਹੋਏਗਾ, ਮਤਲਬ ਬੱਚਿਆਂ ਨੂੰ ਕੋਈ ਸਟੇਟਮੈਂਟ ਆਪਾਂ ਦੇਤੀ ਨਾ, ਉਹ ਐਜ਼ ਇਟ ਇਜ਼ ਟਰੂ ਮੰਨ ਲਏਗਾ, ਉਹਨੂੰ ਇਹ ਨਹੀਂ ਹੈ ਵੀ ਉਹਦੇ ਲਈ ਕੁਝ ਡਰਾ ਕਰਨਾ ਹੈ ਜਾਂ ਉਸ ਨੂੰ ਕੁਝ ਲੌਜਿਕ ਲਗਾਉਣਾ ਹੈ, ਐਸਾ ਕੁਝ ਨਹੀਂ ਹੈ। ਕੋਈ ਵੀ ਸਟੇਟਮੈਂਟ ਤੁਸੀਂ ਜਿਹੜੀ ਯੂਨੀਵਰਸਲ ਟਰੂਥ ਹੈ ਮੰਨ ਲਏਗਾ। ਜਿਵੇਂ ਅਗਰ ਆਪਾਂ ਨੇ ਬੱਚਿਆਂ ਨੂੰ ਕਹਿਤਾ ਵੀ sun is the source of energy, है ना, sun is the ultimate source of energy, ਤਾਂ ਬੱਚੇ ਮੰਨ ਲੈਣਗੇ ਵੀ ਉਹ ਫਿਰ ਉਹਦੇ ਪਿੱਛੇ ਉਹਨੂੰ ਕੋਈ ਪਿਕਚਰ ਦਿਖਾਣੀ ਜਾਂ ਕੋਈ ਲੌਜਿਕ ਲਗਾ ਕੇ ਸਮਝਾਉਣ ਦੀ ਲੋੜ ਨਹੀਂ। ਪ੍ਰੋਪੋਜੀਸ਼ਨਲ ਥੋਟ ਇਸ ਸਟੇਜ ਤੇ ਬੱਚੇ ਪਹੁੰਚ ਚੁੱਕੇ ਨੇ ਕਿ ਉਹ ਚੀਜ਼ਾਂ ਨੂੰ ਐਜ਼ ਅ ਸਟੇਟਮੈਂਟ ਵੀ ਸਮਝ ਸਕਦੇ। Which of the following is not an example of tactics for learning verbal information? ਇਹ ਕੋਈ ਕੁਐਸਚਨ ਕਰਕੇ ਸੀਗੇ, ਇਹਨਾਂ ਨੇ ਇਸ ਚੀਜ਼ ਨੂੰ ਨਿਕਾਰਿਆ ਸੀਗਾ ਵੀ ਇਹ ਜੋ ਇੱਥੇ ਲਿਖਿਆ ਹੋਇਆ ਹੈ ਪੈਟਰਨ ਲਰਨਿੰਗ ਬਾਏ ਹਾਈਪੋਥਾਈਜ਼ਿੰਗ ਹੈ, ਜੋ ਕਹਿੰਦੇ ਨੇ ਵੀ ਉਹ ਇਸ ਲਰਨਿੰਗ, ਦੇਖੋ ਧਿਆਨ ਨਾਲ ਕੁਐਸਚਨ ਪੜ੍ਹੋ, ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਐਨ ਐਗਜ਼ਾਮਪਲ ਆਫ ਟੈਕਟਿਕਸ ਆਫ ਲਰਨਿੰਗ ਵਰਬਲ ਇਨਫੋਰਮੇਸ਼ਨ। ਵਰਬਲ ਇਨਫੋਰਮੇਸ਼ਨ ਯਾਨੀ ਕਿ ਮੌਖਿਕ, ਆਪਾਂ ਮੌਖਿਕ ਕਹਿ ਦਈਏ, ਮੌਖਿਕ ਸੂਚਨਾ ਨੂੰ ਸਮਝਣ ਦੇ ਲਈ ਕਿਹੜੀ ਟੈਕਟਿਕਸ ਐਗਜ਼ਾਮਪਲ ਨਹੀਂ ਹੈ। ਅਟੈਂਸ਼ਨ ਫੋਕਸਿੰਗ ਔਨ ਮੇਕਿੰਗ ਆਊਟਲਾਈਨ ਅੰਡਰਲਾਈਨਿੰਗ, ਇਹ ਤਾਂ ਹੈ। ਸਕੀਮਾ ਬਿਲਡਿੰਗ ਬਾय ਸਟੋਰੀ ਗ੍ਰਾਮਰਸ, ਯੈਸ। आइडिया एलैबोरेशन बाय सेल्फ क्वेश्चनिंग एंड इमेजरी, इमेजरी मतलब कल्पना करनी इमेजेस वगैरह दी, या पैटर्न लर्निंग बाय हाइपोथाइजिंग मतलब कल्पना करके पैटर्न लर्न करने, ये वर्बल इंफॉर्मेशन दी एक टैक्टिक दे विच नहीं, बस ये तुसीं याद रखना। डैश इज जनरली नॉट एसोसिएटेड विद कंस्ट्रक्टिविज्म। कंस्ट्रक्टिविज्म पहले तो तुहानूं पता होना चाहिए भी हुंदा की है। कंस्ट्रक्टिविज्म हुंदा है कि बच्चे अपनी नॉलेज रचना आप करन, ठीक है। तो तुहानूं पता है विगोस्की इसकी फेवरेट सीगे। क्लासिकल कंडीशनिंग देख लेंदे हैं। क्लासिकल कंडीशनिंग सी ना जिहड़े ओह बिहेवियरिस्ट सीगे, बिहेवियरिस्ट सीगे क्योंकि वो हैबिट फॉर्मेशन पे जोर दिंदे सी। इक्विलिब्रेशन दा सिद्धांत है जिहड़ा ये किने दित्ता है, पियाजे ने दित्ता है। सैल्फ अवेयरनेस है जिहड़ी ये भी विगोस्की पियाजे दे विचों ही है, ठीक है। मतलब कंस्ट्रक्टिविज्म च आ गया ना भी अपनी रचना आप कर रहे ने अपनी नॉलेज दी। तां किहड़ा सब तो डिफरेंट है ए क्लासिकल कंडीशनिंग, क्योंकि ये बिहेवियरिस्ट दी गल, बिहेवियरिस्ट मतलब हैबिट फॉर्मेशन की गल करदी है। Ability to think about language as a system is
ਆਪਣੀ ਥਿੰਕਿੰਗ ਤੇ ਥਿੰਕ ਕਰਨ ਨੂੰ ਪਤਾ ਸੀ ਕੀ ਕਹਿੰਦੇ ਆ, ਮੈਟਾ ਲਿੰਗੁਇਸਟਿਕ ਅਵੇਅਰਨੈਸ, ਮਤਲਬ ਆਪਣੀ ਲੈਂਗੁਏਜ ਬਾਰੇ ਉਸ ਬਾਰੇ ਸੋਚਣਾ ਐਜ਼ ਅ ਸਿਸਟਮ ਇਜ਼ ਮੈਟਾ ਲਿੰਗੁਇਸਟਿਕ ਅਵੇਅਰਨੈਸ। ਠੀਕ ਹੈ, ਯਾਦ ਰੱਖੋਗੇ ਤੁਸੀਂ, ਜਿੱਥੇ ਮੈਟਾ ਆ ਜਾਏਗਾ ਨਾ, ਇਟ ਮੀਨਸ ਅਬਾਊਟ ਸੈਲਫ, ਮਤਲਬ ਜੋ ਤੁਸੀਂ ਖੁਦ ਕੁਛ ਕਰ ਰਹੇ ਹੋ ਤਾਂ ਮੈਟਾ ਆ ਜਾਏਗਾ। mastery oriented students tend to value achievement and see ability as improvable, so they focus on, ਜਿਹੜੇ ਬੱਚੇ ਹੁੰਦੇ ਨੇ ਨਾ ਵੀ ਅਸੀਂ ਕਿਸੇ ਚੀਜ਼ 'ਚ ਮਾਸਟਰੀ ਕਰਨੀ ਹੈ, ਮਾਸਟਰੀ ਓਰੀਐਂਟਡ ਸਟੂਡੈਂਟ ਹੈ, ਉਹ ਵੈਲਿਊ ਕਰਦੇ ਨੇ ਅਚੀਵਮੈਂਟ ਨੂੰ, ਪ੍ਰਾਪਤੀ ਨੂੰ, ਤੇ ਅਬਿਲਿਟੀ ਦੇਖਦੇ ਨੇ ਵੀ ਉਹ ਹੋਰ ਵੀ ਇੰਪਰੂਵ ਕਰ ਸਕਦੇ ਨੇ। ਉਹ ਕਿਸ ਚੀਜ਼ ਤੇ ਫੋਕਸ ਕਰਨਗੇ, ਐਕਸਪੈਕਟੇਸ਼ਨਸ ਆਫ ਅਦਰ, ਤੇ ਉਹਨਾਂ ਦਾ ਕੋਈ ਗੋਲ ਨਹੀਂ ਹੋਏਗਾ। ਮਾਸਟਰੀ ਗੋਲਸ ਇਨ ਆਰਡਰ ਟੂ ਇਨਕਰੀਜ਼ ਦੇਅਰ ਸਕਿੱਲਸ ਐਂਡ ਬਿਲਟੀ ਦੇ ਦੇਖੋ ਕੁਐਸਚਨਸ ਦੇ ਵਿੱਚ ਹੀ ਆਨਸਰ ਹੈ, ਅਗਰ ਬੱਚਾ ਧਿਆਨ ਨਾਲ ਪੜ੍ਹੇ ਤਾਂ। ਆਪਾਂ ਬਾਕੀ ਆਪਸ਼ਨਸ ਕਿਉਂ ਪੜਾਂਗੇ, ਆਪਾਂ ਸਿੱਧਾ ਆਨਸਰ ਤੇ ਟਿਕ ਮਾਰਾਂਗੇ ਹਨਾ, ਤਾਂ ਇਹ ਆਨਸਰ ਹੈ। while assessing creativity of an individual according to Torrance, ਦੇਖੋ ਮੈਂ ਤੁਹਾਨੂੰ ਥੋੜਾ ਜਿਹਾ ਨਾ ਟੋਰੈਂਸ ਬਾਰੇ ਦੱਸੂਗੀ। ਟੋਰੈਂਸ ਨੇ ਕ੍ਰੀਏਟੀਵਿਟੀ ਲਰਨਰ ਜਿਹੜੇ ਹੁੰਦੇ ਨੇ ਉਹਨਾਂ ਵਾਸਤੇ 4 ਗੱਲਾਂ ਕਹੀਆਂ ਸੀਗੀਆਂ ਕਿ ਉਹਨਾਂ ਵਿੱਚ ਕੀ ਕੀ ਹੋਣਾ ਚਾਹੀਦਾ ਹੈ। ਫਲੂਐਂਸੀ, ਫਲੈਕਸੀਬਿਲਿਟੀ, ओरिजिनलिटी ਤੇ ਐਲੈਬੋਰੇਸ਼ਨ। ਠੀਕ ਹੈ, ਫਲੂਐਂਸੀ ਮਤਲਬ ਆਪਣੇ ਆਈਡੀਆਜ਼ ਅਲੱਗ ਤੋਂ ਅਲੱਗ ਲਿਆ ਸਕਣ, ਬਦਲ ਸਕਣ, ਫਲੈਕਸੀਬਿਲਿਟੀ ਨਵੇਂ ਹੋਣ ਤੇ ਐਲੈਬੋਰੇਟ ਕਰ ਸਕਣ। ਇਹ 4 ਗੱਲਾਂ ਕਹੀਆਂ ਸੀ, ਤੁਸੀਂ ਯਾਦ ਰੱਖੋਗੇ, ਫਲੂਐਂਸੀ, ਫਲੈਕਸੀਬਿਲਿਟੀ, ओरिजिनलिटी ਤੇ ਐਲੈਬੋਰੇਸ਼ਨ। ਤਾਂ ਇਹ ਕਿੱਥੇ ਨੇ, ओरिजिनलिटी, ਫਲੂਐਂਸੀ ਤੇ ਫਲੈਕਸੀਬਿਲਿਟੀ, ਤਿੰਨੋਂ ਇੱਥੇ ਨੇ। ਸੋ ਆਪਸ਼ਨ ਨੰਬਰ ਏ ਬਿਲਕੁਲ ਸਿੰਪਲ ਹੈ। ਇਹਨਾਂ ਨੇ ਜਾਣ ਕੇ ਇਹ ਸਭ ਕੁਝ ਦਿੱਤਾ ਹੋਇਆ, ਦੇਖੋ ਮਤਲਬ ਇੰਨਾ ਬੜਾ ਕੁਐਸਚਨ ਬਣਾਇਆ ਹੋਇਆ, ਜਦਕਿ ਇਸ ਕੁਐਸਚਨ ਦੀ ਕੋਈ ਖਾਸ ਉਹ ਨਹੀਂ ਹੈ, ਸੈਂਸ ਨਹੀਂ ਬਣਦੀ। ਤੁਸੀਂ ਮੇਨ ਤਾਂ ਇੱਕ ਦੇਖੋਗੇ ਟੋਰੈਂਸ, ਇੱਕ ਦੇਖੋਗੇ ਕਿ ਕ੍ਰੀਏਟੀਵਿਟੀ ਆਫ ਐਨ ਇੰਡੀਵਿਜੂਅਲ, ਤੇ responses to all these tasks would be scored for the aspect of divergent think, 3 aspect, divergent thinking, divergent thinkers, creative learners ਹੀ ਹੁੰਦੇ ਨੇ। ਤੁਹਾਨੂੰ ਮੈਂ ਦੱਸਦਾ, ਹਮੇਸ਼ਾ ਜਦੋਂ ਵੀ ਕੁਐਸਚਨ ਕਰਨਾ ਹੈ ਨਾ, ਕੀਵਰਡਸ ਨੂੰ ਪਿਕ ਕਰਨਾ ਹੈ, ਤਾਂ ਬਸ ਤੁਹਾਨੂੰ ਪਤਾ, ਅਗਰ ਟੋਰੈਂਸ ਬਾਰੇ ਪੜਿਆ ਹੋਏਗਾ ਤਾਂ ਤੁਹਾਨੂੰ ਪਤਾ ਹੋਏਗਾ। ਠੀਕ ਹੈ, according to Vygotsky theory, the process whereby two participants who begin a task with different understanding arrive at a shared understanding is known as, ਮਤਲਬ ਇਹ ਦੋ ਬੰਦੇ ਸੀਗੇ, ਠੀਕ ਹੈ, ਇਹਨਾਂ ਨੇ ਇੱਕ ਕੰਮ ਸ਼ੁਰੂ ਕੀਤਾ, ਇਹਦੀ ਅਲੱਗ ਸੋਚ ਸੀਗੀ, ਠੀਕ ਹੈ, ਇਹਦੀ ਅਲੱਗ ਸੋਚ, ਡਿਫਰੈਂਟ ਅੰਡਰਸਟੈਂਡਿੰਗ ਨਾਲ ਇਹਨਾਂ ਨੇ ਕੋਈ ਇੱਕ ਕੰਮ ਸ਼ੁਰੂ ਕੀਤਾ, ਤੇ ਐਟ ਦਾ ਐਂਡ ਇੱਕ ਸ਼ੇਅਰਡ ਉਸ ਤੇ ਆ ਗਏ, ਅੰਡਰਸਟੈਂਡਿੰਗ ਤੇ ਆ ਗਏ। ਉਸ ਅੰਡਰਸਟੈਂਡਿੰਗ ਨੂੰ ਕੀ ਕਹਿੰਦੇ ਆ, ਇੰਟਰ ਸਬਜੈਕਟਿਵਿਟੀ। ਤੁਸੀਂ ਜੇ ਇੰਟਰ ਸਬਜੈਕਟਿਵਿਟੀ ਸ਼ਬਦ ਤੁਹਾਨੂੰ ਪ੍ਰੋਬਲਮ ਮਤਲਬ ਡਿਫਿਕਲਟ ਲੱਗਦਾ, ਇੱਕ ਵਾਰੀ ਗੂਗਲ ਕਰਕੇ ਦੇਖਿਓ ਤਾਂ ਸਾਰੀ ਤੁਹਾਨੂੰ ਡੈਫੀਨੇਸ਼ਨ ਕਲੀਅਰ ਹੋ ਜਾਏਗੀ ਵੀ ਕੀ ਗੱਲ ਹੈ। ਠੀਕ ਹੈ, ਅੱਗੇ ਦੇਖੋ, according to Lawrence Kohlberg, children cannot maintain the constancy of their gender. ਸ਼ੁਰੂ ਦੇ ਵਿੱਚ ਤਾਂ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਅਸੀਂ ਕੁੜੀ ਆ ਮੁੰਡਾ ਹੋਣਾ, ਇਹ ਚੀਜ਼ ਦੀ ਅੰਡਰਸਟੈਂਡਿੰਗ ਉਹਨਾਂ ਨੂੰ ਹੌਲੀ ਹੌਲੀ ਆ ਜਾਂਦੀ ਹੈ। ਫਿਰ ਉਹ ਕਿਹੜੀਆਂ ਸਟੇਜਾਂ 'ਚ ਹੁੰਦੇ ਨੇ, ਪਹਿਲਾਂ ਤਾਂ ਉਹਨਾਂ ਦੀ ਜੈਂਡਰ ਲੇਬਲਿੰਗ ਹੁੰਦੀ ਹੈ, ਕੁੜੀ ਮੁੰਡਾ ਹਨਾ, ਫਿਰ ਉਹਨਾਂ ਵਿੱਚ ਸਟੇਬਿਲਿਟੀ ਆ ਜਾਂਦੀ ਹੈ, ਫਿਰ ਆਉਂਦੀ ਹੈ ਜੈਂਡਰ ਕੰਸਿਸਟੈਂਸੀ, ਬਿਲਕੁਲ ਐਂਡ ਸਟੇਜ ਦੇ ਵਿੱਚ। ਇਹ ਆਪਾਂ ਯਾਦ ਰੱਖਾਂਗੇ, ਪਹਿਲੇ ਲੇਬਲਿੰਗ ਵੀ ਹਾਂ ਜਦੋਂ ਬੱਚਾ ਜਨਮ ਲੈਂਦਾ, ਫਿਰ ਸਟੇਬਿਲਿਟੀ, ਹੌਲੀ ਹੌਲੀ ਬੱਚਾ ਇਸ ਚੀਜ਼ ਨੂੰ ਐਕਸੈਪਟ ਕਰਨ ਲੱਗ ਜਾਂਦਾ ਹੈ, ਫਿਰ ਐਂਡ ਵਿੱਚ ਜੈਂਡਰ ਕੰਸਿਸਟੈਂਸੀ, ਉਸ ਦੇ ਅਕੋਰਡਿੰਗ ਕੰਮ ਕਰਦਾ ਹੈ ਜੋ ਉਸਨੂੰ ਰੂਲਸ ਮਿਲੇ ਹੁੰਦੇ ਨੇ। There are 2 basic types of intermittent reinforcement schedule, ਤੁਹਾਨੂੰ ਪਤਾ ਹੋਣਾ ਚਾਹੀਦਾ। ਦੇਖੋ ਇਹ operant conditioning ਦੇ ਨਾਲ ਰਿਲੇਟਡ ਹੈ, ਕਿਉਂਕਿ ਉਸ ਦੇ ਵਿੱਚ ਹੀ ਆਪਾਂ ਗੱਲ ਕਰਦੇ ਹਾਂ ਰੀਇਨਫੋਰਸਮੈਂਟ ਦੀ। ਰੀਇਨਫੋਰਸਮੈਂਟ ਕਹਿੰਦੇ ਵੀ ਕਦੀ ਵੀ ਕੰਟੀਨਿਊਸਲੀ ਨਹੀਂ ਦੇਣੀ ਚਾਹੀਦੀ। ਜਿਵੇਂ ਮੰਨ ਲਓ ਬੱਚਾ 10 ਵਾਰੀ ਕਾਪੀ ਚੈੱਕ ਕਰਾਉਣ ਆਇਆ, ਤੁਸੀਂ 10 ਵਾਰੀ ਗੁੱਡ 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 ਕਹਿ ਰਹੇ ਹੋ ਉਸਨੂੰ, ਗੁੱਡ ਸ਼ਾਬਾਸ਼ ਗੁੱਡ ਸ਼ਾਬਾਸ਼, ਤਾਂ ਉਸ ਦੇ ਵਿੱਚ ਕੀ ਹੈ ਕਿ ਉਹ ਜ਼ਿਆਦਾ ਵਧੀਆ ਨਹੀਂ ਮੰਨੀ ਜਾਂਦੀ, ਉਹ ਜ਼ਿਆਦਾ ਇਫੈਕਟਿਵ ਨਹੀਂ ਮੰਨੀ ਜਾਂਦੀ। ਇੰਟਰਨੈਟ ਜਿਵੇਂ ਤੁਸੀਂ ਮੰਨ ਲਓ ਅੱਜ ਸ਼ਾਬਾਸ਼ ਕਹਿਤਾ, ਅਗਲੇ ਦਿਨ ਨਾ ਕਿਹਾ, ਫਿਰ 2-3 ਦਿਨਾਂ ਬਾਅਦ ਕਹਿਤਾ, ਫਿਰ ਮਤਲਬ ਐਵੇਂ। ਤਾਂ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਦੇ ਸਕੇਜੂਲ ਹੁੰਦੇ ਨੇ ਇੰਟਰਵਲ, ਮਤਲਬ ਟਾਈਮ ਸਕੇਜੂਲ, ਇੰਟਰਵਲ ਤੇ ਰੇਸ਼ੋ, ਮਤਲਬ ਕਿੰਨੀ ਮਾਤਰਾ ਦੇ ਵਿੱਚ ਦੇਣੀ ਹੈ, ਇਹਦਾ ਧਿਆਨ ਰੱਖਿਆ ਜਾਂਦਾ। ਠੀਕ ਹੈ, ਇੰਟਰਵਲ ਯਾਦ ਰੱਖਿਓ ਵੀ ਟਾਈਮ ਨਾਲ ਰਿਲੇਟਡ ਹੈ, ਤੇ ਰੇਸ਼ੋ ਮਤਲਬ ਮੈਜ਼ਰਮੈਂਟ, ਮਤਲਬ ਕਿੰਨੀ ਦੇਣੀ ਹੈ, ਸਿੰਪਲ। Personal factors, the physical and social environment and behavior all influence and are influenced by each other. Bandura calls his interaction of forces. Bandura इसनु की कहता है भी कि society simple ले लो, society and individual, ਐਵੇਂ करके समझ लो।
इंडिविजुअल इन्फ्लुएंस सोसाइटी, सोसाइटी इन्फ्लुएंस इंडिविजुअल। तो ਇਹਦਾ मतलब ਕੀ ਹੈ? ਰੈਸਿਪਰੋਕਲ ਡਿਟਰਮਿਨਿਜ਼ਮ। ਰੈਸਿਪਰੋਕਲ ਟੀਚਿੰਗ ਦੀ ਵੀ ਗੱਲ ਕੀਤੀ ਹੈ ਨਾ ਵਿਗੋਸਕੀ ਨੇ, ਅਗਰ ਆਪਾਂ ਦੇਖੀਏ ਪਿੱਛੇ, ਤੇ ਵਿਗੋਸਕੀ ਕਹਿੰਦੇ ਕਿ ਰੈਸਿਪਰੋਕਲ ਟੀਚਿੰਗ ਬਹੁਤ ਵਧੀਆ ਟੀਚਿੰਗ ਮੰਨੀ ਜਾਂਦੀ ਹੈ। ਕਿਉਂ? ਕਿਉਂਕਿ ਇਹਦੇ ਵਿੱਚ ਟੀਚਰ ਸਟੂਡੈਂਟ ਨੂੰ ਕੁਝ ਸਿਖਾ ਰਿਹਾ, ਸਟੂਡੈਂਟ ਟੀਚਰ ਨੂੰ ਕੁਝ ਸਿਖਾ ਰਿਹਾ। ਇਸੇ ਤਰ੍ਹਾਂ ਇੱਥੇ ਇਹ ਗੱਲ ਕਹਿ ਰਹੇ ਨੇ। ਦੇਖੋ ਕਨੈਕਸ਼ਨ ਬਣਾ ਕੇ ਜੇ ਸਮਝੋਗੇ ਨਾ, ਕਨੈਕਸ਼ਨ ਬਣਾ ਕੇ ਜੋ ਸਮਝੋਗੇ ਤੁਹਾਨੂੰ ਬਹੁਤ ਵਧੀਆ ਲੱਗੂਗਾ, ਫਿਰ ਤੁਹਾਨੂੰ ਸਟੱਡੀ ਸੌਖੀ ਲੱਗੂਗੀ। ਰੈਸਿਪਰੋਕਲ ਡਿਟਰਮਿਨਿਜ਼ਮ ਅੱਗੇ ਦੇਖਾਂਗੇ। A teacher wants to know about the level of accomplishment attained in her subject after the completion of a session। ਇੱਥੇ ਧਿਆਨ ਦਿਓ, words ਤੇ ਬਹੁਤ ਉੱਪਰੋਂ ਨਹੀਂ ਪੜਨਾ, ਇੰਟੈਂਸਿਵ ਸਟੱਡੀ ਕਰਨੀ ਹੈ। She takes a test to complete this objective, the type of assessment she is। ਮਤਲਬ ਇੱਕ ਟੀਚਰ ਨੇ ਆਪਣਾ ਸਾਰਾ ਪੜਾਤਾ, ਹੁਣ ਉਹਨੇ ਦੇਖਣਾ ਵੀ ਐਂਡ ਆਫ ਦ ਸੈਸ਼ਨ ਚ ਮਤਲਬ ਉਹਨੇ ਇਵੈਲੂਏਟ ਕਰਨਾ ਬੱਚਿਆਂ ਨੂੰ, ਅਸੈਸਮੈਂਟ ਦੇਣਾ। ਤਾਂ ਕਿਸ ਤਰੀਕੇ ਦੀ ਕਰੇਗੀ? ਤੁਹਾਨੂੰ ਪਤਾ ਹੈ ਐਂਡ ਵਿੱਚ ਬਿਲਕੁਲ ਸਭ ਤੋਂ ਐਂਡ ਵਿੱਚ ਕੀ ਹੁੰਦੀ ਹੈ? ਸਮੈਟਿਵ ਅਸੈਸਮੈਂਟ ਹੁੰਦੀ ਹੈ। ਜੇ ਨਾਲ ਹੀ ਕਰਦੀ ਰਹੇ ਫਿਰ ਫਾਰਮੈਟਿਵ ਅਸੈਸਮੈਂਟ ਹੁੰਦੀ ਹੈ, ਜਿਹਦਾ ਆਬਜੈਕਟਿਵ ਅਸੈਸਮੈਂਟ ਜਿਹਦਾ ਪਾਰਟ ਹੁੰਦਾ ਹੈ ਫਾਰਮੈਟਿਵ ਦਾ। A very pleasant student who seems to work hard and creates little problem may be given benefit of doubt। ਠੀਕ ਹੈ, ਇੱਕ ਬਹੁਤ ਹੀ ਖੁਸ਼ਮਿਜ਼ਾਜ ਬੱਚਾ ਹੈ ਤੇ ਮਤਲਬ ਘੱਟ ਕਰਦਾ ਹੈ, what you say, ਘੱਟ ਪ੍ਰੋਬਲਮ ਕ੍ਰੀਏਟ ਕਰਦਾ ਹੈ ਤੇ ਉਹਨੂੰ ਬੈਨੀਫਿਟ ਆਫ ਡਾਊਟ ਦਿੱਤਾ ਜਾਂਦਾ ਵੀ ਉਹਨੂੰ ਕੁਝ ਨਹੀਂ ਕਿਹਾ ਜਾਂਦਾ। ਆਪਾਂ ਐਵੇਂ ਮੰਨ ਕੇ ਚੱਲੋ ਇੱਕ ਟਰਬਲਿੰਗ ਸਟੂਡੈਂਟ ਹੈ ਕਲਾਸ ਦੇ ਵਿੱਚ ਜੋ ਟਰਬਲ ਕ੍ਰੀਏਟ ਕਰਦਾ ਹੈ, ਉਹਨੂੰ ਲੋਅਰ ਗ੍ਰੇਡ ਦਿੱਤੇ ਜਾਂਦੇ ਨੇ, ਉਹਨੂੰ ਹਾਇਰ ਦਿੱਤੇ ਜਾਂਦੇ ਨੇ, ਜਿੰਨੇ ਉਹਨੂੰ ਮਤਲਬ ਚਾਹੀਦੇ ਵੀ ਨਹੀਂ ਉਸ ਤੋਂ ਵੀ ਜ਼ਿਆਦਾ ਦਿੱਤੇ ਜਾਂਦੇ ਨੇ। ਇਹ ਕਿਸ ਚੀਜ਼ ਦੀ ਐਗਜ਼ਾਮਪਲ ਹੈ? ਤਾਂ ਤੁਹਾਨੂੰ ਮੈਂ ਥੋੜਾ ਸਮਝਾਉਂਗੀ ਹੈਲੋ ਇਫੈਕਟ ਬਾਰੇ। ਹੈਲੋ ਇਫੈਕਟ ਹੁੰਦਾ ਹੈ ਕਿ ਆਪਾਂ ਨੇ ਮੰਨ ਲਓ ਕਿਸੇ ਵੀ ਬੰਦੇ ਦਾ ਇੱਕ ਟ੍ਰੇਟ ਆਪਾਂ ਨੂੰ ਪਤਾ ਹੈ ਕਿ ਕੋਈ ਬੰਦਾ ਖੁਸ਼ ਮਿਜਾਜ ਹੈ, ਆਪਾਂ ਉਹਦੀ ਓਵਰਆਲ ਜਿਹੜੀ ਜੱਜਮੈਂਟ ਪਾਸ ਕਰਦੇ ਆ ਨਾ ਵੀ ਹਾਂ ਇਹ ਬੰਦਾ ਤਾਂ ਵਧੀਆ ਹੀ ਹੋਊਗਾ, ਉਹਨੂੰ ਅਸੀਂ ਹੈਲੋ ਇਫੈਕਟ ਕਹਿੰਦੇ ਆ। ਇਹ ਹੈਲੋ ਇਫੈਕਟ ਦਾ ਹੀ ਪ੍ਰਭਾਵ ਹੈ ਕਿ ਇੱਕ ਟੀਚਰ ਬੱਚੇ ਨੂੰ ਮਤਲਬ ਜਿਹੜਾ ਟਰਬਲਿੰਗ ਸਟੂਡੈਂਟ ਹੈ ਉਹਨੂੰ ਲੋਅਰ ਗ੍ਰੇਡ ਦੇ ਰਹੀ ਹੈ, ਤੇ ਇੱਕ ਖੁਸ਼ਮਿਜਾਜ ਬੱਚਾ ਹੈਗਾ ਭਾਵੇਂ ਉਹ ਪ੍ਰੋਬਲਮ ਵੀ ਕ੍ਰੀਏਟ ਕਰ ਰਿਹਾ ਫਿਰ ਵੀ ਉਹਨੂੰ ਬੈਨੀਫਿਟ ਆਫ ਡਾਊਟ ਦੇ ਰਹੀ ਹੈ, ਉਹਨੂੰ ਜ਼ਿਆਦਾ ਗ੍ਰੇਡ ਦੇ ਰਹੀ ਹੈ ਜਿੰਨਾ ਡਿਜ਼ਰਵ ਵੀ ਨਹੀਂ ਕਰਦਾ। ਤਾਂ ਹੈਲੋ ਇਫੈਕਟ ਹੈ। According to Kohlberg theory of moral reasoning, which of the following is correctly matched? Kohlberg ਦੀ ਥਿਊਰੀ ਅਗਰ ਤੁਸੀਂ moral development ਦੀ ਪੜ੍ਹੀ ਹੈ ਤਾਂ ਤੁਹਾਨੂੰ ਪਤਾ ਹੋ ਜਾਏਗਾ ਪ੍ਰੀ ਕਨਵੈਨਸ਼ਨਲ, ਠੀਕ ਹੈ, ਕਨਵੈਨਸ਼ਨਲ ਤੇ ਪੋਸਟ ਕਨਵੈਨਸ਼ਨਲ। ਤਾਂ ਇਹ ਹੈਗੇ ਨੇ 3 ਲੈਵਲਸ ਤੇ 6 ਸਟੇਜਸ ਅੱਗੇ ਦਿੱਤੀਆਂ ਹੋਈਆਂ ਨੇ। ਇਹਦੇ ਵਿੱਚ ਹੈ ਪਹਿਲੀ ਓਬੀਡੈਂਟ ਪਨਿਸ਼ਮੈਂਟ, ਇੱਥੇ ਹੈ ਮਿਊਚੁਅਲ ਐਕਸਚੇਂਜ। ਕਨਵੈਨਸ਼ਨ ਦੇ ਵਿੱਚ ਗੁੱਡ ਬॉय ਗੁੱਡ ਗਰਲ ਤੇ ਲੋ ਐਂਡ ਆਰਡਰ। ਪੋਸਟ ਕਨਵੈਨਸ਼ਨ ਦੇ ਵਿੱਚ ਹੈ ਸੋਸ਼ਲ ਕੰਟਰੈਕਟ ਓਰੀਐਂਟੇਸ਼ਨ ਤੇ ਯੂਨੀਵਰਸਲ ਕੁਝ ਐਥਿਕ ਪ੍ਰਿੰਸੀਪਲ ਕਾਈਂਡ ਆਫ। ਠੀਕ ਹੈ 1 2 3। ਤਾਂ ਹੁਣ ਪ੍ਰੀ ਕਨਵੈਨਸ਼ਨਲ ਚ ਗੁੱਡ ਬॉय ਨਾਈਸ ਗਰਲ ਨਹੀਂ ਹੈ ਨਾ, ਉਹ ਤਾਂ ਕਨਵੈਨਸ਼ਨਲ ਚ ਇੱਥੇ। ਕਨਵੈਨਸ਼ਨਲ ਚ ਲੋ ਐਂਡ ਆਰਡਰ ਹਾਂ ਉਹ ਇੱਥੇ ਹੈਗਾ, ਠੀਕ ਹੈ। ਪ੍ਰੀ ਕਨਵੈਨਸ਼ਨਲ ਚ ਸੋਸ਼ਲ ਕੰਟਰੈਕਟ ਓਰੀਐਂਟ ਨਹੀਂ, ਪ੍ਰੀ ਕਨਵੈਨਸ਼ਨਲ ਚ ਨਹੀਂ ਹੈ, ਉਹ ਤਾਂ ਇੱਥੇ ਹੈ ਪੋਸਟ ਚ ਹੈ। ਪੋਸਟ ਕਨਵੈਨਸ਼ਨਲ ਓਬੀਡੀਐਂਸ ਤੇ ਨਹੀਂ, ਉਹ ਤਾਂ ਪਹਿਲੇ ਚ। ਤਾਂ ਯਾਨੀ ਕਿ ਇਹ ਸਹੀ ਹੈ। ਕਨਵੈਨਸ਼ਨਲ ਦੇ ਵਿੱਚ ਲੋ ਐਂਡ ਆਰਡਰ ਓਰੀਐਂਟੇਸ਼ਨ ਹੈ ਜਿਹਦੇ ਵਿੱਚ ਇਹ ਦੂਜੇ ਲੈਵਲ ਦੀ ਪਤਾ ਲਓ ਚੌਥੀ ਸਟੇਜ ਹੈ, ਠੀਕ ਹੈ ਏਦਾਂ ਹੈ। Which of the following strategy you should associate with the culturally relevant teaching? मतलब केड़ी स्ट्रेटजी ਤੁਸੀਂ ਅਪਣਾਓਗੇ culturally relevant teaching ਹੋਏਗੀ? ਸਿੰਪਲ ਹੈ ਤਾਂ avoid community participation, avoid ਤਾਂ ਨਹੀਂ ਕਰੋਗੇ। Do not use activity project, no. Keep standardized criteria for students behavior, no. Experiment with different grouping arrangement to encourage social harmony, improve। ਸ਼ਬਦਾਂ ਤੇ ਜਾਓ, culturally relevant teaching ਬਣਾਉਣੀ ਹੈ, ਯਾਨੀ ਕਿ ਤੁਸੀਂ ਕੋਆਪਰੇਸ਼ਨ ਦੀ ਗੱਲ ਕਰੋਗੇ, ਠੀਕ ਹੈ। ਤੁਸੀਂ ਕਿਹਦੀ ਗੱਲ ਕਰੋਗੇ? ਕੋਆਪਰੇਸ਼ਨ ਦੀ ਗੱਲ ਕਰੋਗੇ, ਤੁਸੀਂ ਸੋਸ਼ਲ ਹਾਰਮਨੀ ਦੀ ਗੱਲ ਕਰੋਗੇ ਤੁਸੀਂ, ਕਿਉਂਕਿ ਕਲਚਰ ਰੈਲੀਵੈਂਟ ਟੀਚਿੰਗ ਕਰਨੀ ਹੈ ਨਾ, ਸੱਭਿਆਚਾਰ ਨਾਲ ਸੰਬੰਧਿਤ ਤੁਸੀਂ ਪੜਾਉਣਾ ਉਹਨਾਂ ਨੂੰ। According to Renzulli, Rees, following a set of characteristics can be associated with the people who are gifted। ਜਿਹੜੇ ਬੱਚੇ ਗਿਫਟਡ ਹੋਣਗੇ ਉਹ ਕੀ ਹੋਣਗੇ? ਮਤਲਬ persistence and low motivation ਨਹੀਂ, ਕਦੇ ਵੀ ਨਹੀਂ। High motivation ਹੈ with usual idea ਨਹੀਂ। persistence and low motivation no। word persistence, high motivation ਤੇ creative, ਠੀਕ ਹੈ। persistence ਔਰ persistency ਮਤਲਬ ਪਤਾ ਹੀ ਤੁਹਾਨੂੰ ਕਿ ਕਿਸੇ ਵੀ ਕੰਮ ਨੂੰ ਕਰਨ ਲਈ persistency ਬਹੁਤ ਜ਼ਰੂਰੀ ਹੈ, ਦ੍ਰਿੜਤਾ ਬਹੁਤ ਜ਼ਰੂਰੀ ਹੈ। ਹਾਈ ਮੋਟੀਵੇਸ਼ਨ ਤੇ creative ਕੁਝ ਨਵਾਂ ਕਰਨ ਦਾ ਉਹਨਾਂ ਦਾ ਜਜ਼ਬਾ ਹੋਏਗਾ। According to NCF position paper on education of special needs, following can be directly associated with the benefits of inclusion for students। NCF
ਨੈਸ਼ਨਲ ਕਰਿਕੂਲਮ ਫਰੇਮਵਰਕ ਦੇ ਅਕੋਰਡਿੰਗਲੀ ਜਿਹੜੀ ਸਪੈਸ਼ਲ ਨੀਡਸ ਵਾਲੇ ਬੱਚਿਆਂ ਦੀ ਹੈ ਮਤਲਬ ਉਹਨਾਂ ਵਾਸਤੇ ਕੀ ਕਿਹਾ ਹੈ ਤੇ ਇਨਕਲੂਸਿਵ ਐਜੂਕੇਸ਼ਨ ਦੀ ਅਗਰ ਆਪਾਂ ਗੱਲ ਕਰੀਏ ਉਹਨਾਂ ਨੂੰ ਕੀ ਕਹਿੰਦੇ ਨੇ Children with special education will not have appropriate models of behavior, no. Will find difficult to learn about, no. Inclusion offers limited opportunity, no. Simple option A पढ़ोगे तो समझ आ जाएगा. Spending the school day alongside classmates who do not have disabilities provide many opportunities for social interaction. तो पहली गल की थी special education need वाले बच्चों ਨੂੰ social interaction ਦਾ ਮੌਕਾ ਮਿਲੇਗਾ ਜੋ ਕਿ ਉਹਨਾਂ ਨੂੰ ਅਗਰ ਅਲੱਗ ਸਕੂਲਾਂ 'ਚ ਪੜਾਇਆ ਜਾਵੇ ਉਹ ਨਹੀਂ ਮਿਲੇਗਾ ਜਿਸ ਨਾਲ ਉਹਨਾਂ ਦਾ ਸਮਾਜੀਕਰਨ ਨਹੀਂ ਹੋਵੇਗਾ ਤੇ ਸਮਾਜੀਕਰਨ ਤੁਹਾਨੂੰ ਪਤਾ ਹੈ ਕਿ ਡਿਵੈਲਪਮੈਂਟ ਦੇ ਲਈ ਬਹੁਤ ਜ਼ਰੂਰੀ ਹੈ ਤਾਂ ਮੈਂ ਇਹ ਕਲਾਸ ਨੂੰ ਅੱਜ ਇੱਥੇ ਹੀ ਐਂਡ ਕਰਦੀ ਹਾਂ ਆਮ ਸੌਰੀ ਕਿ ਆਪਣੇ 15 ਕੁਐਸਚਨ ਰਹਿ ਗਏ ਅੱਜ ਕੋਈ ਚੱਕਰ ਨਹੀਂ ਉਹ ਆਪਾਂ ਕੱਲ ਨੂੰ ਕੰਪਲੀਟ ਕਰ ਲਾਂਗੇ ਹੋਪਫੁਲੀ ਜ਼ਿਆਦਾ ਤੋਂ ਜ਼ਿਆਦਾ ਉਮੀਦ ਇਹੀ ਰਹੇਗੀ ਕਿ ਹੁਣ ਰਾਤ 10 ਵੱਜ ਚੁੱਕੇ ਨੇ ਇਸ ਲਈ ਅੱਜ ਦੀ ਕਲਾਸ ਮੈਂ ਇੱਥੇ ਹੀ ਖਤਮ ਕਰਦੀ ਹਾਂ ਅੱਗੇ ਕੰਟੀਨਿਊ ਕਰਦੇ ਹਾਂ ਕੱਲ ਸਾਰੇ ਕੁਐਸਚਨਸ ਕਰਦੇ ਹਾਂ ਆਪਾਂ ਠੀਕ ਹੈ ਜੀ ਹੋਪ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ ਜੇ ਕੋਈ ਕਿਸੇ ਵੀ ਕੁਐਸਚਨ ਡਾਊਟ ਹੈ ਪਲੀਜ਼ ਕਮੈਂਟ ਸੈਕਸ਼ਨ ਮੈਨੂੰ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਸਾਰੇ ਬੱਚਿਆਂ ਨੂੰ ਫਾਇਦਾ ਹੋ ਸਕੇ ਕਿਉਂਕਿ ਐਗਜ਼ਾਮ ਨੂੰ ਸਿਰਫ ਹੀ 7 ਡੇਜ਼ ਰਹਿ ਗਏ ਨੇ ਠੀਕ ਹੈ ਜੀ ਚਲੋ ਮਿਲਦੇ ਹਾਂ ਫਿਰ